नमस्कार दोस्तों, स्वागत है आपका हमारे यूट्यूब चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਇਸ ਸੈਸ਼ਨ ਦੇ ਵਿੱਚ ਆਪਾਂ ਕਰਾਂਗੇ ਮੁਗਲ ਸ਼ਾਸਨ 1526 ਤੋਂ ਲੈ ਕੇ 1607 ਤੱਕ ਦੇ ਟਾਈਮ ਪੀਰੀਅਡ ਦੇ ਵਿੱਚ। ਸਭ ਤੋਂ ਪਹਿਲਾਂ ਅੱਜ ਦਾ ਟੌਪਿਕ ਹੈਗਾ ਬਾਬਰ, ਦੂਸਰਾ ਟੌਪਿਕ ਹਿਮਾਂਜੂ, ਤੀਸਰਾ ਛੇਸਾ ਸੂਰੀ, ਚੌਥਾ ਅਕਬਰ, ਪੰਜਵਾਂ ਜਹਾਂਗੀਰ ਤੇ ਛੇਵਾਂ ਸ਼ਾਹਜਹਾਂ ਤੇ ਸੱਤਵਾਂ ਹੈ ਆਪਣੇ ਕੋਲ ਔਰੰਗਜ਼ੇਬ। ਠੀਕ ਹੈ ਜੀ, ਇਹ ਜਿਹੜਾ ਹੈਗਾ ਆਪਣੇ ਕੋਲ ਪਹਿਲਾ ਫਸਟ ਪਾਰਟ ਰਹੇਗਾ। ਇਹਦਾ ਸੈਕੰਡ ਪਾਰਟ ਅੱਜ ਤੁਹਾਨੂੰ ਦੇਰ ਰਾਤ 10 ਵਜੇ ਤੋਂ ਬਾਅਦ ਜਿਹੜਾ ਉਹ YouTube ਤੇ ਮਿਲ ਜਾਏਗਾ। ਚਲਦੇ ਹਾਂ ਜੀ ਅੱਜ ਆਪਣੇ ਪਹਿਲੇ ਟੌਪਿਕ ਤੇ। ਬਾਬਰ ਵਾਸ ਦੀ ਰੂਲਰ ਆਫ ਵਿਚ ਡਾਇਨੈਸਟੀ। ਬਾਬਰ ਕਿਸ ਵੰਸ਼ ਦਾ ਸ਼ਾਸਕ ਸੀ? ਇਹਦਾ ਰਾਈਟ ਆਨਸਰ ਹੈ ਜੀ ਮੁਗਲ। ਹਾਂਜੀ, ਕੁਝ ਇੰਪੋਰਟੈਂਟ ਜਾਣਕਾਰੀ। ਬਾਬਰ ਇਹਦਾ ਜਿਹੜਾ ਕਾਰਜ ਸ਼ਾਸਨ ਦਾ ਸਮਾਂ ਜਿਹੜਾ ਉਹ ਹੈ 1526 ਤੋਂ ਲੈ ਕੇ 1530 ਤੱਕ। ਮੁਗਲ ਸਾਮਰਾਜ ਦੇ ਸੰਸਥਾਪਕ, ਠੀਕ ਹੈ ਜੀ, ਧਿਆਨ ਰੱਖਣਾ ਹੈ, ਮੁਗਲ ਸਾਮਰਾਜ ਦਾ ਸੰਸਥਾਪਕ ਸੀਗਾ। ਇਹਦਾ ਸਹੀ ਨਾਮ ਸੀਗਾ ਜ਼ਹੀਰੁਦੀਨ ਮੁਹੰਮਦ ਬਾਬਰ। ਠੀਕ ਹੈ ਜੀ, ਇਹਦਾ ਜਿਹੜਾ ਜਨਮ ਹੈ 14 ਫਰਵਰੀ 1483 ਨੂੰ ਫਰਗਨਾ ਦੇ ਵਿੱਚ ਹੋਇਆ। ਕਹਿਣ ਦਾ ਮਤਲਬ ਹੈ ਵੀ ਇਹ ਫਰਗਨਾ ਦਾ ਰਹਿਣ ਵਾਲਾ ਸੀ ਜਿਹਨੇ ਭਾਰਤ ਵਿੱਚ ਆ ਕੇ ਰਾਜ ਕੀਤਾ। ਠੀਕ ਹੈ ਜੀ, ਇਸ ਦੇ ਪਿਤਾ, ਠੀਕ ਹੈ ਜੀ, ਤੈਮੂਰ ਸੀਗਾ ਜਿਹੜਾ ਤੁਰਕ ਵੰਸ਼ ਨਾਲ ਸੰਬੰਧ ਰੱਖਦਾ ਸੀ। ਇਹਦਾ ਮਤਲਬ ਇਹ ਪਿਤਾ ਦੇ ਪੱਖੋਂ ਇਹ ਤੁਰਕੀ ਸੀਗਾ। ਠੀਕ ਹੈ ਜੀ, ਆਪਾਂ ਵੰਸ਼ ਪਿਤਾ ਦੇ ਪਾਸੇ ਲੈਣੇ, ਇਹਦਾ ਮਤਲਬ ਬਾਬਰ ਹੈ ਜਿਹੜਾ ਉਹ ਵੰਸ਼ ਦਾ ਤੁਰਕ ਸੀ। ਤੇ ਮਾਂ ਜਿਹੜੀ ਪੱਖੋਂ ਇਹ ਚੰਗੇਜ਼ ਖਾਨ ਦਾ ਵੰਸ਼ ਸੀਗਾ। ਠੀਕ ਹੈ, ਮਾਂ ਉਹਦੀ ਚੰਗੇਜ਼ ਖਾਨ ਦੀ ਵੰਸ਼ ਸੀ ਤੇ ਪਿਤਾ ਜਿਹੜਾ ਉਹਦਾ ਤੈਮੂਰ ਵੰਸ਼ ਦਾ ਸੀਗਾ। ਠੀਕ ਹੈ ਜੀ, ਤੇ ਤੁਰਕ ਸੀਗਾ, ਇਹ ਧਿਆਨ ਚ ਰੱਖ ਲੈਣਾ। ਬਾਬਰ 1494 ਦੇ ਵਿੱਚ 11 ਸਾਲ ਦੀ ਉਮਰ ਦੇ ਵਿੱਚ ਫਰਗਨਾ ਦੀ ਗੱਦੀ ਤੇ ਬੈਠਦਾ ਹੈ। ਠੀਕ ਹੈ ਜੀ, 11 ਸਾਲ ਦੀ, ਮਾਤਰ 11 ਸਾਲ ਦੀ ਉਮਰ ਦੇ ਵਿੱਚ ਉਹ ਗੱਦੀ ਤੇ ਬੈਠਦਾ ਹੈ। ਹਾਂਜੀ, 1483 ਦੇ ਵਿੱਚ ਉਹਦਾ ਜਨਮ ਹੁੰਦਾ ਹੈ ਤੇ 11 ਸਾਲ ਦੀ ਉਮਰ ਦੇ ਵਿੱਚ ਉਹ ਬੈਠਦਾ, ਯਾਨੀ ਕਿ 1494 ਦੇ ਵਿੱਚ ਉਹ ਬੈਠਦਾ। ਭਾਰਤ ਉੱਤੇ ਹਮਲਾ ਕਰਨ ਤੋਂ ਪਹਿਲਾਂ ਬਾਬਰ ਨੇ ਕਾਬੁਲ, ਬੁਖਾਰਾ, ਖੋਰਾਸਾਨ, ਸਮਰਕੰਦ ਨੂੰ ਜਿੱਤ ਲਿਆ ਸੀ। ਠੀਕ ਹੈ ਜੀ, ਕਾਬਲ, ਖੋਰਾਸਾਨ, ਸਮਰਕੰਦ ਤੇ ਬੁਖਾਰਾ ਇਹਨੂੰ ਜਿੱਤ ਲਿਆ ਸੀਗਾ। ਠੀਕ ਹੈ, ਇਹ ਧਿਆਨ ਚ ਰੱਖਣੀ ਸਾਰੇ। ਬਾਬਰ ਨੇ 1504 ਦੇ ਵਿੱਚ ਕਾਬਲ ਨੂੰ ਜਿੱਤਣ ਤੋਂ ਬਾਅਦ ਪਾਦਸ਼ਾਹ ਦੀ ਉਪਾਧੀ ਧਾਰਨ ਕੀਤੀ। ਇਹ ਧਿਆਨ ਚ ਰੱਖਣਾ ਜੀ। ਠੀਕ ਹੈ ਜੀ, ਕਿਹੜੀ ਜਿੱਤ ਤੋਂ ਬਾਅਦ ਪਾਦਸ਼ਾਹ ਦੀ ਉਪਾਧੀ ਧਾਰਨ ਕੀਤੀ ਸੀ? ਕਾਬਲ ਦੀ ਜਿੱਤ ਤੋਂ ਬਾਅਦ। ਤੇ ਕਾਬਲ ਨੂੰ ਜਿੱਤਿਆ ਸੀ 1504 ਦੇ ਵਿੱਚ। ਠੀਕ ਹੈ, ਹਾਂਜੀ, ਇਹ ਸਾਰੇ ਫੈਕਟ ਤੁਸੀਂ ਧਿਆਨ ਚ ਰੱਖਣੇ। ਬਾਬਰ ਕੇਮ ਟੂ ਇੰਡੀਆ ਓਰੀਜਨਲੀ ਫਰੋਮ। ਬਾਬਰ ਮੂਲ ਰੂਪ ਵਿੱਚ ਕਿੱਥੋਂ ਭਾਰਤ ਆਇਆ ਸੀ? ਇਹ ਫਰਗਨਾ ਦਾ ਸ਼ਾਸਕ ਸੀ ਤੇ ਫਰਗਨਾ ਤੋਂ ਆਇਆ ਸੀ। ਬਾਬਰ ਵਾਸ ਬੋਰਨ ਇਨ ਦੀ ਈਅਰ। ਕਿਹੜੇ ਸਾਲ ਬਾਬਰ ਦਾ ਜਨਮ ਹੋਇਆ ਸੀ? ਹਾਂਜੀ, ਇਹਦਾ ਜਨਮ ਹੋਇਆ ਸੀ 14 ਫੈਬ। ਠੀਕ ਹੈ, ਵੈਲੈਂਟਾਈਨ ਡੇ ਹੁੰਦਾ 1483। ਇਹ ਧਿਆਨ ਚ ਰੱਖਣਾ। ਹਾਂਜੀ, ਭਾਰਤ ਉੱਤੇ ਬਾਬਰ ਦੇ ਹਮਲੇ ਇੰਪੋਰਟੈਂਟ ਹੈ ਜੀ ਸਾਰੇ। ਬਾਬਰ ਦਾ ਜਿਹੜਾ ਪਹਿਲਾ ਹਮਲਾ ਜਿਹੜਾ ਉਹ 1519 ਦੇ ਵਿੱਚ ਬਜੋਰ ਭੇਰਾ ਨੂੰ ਜਿੱਤ ਲਿਆ ਸੀ ਇਸ ਹਮਲੇ ਦੇ ਵਿੱਚ ਉਹਨੇ, ਤੇ ਫਿਰ ਜਿੱਤਣ ਤੋਂ ਬਾਅਦ ਵਾਪਸ ਚਲਾ ਗਿਆ ਸੀ ਫਰਗਨਾ ਤੇ ਉਹ ਖੈਬਰ ਦੇ ਦਰੇ ਰਾਹੀਂ ਆਇਆ ਸੀ। ਠੀਕ ਹੈ ਜੀ, ਇਹਨੂੰ ਆਪਾਂ ਭਾਰਤ ਦਾ ਪਹਿਲਾ ਹਮਲਾ ਨਹੀਂ ਮੰਨਾਂਗੇ ਕਿਉਂਕਿ ਇਹ ਜਿਹੜਾ ਹਮਲਾ ਹੈ ਇਹ ਪਾਕਿਸਤਾਨ ਦੇ ਜਿਹੜੇ ਇਲਾਕੇ ਹੈ ਬਜੋਰ ਭੇਰਾ, ਠੀਕ ਹੈ ਜੀ, ਉਧਰਲੇ ਪਾਸੇ ਇਹਨੇ ਹਮਲਾ ਕੀਤਾ ਸੀ। ਦੂਸਰਾ ਹਮਲਾ ਵੀ ਉਹਨੇ 1519 ਦੇ ਵਿੱਚ ਕੀਤਾ ਸੀ, ਯੂਸਫ ਜਈ ਕਬੀਲੇ ਤੇ ਹੋਇਆ ਸੀ ਤੇ ਉੱਥੇ ਉਹ ਪਿਸ਼ਾਵਰ ਤੋਂ ਜਾਣੀ ਕਿ ਪਾਕਿਸਤਾਨ ਤੋਂ ਹੀ ਪਿੱਛੇ ਹਟ ਗਿਆ ਸੀ। ਇਹ ਵੀ ਭਾਰਤ ਤੇ ਉਹਦਾ ਪਹਿਲਾ ਹਮਲਾ ਨਹੀਂ ਮੰਨਿਆ ਜਾਏਗਾ। ਤੀਸਰਾ ਹਮਲਾ 1520 ਦੇ ਵਿੱਚ ਉਹਨੇ ਕੀਤਾ ਸਿਆਲਕੋਟ। ਠੀਕ ਹੈ, ਵੈਰੀ ਇੰਪੋਰਟੈਂਟ ਹੈ, ਸਿਆਲਕੋਟ ਦਾ ਹਮਲਾ 1520 ਦੇ ਵਿੱਚ ਉਹਨੇ ਕੀਤਾ ਸੀਗਾ। ਤੇ ਚੌਥਾ ਹਮਲਾ ਬਾਬਰ ਨੇ 1524 ਦੇ ਵਿੱਚ ਪੰਜਾਬ ਦੇ ਬਹੁਤੇ ਜਿਹੜੇ ਹਿੱਸੇ ਆ ਉਹ ਆਪਣੇ ਅਧਿਕਾਰ 'ਚ ਲੈ ਲਏ। ਇਹ ਪੰਜਾਬ ਦੇ ਜਿਹੜੇ ਹਿੱਸੇ ਆ ਇਹ ਵੀ ਪਾਕਿਸਤਾਨ ਪੰਜਾਬ ਦੀ ਗੱਲ ਹੋ ਰਹੀ ਹੈ, ਉਹ ਹਿੱਸੇ ਉਹਨੇ ਆਪਦੇ ਕਬਜ਼ੇ ਹੇਠ ਲੈ ਲਏ। 1519 ਦੇ ਵਿੱਚ ਪਹਿਲਾ ਹਮਲਾ ਬਿਜੋਰ ਭਰਾ ਤੇ ਕੀਤਾ ਸੀਗਾ। ਦੂਸਰਾ ਹਮਲਾ ਯੂਸਫ ਜਈ ਕਬੀਲੇ 1519 ਵਿੱਚ ਹੀ ਕੀਤਾ ਸੀ ਤੇ ਪਿਸ਼ਾਵਰ ਤੋਂ ਪਿੱਛੇ ਹਟ ਗਏ। ਤੀਸਰਾ ਜਿਹੜਾ ਹਮਲਾ ਸਿਆਲਕੋਟ ਦੇ ਵਿੱਚ ਕੀਤਾ ਸੀ 1520 ਅਗਲੇ ਸਾਲ, ਤੇ 1524 ਦੇ ਵਿੱਚ ਚੌਥਾ ਹਮਲਾ ਕੀਤਾ ਸੀ ਉਹਨੇ ਤੇ ਪੰਜਾਬ ਦੇ ਜ਼ਿਆਦਾਤਰ ਜਿਹੜੇ ਹਿੱਸੇ ਉਹਨੇ ਆਪਦੇ ਕਬਜ਼ੇ ਹੇਠ ਲੈ ਲਏ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ। ਹਾਂਜੀ, ਬਾਬਰ ਦੇ ਕਿਸ ਹਮਲੇ ਦੇ ਵਿੱਚ ਸਿਆਲਕੋਟ ਉਸ ਦੇ ਅਧੀਨ ਆ ਗਿਆ ਸੀ? ਉਹ ਸੀ ਉਹਦਾ ਤੀਸਰਾ ਹਮਲਾ ਜਿਹੜਾ ਉਹਨੇ 1520 ਦੇ ਵਿੱਚ ਕੀਤਾ ਸੀ। ਠੀਕ ਹੈ ਜੀ, ਧਿਆਨ ਰੱਖਣਾ। ਤੇ 1519 ਚ ਯੂਸਫ ਜਈ ਕਬੀਲੇ ਤੇ ਕੀਤਾ ਸੀਗਾ ਤੇ 1519 ਦੇ ਵਿੱਚ ਹੀ ਉਹਨੇ ਬਜੌਰ ਤੇ ਭੇਰਾ ਉਹ ਤੇ ਕਬਜ਼ਾ ਕਰ ਲਿਆ ਸੀਗਾ। ਠੀਕ ਹੈ ਜੀ, ਇਹ ਸਾਰੇ ਤੁਸੀਂ ਫੈਕਟ ਧਿਆਨ 'ਚ ਰੱਖਣੇ। ਹਾਂਜੀ, ਬਾਬਰ ਦੁਆਰਾ ਲੜੀਆਂ ਗਈਆਂ ਲੜਾਈਆਂ ਦੇ ਵਿੱਚ, ਹਾਂਜੀ, ਵੈਰੀ ਇੰਪੋਰਟੈਂਟ, ਪਾਣੀਪਤ ਦੀ ਪਹਿਲੀ ਲੜਾਈ। ਠੀਕ ਹੈ ਜੀ, ਇਹ ਲੜਾਈ ਇਬਰਾਹਿਮ ਲੋਧੀ ਦੇ ਨਾਲ ਹੋਈ ਸੀ ਤੇ ਇਸ ਲੜਾਈ ਦੇ ਵਿੱਚ ਇਬਰਾਹਿਮ ਲੋਧੀ ਹਾਰ ਗਿਆ ਸੀਗਾ ਤੇ ਬਾਬਰ ਦੀ ਜਿੱਤ ਹੋਈ ਤੇ ਇਸ ਲੜਾਈ ਦੇ ਨਾਲ ਹੀ ਉਸਨੇ ਭਾਰਤ ਦੇ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ। ਤੇ ਇਹ ਲੜਾਈ ਹੋਈ ਸੀਗੀ ਪਾਣੀਪਤ ਦੇ ਵਿੱਚ। ਇਹਨੂੰ ਪਾਣੀਪਤ ਦੀ ਪਹਿਲੀ ਲੜਾਈ ਕਹਿੰਦੇ ਆ। 21 ਅਪ੍ਰੈਲ 1526 ਦੇ ਵਿੱਚ, ਐਗਜ਼ੈਕਟ ਡੇਟ ਯਾਦ ਰੱਖਣੀ ਹੈ, 21 ਅਪ੍ਰੈਲ 1526। ਇਸ ਯੁੱਧ ਦੇ ਵਿੱਚ ਬਾਬਰ ਨੇ ਤੁਗਲਮਾ ਜਿਹੜੀ ਯੁੱਧ ਪ੍ਰਣਾਲੀ ਆ ਉਹਨੂੰ ਅਪਣਾਇਆ ਸੀ। ਠੀਕ ਹੈ ਜੀ, ਜਿਹੜੇ ਤੁਰਕ ਲੋਕ ਸੀਗੇ ਉਹ ਇਹ ਤੁਗਲਮਾ ਯੁੱਧ ਪ੍ਰਣਾਲੀ ਨੂੰ ਅਪਣਾ ਰਹੇ ਸੀ। ਇਸ ਤੋਂ ਪਹਿਲਾਂ ਮੰਗੋਲੀਆ ਜਿਹੜੇ ਲੋਕ ਹੈ ਉਹ ਅਪਣਾਉਂਦੇ ਸੀ ਤੇ ਇੱਕ ਬੜੀ ਵਧੀਆ ਇਹ ਯੁੱਧ ਕਰਨ ਦੀ ਰਣਨੀਤੀ ਸੀ ਤੇ ਦੁਸ਼ਮਣ ਨੂੰ ਚਾਰੋਂ ਪਾਸੋਂ ਘੇਰ ਲਿਆ ਜਾਂਦਾ ਸੀ। ਤੇ ਇਸੇ ਯੁੱਧ ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਉਸ ਤੋਪਖਾਨੇ ਤੇ ਬੰਦੂਕਾਂ ਦੀ ਜਿਹੜੀ ਵਰਤੋਂ ਹੋਈ ਸੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ ਤੇ ਧਿਆਨ 'ਚ ਰੱਖਣਾ। ਸਵਾਲ ਪੁੱਛਿਆ ਜਾਏਗਾ ਤੁਗਲਮਾ ਦੇ ਯੁੱਧ ਦੀ ਜਿਹੜੀ ਪੱਧਤੀ ਹੈ ਉਹ ਭਾਰਤ ਵਿੱਚ ਕਿਸ ਨੇ ਪਹਿਲੀ ਵਾਰ ਅਪਣਾਈ? ਬਾਬਰ ਨੇ। ਇਹ ਪੱਧਤੀ ਕਿਹਦੇ ਨਾਲ ਸੰਬੰਧਿਤ ਹੈ? ਮੰਗੋਲੀਆ, ਮੱਧ ਏਸ਼ੀਆ ਦੇ ਲੋਕਾਂ ਨਾਲ ਸੰਬੰਧਿਤ ਹੈ। ਤੋਪਾਂ ਤੇ ਬੰਦੂਕਾਂ ਦੀ ਜਿਹੜੀ ਵਰਤੋਂ ਹੈ ਉਹ ਕਿਹੜੇ ਯੁੱਧ ਵਿੱਚ ਹੋਈ? ਪਾਣੀਪਤ ਦੇ ਪਹਿਲੇ ਯੁੱਧ ਵਿੱਚ ਹੋਈ। ਹਾਂਜੀ, ਉਸਤਾਦ ਅਲੀ ਕੁਲੀ ਤੇ ਮੁਸਤਫਾ ਦੋਨੋਂ ਬਾਬਰ ਦੇ ਜਿਹੜੇ ਤੋਪਚੀ ਸਨ। ਠੀਕ ਹੈ, ਜਿਹੜੇ ਤੋਪਾਂ ਚਲਾਉਣ ਵਾਲੇ ਸੀਗੇ, ਉਸਤਾਦ ਅਲੀ ਕੁਲੀ ਤੇ ਮੁਸਤਫਾ। ਠੀਕ ਹੈ ਜੀ, ਧਿਆਨ 'ਚ ਰੱਖ ਲੈਣੇ ਨਾਮ ਦੋਨੋਂ। ਹਾਂਜੀ, ਉਸ ਤੋਂ ਬਾਅਦ ਪਹਿਲੀ ਲੜਾਈ ਤੋਂ ਬਾਅਦ ਅਗਲੀ ਲੜਾਈ ਚੱਲਦੀ ਹੈ ਜੀ ਖਾਨਵਾਰ ਦੀ ਲੜਾਈ, ਜਿਹੜੀ ਕਿ 16 ਮਾਰਚ 1527 ਨੂੰ ਲੜੀ ਗਈ। ਇਹ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਤੇ ਬਾਬਰ ਦੇ ਵਿਚਕਾਰ ਹੋਈ, ਜਿਹਦੇ ਵਿੱਚ ਬਾਬਰ ਜਿੱਤ ਗਿਆ ਤੇ ਰਾਣਾ ਸਾਂਗਾ ਦੀ ਹਾਰ ਹੋਈ। ਲੜਾਈ ਜਿੱਤਣ ਤੋਂ ਬਾਅਦ ਬਾਬਰ ਨੂੰ ਗਾਜੀ ਦਾ ਖਿਤਾਬ ਮਿਲਿਆ। ਸਵਾਲ ਇਹ ਪੁੱਛਿਆ ਜਾਏਗਾ ਗਾਜੀ ਦਾ ਖਿਤਾਬ ਕਿਹੜੀ ਲੜਾਈ ਜਿੱਤਣ ਤੋਂ ਬਾਅਦ ਮਿਲਿਆ? ਖਾਨਵਾਰ ਦੀ ਲੜਾਈ ਤੋਂ ਬਾਅਦ। ਤੇ ਲੜਾਈ ਕਦੋਂ ਹੋਈ ਸੀ? 16 ਮਾਰਚ 1527 ਦੇ ਵਿੱਚ। ਰਾਣਾ ਸਾਂਗਾ ਕਿੱਥੋਂ ਦਾ ਸ਼ਾਸਕ ਸੀਗਾ? ਮੇਵਾੜ ਦਾ ਸ਼ਾਸਕ ਸੀਗਾ। ਠੀਕ ਹੈ ਜੀ, ਇਸ ਤਰ੍ਹਾਂ ਬਹੁਤ ਸਾਰੇ ਸਵਾਲ ਹੈ ਇਹਦੇ ਵਿੱਚੋਂ ਬਣ ਜਾਣਗੇ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ। ਅੱਗੇ ਹੈ ਜੀ ਚੰਦੇਰੀ ਦੀ ਲੜਾਈ।
ਠੀਕ ਹੈ ਜੀ। ਇਹ ਮੇਦਨੀ ਰਾਏ ਤੇ ਬਾਬਰ ਦੇ ਵਿਚਕਾਰ ਹੋਈ ਸੀ, ਠੀਕ ਹੈ ਜੀ। ਜਿਹੜਾ ਮੇਦਨੀ ਰਾਏ ਹੈ ਉਹ ਰਾਜਪੂਤ ਸੀ, ਧਿਆਨ ਰੱਖਿਓ, ਠੀਕ ਹੈ। ਤੇ ਇਹ ਇਸ ਦੇ ਵਿੱਚ ਮੇਦਨੀ ਰਾਏ ਦੀ ਹਾਰ ਹੋਈ ਤੇ ਬਾਬਰ ਦੀ ਜਿੱਤ ਹੋਈ ਤੇ ਇਸ ਯੁੱਧ ਤੋਂ ਬਾਅਦ ਜਿਹਾਦ ਦਾ ਐਲਾਨ ਕਰਤਾ ਸੀਗਾ, ਠੀਕ ਹੈ ਜੀ। ਇਹ ਧਿਆਨ 'ਚ ਰੱਖਣਾ। 29 ਜਨਵਰੀ 1528 ਨੂੰ ਇਹ ਚੰਦੇਰੀ ਦੀ ਲੜਾਈ ਹੋਈ ਸੀ। 29 ਜਨਵਰੀ 1528, ਇਹ ਡੇਟ ਧਿਆਨ 'ਚ ਰੱਖਣੀ ਹੈ। ਘਾਗਰਾ ਦੀ ਲੜਾਈ 6 ਅਪ੍ਰੈਲ 1529 ਨੂੰ ਹੋਈ ਸੀ ਤੇ ਇਹ ਬਿਹਾਰ ਦੇ ਕੰਢੇ ਘਾਗਰਾ ਨਦੀ ਹੈ, ਘਾਗਰਾ ਨਦੀ ਦੇ ਕੰਢੇ ਹੋਈ ਸੀ, ਇਸ ਕਰਕੇ ਘਾਗਰਾ ਦੀ ਲੜਾਈ ਕਹਿੰਦੇ, ਘਾਗਰਾ ਬਿਹਾਰ। ਇਸ ਲੜਾਈ ਦੇ ਵਿੱਚ ਅਫਗਾਨ ਮਹਿਮੂਦ ਲੋਧੀ ਨੂੰ ਹਰਾਇਆ ਸੀ ਬਾਬਰ ਨੇ ਤੇ ਇਹ ਬਾਬਰ ਦੀ ਆਖਰੀ ਲੜਾਈ ਸੀ। ਸਵਾਲ ਪੁੱਛਿਆ ਜਾਏਗਾ ਬਾਬਰ ਦੀ ਆਖਰੀ ਲੜਾਈ ਕਿਹੜੀ ਸੀ, ਤਾਂ ਘਾਗਰਾ ਦੀ ਲੜਾਈ ਸੀ, 6 ਅਪ੍ਰੈਲ 1929 ਨੂੰ ਹੋਈ ਸੀ ਤੇ ਇਹ ਬਿਹਾਰ ਦੇ ਵਿੱਚ ਘਾਗਰਾ ਨਦੀ ਦੇ ਕੰਢੇ ਤੇ ਜਿਹੜਾ ਅਫਗਾਨ ਸ਼ਾਸਕ ਮਹਿਮੂਦ ਲੋਧੀ ਨੂੰ ਜਿਹੜਾ ਹੈ ਬਾਬਰ ਨੇ ਹਰਾਇਆ ਸੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੇ। ਕਿਸ ਯੁੱਧ ਦੇ ਵਿੱਚ ਬਾਬਰ ਨੇ ਜਿਹਾਦ ਦਾ ਐਲਾਨ ਕੀਤਾ? ਤਮਗਾ ਟੈਕਸ ਨੂੰ ਖਤਮ ਕੀਤਾ, ਜੰਗ ਜਿੱਤਣ ਤੋਂ ਬਾਅਦ ਗਾਜੀ ਦਾ ਖਿਤਾਬ ਧਾਰਨ ਕੀਤਾ, ਠੀਕ ਹੈ ਜੀ। ਹੁਣ ਇਹ ਜਿਹੜੇ ਸਵਾਲਾਂ ਦੇ ਅਲੱਗ ਉੱਤਰ ਬਣਨਗੇ। ਜਿਹਾਦ ਤੇ ਤਮਗਾ, ਠੀਕ ਹੈ ਜੀ, ਇਹ ਤਾਂ ਚੰਦੇਰੀ ਦੀ ਲੜਾਈ ਨਾਲ ਸੰਬੰਧਿਤ ਹੈ, ਧਿਆਨ 'ਚ ਰੱਖ ਲੈਣਾ, ਠੀਕ ਹੈ। ਇਹਦੇ ਵਿੱਚ ਆਪਸ਼ਨਾਂ ਸੀਗੀਆਂ ਸਵਾਲ ਦੇ ਵਿੱਚ, ਠੀਕ ਹੈ। ਪਹਿਲੀ ਆਪਸ਼ਨ ਜਿਵੇਂ A B ਆਪਾਂ ਸਾਂਝੇ ਆਨਸਰ ਦੇਣੇ ਇਹਦੇ ਵਿੱਚ। ਦੂਸਰੀ ਆਪਸ਼ਨ ਸੀ ਇਸ ਤਰ੍ਹਾਂ, ਜਿਹੜਾ ਗਾਜੀ ਦਾ ਖਿਤਾਬ ਹੈ ਜਿਹੜਾ ਉਹਨੇ ਉਹ ਖਾਨਵਾ ਦੀ ਲੜਾਈ ਤੋਂ ਬਾਅਦ, ਇਹਦਾ ਆਨਸਰ ਬਣਨਾ ਸੀ B ਤੇ C, ਠੀਕ ਹੈ ਜੀ। ਇਹ ਧਿਆਨ 'ਚ ਰੱਖ ਲੈਣਾ, ਇਹ ਤੁਸੀਂ ਧਿਆਨ 'ਚ ਰੱਖਣਾ ਹੈ, ਇੰਪੋਰਟੈਂਟ ਹੈ ਸਾਰੇ ਫੈਕਟ। ਨਿਮਨ ਲਿਖਤ ਨੂੰ ਕਾਲ ਕ੍ਰਮ ਦੇ ਵਿੱਚ ਸਜਾਉਣਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਪਾਣੀਪਤ ਦੀ ਲੜਾਈ ਹੋਈ ਸੀ 1526 ਦੇ ਵਿੱਚ, ਠੀਕ ਹੈ ਜੀ। ਫਿਰ ਖਾਨਵਾ ਦੀ ਲੜਾਈ ਹੋਈ ਸੀ 1527 ਦੇ ਵਿੱਚ, ਠੀਕ ਹੈ। ਫਿਰ ਚੰਦੇਰੀ ਦੀ ਲੜਾਈ ਹੋਈ ਸੀਗੀ 1528 ਦੇ ਵਿੱਚ ਤੇ ਆਖਰੀ ਲੜਾਈ ਉਹਨੇ ਘਾਗਰ ਦੀ ਲੜੀ ਸੀ 1529 ਦੇ ਵਿੱਚ, ਠੀਕ ਹੈ ਜੀ। ਤੇ ਇਹਨੂੰ ਕਾਲਕ੍ਰਮ ਦੇ ਵਿੱਚ ਆਪਾਂ ਸਜਾ ਲਾਂਗੇ, ਠੀਕ ਹੈ ਜੀ। ਇਹ ਤੁਸੀਂ ਦੇਖ ਲੈਣਾ। ਬਾਬਰ ਨੇ ਰਾਣਾ ਸਾਂਗਾ ਨੂੰ ਕਿਸ ਲੜਾਈ ਦੇ ਵਿੱਚ ਹਰਾਇਆ ਸੀ? ਬਾਬਰ ਨੇ ਰਾਣਾ ਸਾਂਗਾ ਨੂੰ ਖਾਨਵਾ ਦੀ ਲੜਾਈ ਵਿੱਚ ਹਰਾਇਆ ਸੀ, ਜਿਹੜੀ ਹੋਈ ਸੀ 1527 ਦੇ ਵਿੱਚ, ਠੀਕ ਹੈ ਜੀ, ਮਾਰਚ 1527। ਤੇ ਪਾਣੀਪਤ ਦੀ 21 ਅਪ੍ਰੈਲ ਨੂੰ ਹੋਈ ਸੀ, ਅੱਜ ਰੱਖ ਲੈਣਾ ਹੈ, 21 ਅਪ੍ਰੈਲ 1526 ਵਿੱਚ ਹੋਈ ਸੀ, ਠੀਕ ਹੈ ਜੀ। ਤੇ ਜਿਹੜੀ ਚੰਦੇਰੀ ਦੀ ਲੜਾਈ ਹੈ ਇਹ ਜਨਵਰੀ ਦੇ ਵਿੱਚ ਹੋਈ ਸੀ, ਠੀਕ ਹੈ, ਜਨਵਰੀ 1528 ਵਿੱਚ ਹੋਈ ਸੀ। ਇਹ ਤੁਸੀਂ ਧਿਆਨ 'ਚ ਰੱਖਣੇ ਸਾਰੇ। ਹਾਂਜੀ, ਅਸਰਸ਼ਨ ਕੀ ਹੈ? ਬਾਬਰ ਵੌਨ ਦੀ ਫਸਟ ਬੈਟਲ ਆਫ ਪਾਣੀਪਤ, ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਜਿੱਤੀ, ਬਿਲਕੁਲ ਰਾਈਟ। ਬਾਬਰ ਵਾਸ ਦੀ ਫਸਟ ਟੂ ਇੰਟਰੋਡਿਊਸ ਦੀ ਯੂਜ਼ ਆਫ ਕੈਨਨਸ ਇਨ ਇੰਡੀਆ, ਕਹਿੰਦੇ ਭਾਰਤ ਦੇ ਵਿੱਚ ਤੋਪਾਂ ਦੀ ਵਰਤੋਂ ਨੂੰ ਇੰਟਰੋਡਿਊਸ ਕਰਨ ਵਾਲਾ ਬਾਬਰ ਪਹਿਲਾ ਸੀ, ਇਹ ਵੀ ਬਿਲਕੁਲ ਰਾਈਟ ਹੈ। ਹੁਣ ਕੀ ਇਹ ਅਸਰਸ਼ਨ ਨੂੰ ਰਾਈਟ ਕਰਦਾ ਹੈ? ਯੂਜ਼ ਤਾਂ ਕੈਨਨ ਤੋਪਾਂ ਦੀ ਵਰਤੋਂ ਕੀਤੀ ਸੀ, ਕੀ ਇਹ ਤੋਪਾਂ ਦੀ ਵਰਤੋਂ ਦੇ ਨਾਲ ਹੀ ਪਾਣੀਪਤ ਦੀ ਪਹਿਲੀ ਲੜਾਈ ਜਿੱਤਿਆ ਸੀਗਾ? ਨਹੀਂ, ਠੀਕ ਹੈ। A and R ਆਰ ਟਰੂ ਬਟ R, ਹਾਂਜੀ, R ਇਜ਼ ਦੀ ਕਰੈਕਟ ਐਕਸਪਲੇਨੇਸ਼ਨ ਆਫ A। ਇਹ ਤੋਪਾਂ ਦੀ ਵਰਤੋਂ ਕਰਕੇ ਹੀ ਉਹਨੇ ਇਹ ਜਿਹੜਾ ਯੁੱਧ ਹੈ ਉਹ ਜਿੱਤ ਲਿਆ ਸੀ, ਠੀਕ ਹੈ ਜੀ, ਧਿਆਨ ਰੱਖਣਾ। ਇਹ ਪਾਣੀਪਤ ਦੀ ਪਹਿਲੀ ਲੜਾਈ ਲੜੀ ਗਈ, ਠੀਕ ਹੈ ਜੀ, ਇਹ 1526 ਦੇ ਵਿੱਚ ਲੜੀ ਗਈ ਸੀ ਤੇ 21 ਅਪ੍ਰੈਲ ਨੂੰ ਲੜੀ ਗਈ ਸੀ, ਇਹ ਧਿਆਨ 'ਚ ਰੱਖਣਾ। ਦੀ ਬੈਟਲ ਬਿਟਵੀਨ ਬਾਬਰ ਐਂਡ ਰਾਣਾ ਸਾਂਗਾ ਵਾਸ ਫਾਊਟ, ਬਾਬਰ ਤੇ ਰਾਣਾ ਸਾਂਗਾ ਦੇ ਵਿਚਕਾਰ ਲੜਾਈ ਜਿਹੜੀ ਉਹ ਸੀ ਖਾਨਵਾ ਦੀ ਲੜਾਈ ਸੀ, 15 ਮਾਰਚ ਨੂੰ ਹੋਈ ਸੀ, ਠੀਕ ਹੈ ਜੀ, ਤੇ 1527 ਨੂੰ ਹੋਈ ਸੀ, ਇਹ ਧਿਆਨ 'ਚ ਰੱਖ ਲੈਣਾ। ਨੇਮ ਦੀ ਰਾਜਪੂਤ ਜਨਰਲ ਹੂ ਬਰੇਵਲੀ ਫੌਟ ਦੀ ਬੈਟਲ ਆਫ ਖਾਨਵਾ ਬਿਫੋਰ ਲੋਸਿੰਗ ਟੂ ਬਾਬਰ, ਉਸ ਰਾਜਪੂਤ ਜਨਰਲ ਦਾ ਨਾਮ ਦੱਸਣਾ ਜਿਸ ਨੇ ਬਾਬਰ ਨੂੰ ਹਾਰਨ ਤੋਂ ਪਹਿਲਾਂ ਬੜੀ ਬਹਾਦਰੀ ਦੇ ਨਾਲ ਖਾਨਵਾ ਦੀ ਲੜਾਈ ਲੜੀ ਸੀ, ਉਹ ਸੀ ਰਾਣਾ ਸਾਂਗਾ। ਇਨ ਦੀ ਬੈਟਲ ਆਫ ਪਾਣੀਪਤ ਬਾਬਰ ਫੇਸਡ ਦੀ ਆਰਮੀਜ਼ ਆਫ, ਬਾਬਰ ਨੇ ਕਿਸ ਦੀਆਂ ਫੌਜਾਂ ਦਾ ਸਾਹਮਣਾ ਕੀਤਾ ਸੀ? ਉਹ ਸੀ ਇਬਰਾਹਿਮ ਲੋਧੀ, ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹਾਂਜੀ, ਕੁਝ ਹੋਰ ਬਾਬਰ ਦੇ ਨਾਲ ਸੰਬੰਧਿਤ ਇੰਪੋਰਟੈਂਟ ਫੈਕਟ। ਬਾਬਰ ਦੀ ਜਿਹੜੀ ਸਵੈ ਜੀਵਨੀ ਹੈ ਜਿਹਨੂੰ ਆਪਾਂ ਆਤਮ ਕਥਾ ਕਹਿੰਦੇ ਆ, ਉਹ ਹੈ ਤੁਝਕੇ ਬਾਬਰੀ, ਇਹ ਤੁਰਕੀ ਭਾਸ਼ਾ 'ਚ ਲਿਖਦਾ ਸੀ। ਜਦੋਂ ਵੀ ਕੋਈ ਆਉਂਦਾ ਹੈ ਤਾਂ ਸਾਰੇ ਫਾਰਸੀ ਭਾਸ਼ਾ 'ਚ ਟਿਕ ਕਰ ਜਾਂਦੇ ਆ, ਉਹ ਇਹਨਾਂ ਦੀ ਦਰਬਾਰੀ ਭਾਸ਼ਾ ਸੀਗੀ, ਤੇ ਪਰ ਜਿਹੜਾ ਬਾਬਰ ਹੈ ਉਹ ਤੁਰਕੀ ਭਾਸ਼ਾ ਦੇ ਵਿੱਚ ਲਿਖਦਾ ਸੀ, ਠੀਕ ਹੈ ਜੀ। ਇਸ ਦਾ ਫਾਰਸੀ ਭਾਸ਼ਾ 'ਚ ਅਨੁਵਾਦ ਹੈ ਜਿਹੜਾ ਅਬਦੁਲ ਰਹੀਮ ਖਾਨਾ ਏ ਖਾਨਾ ਨੇ ਕੀਤਾ ਸੀ। ਜਿਹੜਾ ਖਾਨਾ ਏ ਖਾਨਾ ਹੈ ਇਹ ਜਿਹੜਾ ਬੈਰਮ ਖਾਨ ਸੀਗਾ ਉਹਨੂੰ ਖਿਤਾਬ ਦਿੱਤਾ ਸੀਗਾ ਅਕਬਰ ਨੇ, ਠੀਕ ਹੈ ਜੀ, ਬੈਰਮ ਖਾਨ ਨੂੰ ਖਿਤਾਬ ਦਿੱਤਾ ਸੀ ਖਾਨਾ ਏ ਖਾਨਾ, ਉਹਦਾ ਮੁੰਡਾ ਸੀਗਾ ਇਹ ਅਬਦੁਲ ਰਹੀਮ ਖਾਨ ਏ ਖਾਨਾ, ਠੀਕ ਹੈ। ਤੁਸੀਂ ਹਿੰਦੀ ਦੇ ਵਿੱਚ ਰਹੀਮ ਇੱਕ ਕਵੀ ਪੜ੍ਹਦੇ ਹੋ ਤਾਂ ਉਹ ਉਹੀ ਰਹੀਮ ਹੈ ਇਹ, ਠੀਕ ਹੈ ਜੀ, ਧਿਆਨ ਰੱਖ ਲੈਣਾ। ਹਿੰਦੀ ਦਾ ਬਹੁਤ ਪ੍ਰਸਿੱਧ ਕਵੀ ਹੈ ਇਹ ਅਬਦੁਲ ਰਹੀਮ ਖਾਨ ਏ ਖਾਨਾ। ਬਾਬਰਨਾਮਾ ਦੀ ਰਚਨਾ ਹੈ ਉਹ ਵੀ ਬਾਬਰ ਨੇ ਕੀਤੀ ਸੀ, ਠੀਕ ਹੈ ਜੀ, ਤੁਝਕੇ ਬਾਬਰੀ ਤੇ ਬਾਬਰਨਾਮਾ। ਬਾਬਰ ਨੇ ਮੋਬਾਈਲ ਕਾਵਿ ਸ਼ੈਲੀ ਦਾ ਪ੍ਰਯੋਗ ਕੀਤਾ ਸੀ, ਠੀਕ ਹੈ ਜੀ, ਇਹ ਸ਼ੈਲੀ ਹੈ ਜਦੋਂ ਵੀ ਕੋਈ ਆਪਾਂ ਕਾਵਿ ਲਿਖਦੇ ਹਾਂ ਉਹਦੀ ਇੱਕ ਸ਼ੈਲੀ ਸੀਗੀ ਇਹ ਤੁਰਕੀ ਭਾਸ਼ਾ ਦੇ ਵਿੱਚ, ਮੋਬਾਈਲ ਕਾਵਿ ਸ਼ੈਲੀ। ਆਗਰਾ ਦੇ ਵਿੱਚ ਕਹਿੰਦੇ ਜਿਓਮੈਟ੍ਰਿਕ ਵਿਧੀ ਨਾਲ ਉਸਨੇ ਆਰਾਮ ਬਾਗ ਬਣਾਇਆ, ਠੀਕ ਹੈ, ਆਰਾਮ ਬਾਗ ਜਿੱਥੇ ਜਦੋਂ ਕੋਈ ਬੰਦਾ ਮਰ ਜਾਂਦਾ ਤਾਂ ਉੱਥੇ ਉਹਨੂੰ ਦਫਨਾਇਆ ਜਾਂਦਾ ਜਾਂ ਉਹਦਾ ਸੰਸਕਾਰ ਕੀਤਾ ਜਾਂਦਾ, ਉਹਨੂੰ ਕਹਿੰਦੇ ਆਰਾਮ ਬਾਗ, ਠੀਕ ਹੈ। ਆਗਰਾ ਦੇ ਵਿੱਚ ਬਣਾਇਆ ਸੀ ਜਿਓਮੈਟ੍ਰਿਕ ਵਿਧੀ ਦੇ ਨਾਲ, ਠੀਕ ਹੈ। ਤੇ ਨੂਰ ਅਫਗਾਨ ਨਾਂ ਰੱਖਿਆ ਗਿਆ ਸੀ ਉਹਦਾ, ਇਹ ਧਿਆਨ 'ਚ ਰੱਖਣਾ ਬਾਗ ਦਾ, ਠੀਕ ਹੈ ਜੀ, ਨੂਰ ਅਫਗਾਨ ਨਾਮ। ਬਾਬਰ ਦੀ ਮੌਤ ਹੈ ਜਿਹੜੀ ਉਹ 26 ਦਸੰਬਰ 1530 ਨੂੰ ਆਗਰੇ ਦੇ ਵਿੱਚ ਹੋਈ, ਧਿਆਨ ਰੱਖਣਾ ਕਿੱਥੇ ਹੋਈ? ਆਗਰੇ 'ਚ। ਫਿਰ ਉਸ ਨੂੰ ਆਗਰੇ ਦੇ ਹੀ ਆਰਾਮ ਬਾਗ ਦੇ ਵਿੱਚ ਦਫਨਾ ਦਿੱਤਾ ਗਿਆ, ਪਰ ਬਾਅਦ ਵਿੱਚ ਉਹਦੀ ਇੱਛਾ ਸੀਗੀ ਉਹਨੂੰ ਕਾਬਲ ਦੇ ਵਿੱਚ ਦਫਨਾਉਣ ਦੀ, ਬਾਅਦ ਵਿੱਚ ਉਹਨੂੰ ਕਾਬਲ ਦੇ ਵਿੱਚ ਪੁਨਰ ਦਫਨਾਇਆ ਗਿਆ ਬਾਗ-ਏ ਬਾਬਰ ਦੇ ਵਿੱਚ, ਠੀਕ ਹੈ। ਪਹਿਲਾਂ ਨੂਰ ਅਫਗਾਨਾ ਦੇ ਆਗਰਾ ਦੇ ਬਾਗ ਵਿੱਚ ਉਹਨੂੰ ਦਫਨਾਇਆ ਗਿਆ, ਠੀਕ ਹੈ ਜੀ, ਜਿਸ ਨੂੰ ਆਰਾਮ ਬਾਗ ਆਪਾਂ ਕਹਿੰਦੇ ਹਾਂ। ਬਾਅਦ ਵਿੱਚ ਉਸ ਨੂੰ ਬਾਗ-ਏ ਬਾਬਰ ਕਾਬਲ ਦੇ ਵਿੱਚ ਉਹਦੀ ਇੱਛਾ ਦੇ ਅਨੁਸਾਰ ਦਫਨਾਇਆ ਗਿਆ। ਮਰਨ ਤੋਂ ਪਹਿਲਾਂ ਬਾਬਰ ਹਿਮਾਂਜੂ ਨੂੰ ਆਪਣਾ ਉੱਤਰਾਧਿਕਾਰੀ ਜਿਹੜਾ ਉਹ ਘੋਸ਼ਿਤ ਕਰ ਗਿਆ। ਬਾਬਰ ਆਪਣੀ ਉਦਾਰਤਾ ਦੇ ਕਾਰਨ ਕਲੰਦਰ ਦੇ ਨਾਮ ਦੇ ਨਾਲ ਜਿਹੜਾ ਉਹ ਜਾਣਿਆ ਜਾਂਦਾ ਹੈ, ਠੀਕ ਹੈ ਜੀ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖ ਲੈਣੇ। ਬਾਬਰ ਦੇ ਹਮਲੇ ਸਮੇਂ ਵਿਜੇਨਗਰ ਸਾਮਰਾਜ ਦਾ ਸ਼ਾਸਕ ਕੌਣ ਸੀ? ਵੈਰੀ ਵੈਰੀ ਇੰਪੋਰਟੈਂਟ ਹੈ, ਠੀਕ ਹੈ ਜੀ, ਕ੍ਰਿਸ਼ਨ ਦੇਵ ਰਾਏ, ਇਹ ਧਿਆਨ 'ਚ ਰੱਖ ਲੈਣਾ। ਬਾਬਰ ਨੂੰ ਕਿੱਥੇ ਦਫਨਾਇਆ ਗਿਆ? ਠੀਕ ਹੈ ਜੀ, ਇਹ ਨਹੀਂ ਕਿਹਾ ਗਿਆ ਵੀ ਉਹਦੀ ਇੱਛਾ ਅਨੁਸਾਰ ਕਿੱਥੇ ਦਫਨਾਇਆ ਗਿਆ, ਇਹਨੂੰ ਆਗਰੇ ਦੇ ਵਿੱਚ ਦਫਨਾਇਆ ਸੀ ਆਰਾਮ ਬਾਗ ਦੇ ਵਿੱਚ।
ਬਾਬਰਨਾਮਾ ਵਾਜ਼ ਰਿਟਨ ਬਾਈ, ਬਾਬਰਨਾਮਾ ਬਾਬਰ ਨੇ ਲਿਖੀ ਹੈ, ਠੀਕ ਹੈ ਜੀ, ਧਿਆਨ 'ਚ ਰੱਖਣਾ। ਅਕਬਰਨਾਮਾ, ਅਕਬਰ ਅਨਪੜ੍ਹ ਸੀ ਤੇ ਉਹਦੀਆਂ ਕਵਿਤਾਵਾਂ ਕੌਣ ਲਿਖਦਾ ਸੀ ਉਹਦੇ ਬਾਰੇ, ਜਿੰਨੀ ਬਾਰੀ ਅਬੁਲ ਫਜ਼ਲ, ਠੀਕ ਹੈ ਜੀ, ਧਿਆਨ 'ਚ ਰੱਖਣਾ। ਇਤਿਹਾਸਕਾਰਾਂ ਦਾ ਮੰਨਣਾ ਵੀ ਅਕਬਰ ਅਨਪੜ੍ਹ ਸੀਗਾ, ਠੀਕ ਹੈ ਜੀ। ਵੇਅਰ ਡਿਡ ਬਾਬਰ ਡਾਈ, ਬਾਬਰ ਦੀ ਮੌਤ ਕਿੱਥੇ ਹੋਈ, ਠੀਕ ਹੈ ਜੀ, ਆਗਰੇ ਦੇ ਵਿੱਚ ਮਰਿਆ ਸੀ ਜੀ ਇਹ, ਤੇ ਆਗਰੇ ਦੇ ਵਿੱਚ ਹੀ ਰਾਮ ਬਾਗ 'ਚ ਦਫਨਾ ਦਿੱਤਾ ਗਿਆ, ਬਾਅਦ ਵਿੱਚ ਇਸ ਨੂੰ ਕਾਬਲ ਪੁਨਰ ਦਫਨਾਇਆ ਗਿਆ। ਦੀ ਡੈਡ ਬੋਡੀ ਆਫ ਬਾਬਰ ਬਾਈ ਹਿਜ਼ ਓਨ ਚੋਇਸ, ਉਸ ਦੀ ਇੱਛਾ ਦੇ ਮੁਤਾਬਿਕ ਬਾਬਰ ਦੀ ਡੈਡ ਬੋਡੀ ਨੂੰ ਕਿੱਥੇ ਦਫਨਾਇਆ ਗਿਆ, ਠੀਕ ਹੈ ਜੀ, ਇਹਨੂੰ ਕਾਬਲ ਦੇ ਵਿੱਚ ਦਫਨਾਇਆ ਗਿਆ ਸੀ, ਠੀਕ ਹੈ ਜੀ। ਮਰਿਆ ਆਗਰੇ ਦੇ ਵਿੱਚ ਸੀ, ਫਰਗਨਾ ਦਾ ਉਹ ਸ਼ਾਸਕ ਸੀਗਾ, ਠੀਕ ਹੈ ਜੀ, ਤੇ ਕਾਬਲ ਦੇ ਵਿੱਚ ਉਸ ਨੂੰ ਦਫਨਾਇਆ ਗਿਆ ਸੀ। ਬਾਬਰ ਨੇ ਕਿਸ ਨੂੰ ਮੁਗਲ ਗੱਦੀ ਤੇ ਬਿਠਾਇਆ, ਉਸਨੇ ਆਪਣੇ ਪੁੱਤਰ ਹਿਮਾਂਜੂ ਨੂੰ ਬਿਠਾਇਆ। ਹਾਂਜੀ, ਅਗਲਾ ਜਿਹੜਾ ਟੋਪਿਕ ਹੈ ਉਹ ਆਪਣਾ ਹਿਮਾਂਜੂ ਹੈ। 1530 ਤੋਂ ਲੈ ਕੇ 1556 ਤੱਕ ਇਹਦਾ ਸ਼ਾਸਨਕਾਲ ਹੈ, ਠੀਕ ਹੈ, ਦੋ ਹਿੱਸਿਆਂ ਦੇ ਵਿੱਚ ਇਹਨੂੰ ਸ਼ਾਸਨਕਾਲ ਨੂੰ ਵੰਡਿਆ ਜਾਂਦਾ ਹੈ। ਬਾਬਰ ਦੇ ਵੱਡੇ ਪੁੱਤਰ ਹਿਮਾਂਜੂ ਦਾ ਜਿਹੜਾ ਜਨਮ ਹੈ 1508 ਦੇ ਵਿੱਚ ਕਾਬੁਲ ਦੇ ਵਿੱਚ ਹੋਇਆ। ਉਸ ਦੀ ਮਾਤਾ ਦਾ ਜਿਹੜਾ ਨਾਮ ਸੀਗਾ ਉਹ ਮਹਿਮ ਸੁਲਤਾਨਾ ਸੀ, ਠੀਕ ਹੈ। 23 ਸਾਲ ਦੀ ਉਮਰ ਦੇ ਵਿੱਚ 30 ਦਸੰਬਰ 1530 ਨੂੰ ਆਗਰਾ ਦੀ ਗੱਦੀ ਸੰਭਾਲੀ ਉਹਨੇ, ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹਿਮਾਂਜੂ ਦੁਆਰਾ ਲੜੀਆਂ ਗਈਆਂ ਲੜਾਈਆਂ, ਇਹ ਵੈਰੀ ਇੰਪੋਰਟੈਂਟ ਹੈ ਸਾਰੀਆਂ ਲੜਾਈਆਂ। ਸਭ ਤੋਂ ਪਹਿਲਾਂ ਕਲਿੰਜਰ ਤੇ ਹਮਲਾ 1531 ਦੇ ਵਿੱਚ, ਠੀਕ ਹੈ। ਕਲਿੰਜਰ ਦਾ ਜਿਹੜਾ ਸ਼ਾਸਕ ਸੀ ਪ੍ਰਤਾਪ ਜਦਰਦੇਵ ਸੀਗਾ। ਹਿਮਾਂਜੂ ਨੇ ਪਹਿਲਾ ਹਮਲਾ ਜਿਹੜਾ ਸਭ ਤੋਂ ਪਹਿਲਾਂ ਜੇ ਆ ਜੇ ਕਿੱਥੇ ਕੀਤਾ ਸੀਗਾ ਤਾਂ 1531 ਦੇ ਵਿੱਚ ਕਲਿੰਜਰ ਤੇ ਹਮਲਾ ਕੀਤਾ ਸੀ, ਪਰ ਇਹ ਹਮਲੇ ਦੇ ਵਿੱਚ ਹਿਮਾਂਜੂ ਸਫਲ ਨਹੀਂ ਹੋ ਪਾਇਆਗਾ, ਠੀਕ ਹੈ ਜੀ, ਉਹ ਪ੍ਰਤਾਪ ਜਦਰਦੇਵ ਨੂੰ ਹਰਾ ਨਹੀਂ ਪਾਇਆ, ਠੀਕ ਹੈ, ਧਿਆਨ 'ਚ ਰੱਖ ਲੈਣਾ। ਦੂਸਰਾ ਜਿਹੜਾ ਹਮਲਾ ਹੈ ਉਹ ਦੋਰਾਹਾ ਦੀ ਲੜਾਈ ਹੈ, ਠੀਕ ਹੈ, ਕਈ ਵਾਰ ਚੁਨਾਰ ਦੀ ਲੜਾਈ ਵੀ ਕਹਿ ਦਿੰਦੇ ਨੇ। ਇਹ ਅਫਗਾਨ ਮਹਿਮੂਦ ਲੋਧੀ ਤੇ ਹਿਮਾਂਜੂ ਦੇ ਵਿਚਕਾਰ ਲੜੀ ਗਈ ਸੀ। ਜਿਹੜਾ ਮਹਿਮੂਦ ਲੋਧੀ ਹੈ ਇਹ ਉਹੀ ਮਹਿਮੂਦ ਅਫਗਾਨ ਹੈ ਲੋਧੀ ਜਿਹਦੇ ਨਾਲ ਬਾਬਰ ਨੇ ਆਪਣੀ ਅੰਤਮ ਜਿਹੜੀ ਲੜਾਈ ਹੈ 1529 ਦੇ ਵਿੱਚ ਘਾਗਰਾ, ਜਿਹਨੂੰ ਘਾਗਰਾ ਦੀ ਲੜਾਈ ਕਹਿੰਦੇ ਆ, ਲੜੀ ਹੈ, ਉਹੀ ਆਈ, ਠੀਕ ਹੈ। ਇਹਦੇ ਵਿੱਚ ਮਹਿਮੂਦ ਲੋਧੀ ਦੀ ਹਾਰ ਹੋਈ, ਇਹ ਧਿਆਨ 'ਚ ਰੱਖ ਲੈਣਾ। ਬਹਾਦਰ ਸ਼ਾਹ ਦੇ ਨਾਲ ਸੰਘਰਸ਼ 1535-36, ਇਹ 32 ਦੇ ਵਿੱਚ ਹੋਈ ਸੀ ਲੜਾਈ, ਧਿਆਨ 'ਚ ਰੱਖਣੀ ਹੈ। ਹਿਮਾਂਜੂ ਨੇ ਗੁਜਰਾਤ ਦੇ ਸ਼ਾਸਕ ਬਹਾਦਰ ਸ਼ਾਹ ਨੂੰ ਹਰਾ ਕੇ ਮੰਡੂ ਤੇ ਚੇਪਾਨੇਰ ਦਾ ਕਿਲਾ ਜਿੱਤ ਲਿਆ, ਠੀਕ ਹੈ ਜੀ। ਆਹ ਦੋਨੋਂ ਲੜਾਈਆਂ ਵੈਰੀ ਇੰਪੋਰਟੈਂਟ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ, ਠੀਕ ਹੈ ਜੀ। ਵੈਸੇ ਕਲਿੰਜਰ ਵੀ ਤੇ ਦੋਹਰਾ ਜਾਂ ਚੁਨਾਰ ਦੀ ਲੜਾਈ ਵੀ ਐਗਜ਼ਾਮ 'ਚ ਪੁੱਛੀਆਂ ਗਈਆਂ ਲੜਾਈਆਂ ਹੈ। ਚੌਸਾ ਦੀ ਲੜਾਈ ਹੈ ਜਿਹੜੀ ਉਹ 1539 ਦੇ ਵਿੱਚ ਹੋਈ ਹੈ, 28 ਜੂਨ ਨੂੰ, ਤੇ ਇਹਦੇ ਵਿੱਚ ਇਹ ਸ਼ੇਰ ਖਾਂ ਸੂਰੀ ਕਹਿ ਲਓ ਜਾਂ ਸ਼ੇਰ ਖਾਂ ਕਹਿ ਲਓ ਤੇ ਹਿਮਾਂਜੂ ਦੇ ਵਿਚਕਾਰ ਚੌਸਾ ਨਾਮਕ ਸਥਾਨ ਤੇ ਹੋਈ ਹੈ, ਇਸ ਕਰਕੇ ਇਹਨੂੰ ਚੌਸਾ ਦੀ ਲੜਾਈ ਕਿਹਾ ਜਾਂਦਾ ਹੈ। ਜਿਹੜਾ ਚੌਸਾ ਹੈ ਉਹ ਕਰਮਨਾਸ਼ ਨਦੀ ਤੇ ਸਥਿਤ ਹੈ, ਠੀਕ ਹੈ। ਇਸ ਦੇ ਵਿੱਚ ਹਿਮਾਂਜੂ ਦੀ ਹਾਰ ਹੋਈ ਤੇ ਜੰਗ ਜਿੱਤਣ ਤੋਂ ਬਾਅਦ ਸ਼ੇਰ ਖਾਂ ਨੂੰ ਸ਼ੇਰ ਸ਼ਾਹ ਦਾ ਖਿਤਾਬ ਮਿਲਿਆ, ਠੀਕ ਹੈ ਜੀ, ਸ਼ਾਹ ਦਾ ਖਿਤਾਬ ਮਿਲ ਗਿਆ। ਸ਼ੇਰ ਖਾਨ ਨੂੰ ਸ਼ੇਰ ਸ਼ਾਹ ਕਹਿ, ਪਹਿਲਾਂ ਸ਼ੇਰ ਖਾਨ ਬੁਲਾਉਂਦੇ ਸੀ, ਹੁਣ ਉਸ ਤੋਂ ਬਾਅਦ ਇਹ ਲੜਾਈ ਜਿੱਤਣ ਤੋਂ ਬਾਅਦ ਚੌਸਾ ਦੀ ਤੋਂ ਸ਼ੇਰ ਸ਼ਾਹ ਕਹਿ ਕੇ ਬੁਲਾਇਆ ਜਾਣ ਲੱਗਿਆ। ਕਨੌਜ ਜਾਂ ਬਿਲਗ੍ਰਾਮ ਦੀ ਲੜਾਈ 1540 ਦੇ ਵਿੱਚ 17 ਮਾਰਚ, ਇਸ ਯੁੱਧ ਦੇ ਵਿੱਚ ਸ਼ੇਰ ਸ਼ਾਹ ਨੇ ਹਿਮਾਂਜੂ ਨੂੰ ਹਰਾ ਕੇ ਆਗਰਾ ਤੇ ਦਿੱਲੀ ਤੇ ਕਬਜ਼ਾ ਕਰ ਲਿਆ, ਠੀਕ ਹੈ ਜੀ। ਕਹਿ ਲਓ ਇਹ ਬੜੀ ਨਿਰਣਾਇਕ ਲੜਾਈ ਸੀਗੀ, ਜਿਹਦੇ ਵਿੱਚ ਜਿਹੜਾ ਮੁਗਲ ਜਿਹੜਾ ਰਾਜ ਸੀ ਉਹ ਇੱਕ ਵਾਰੀ ਖਤਮ ਹੋ ਗਿਆ ਸੀਗਾ ਤੇ ਸੂਰੀ ਸ਼ਾਸਨ ਹੈ ਉਹ ਆ ਗਿਆ ਸੀਗਾ ਤੇ ਹਿਮਾਂਜੂ ਆ ਭਾਰਤ ਛੱਡ ਕੇ ਸਿੰਧ ਚਲਾ ਗਿਆ ਸੀ। ਸਵਾਲ ਪੁੱਛਿਆ ਜਾਂਦਾ ਵੀ ਕਿਹੜੀ ਲੜਾਈ ਤੋਂ ਬਾਅਦ ਜਿਹੜਾ ਹਿਮਾਂਜੂ ਆ ਭਾਰਤ ਛੱਡ ਕੇ ਚਲਾ ਗਿਆ ਸੀਗਾ, ਤੇ ਉਹ ਹੈ ਕਨੌਜ ਜਾਂ ਬਿਲਗ੍ਰਾਮ ਦੀ ਲੜਾਈ, ਠੀਕ ਹੈ ਜੀ। ਇਹ ਧਿਆਨ 'ਚ ਰੱਖਣਾ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹਿਮਾਂਜੂ ਨੇ ਸ਼ੇਰ ਖਾਨ ਦੇ ਖਿਲਾਫ ਫੈਸਲਾ ਕੁੰਨ ਲੜਾਈ ਕਿੱਥੇ ਲੜੀ, ਫੈਸਲਾ ਕੁੰਨ ਲੜਾਈ ਜਿਸ 'ਚ ਕੋਈ ਫੈਸਲਾ ਨਿਕਲਿਆ ਸੀਗਾ, ਸੱਤਾ ਪਰਿਵਰਤਨ ਹੋ ਗਈ ਸੀਗੀ, ਉਹ ਸੀ ਬਿਲਗ੍ਰਾਮ ਕਨੌਜ ਦੀ ਲੜਾਈ 40 ਦੇ ਵਿੱਚ ਹੋਈ ਸੀ 1500, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਹਿਮਾਂਜੂ ਹੈਡ ਟੂ ਰਨ ਅਵੇ ਫਰੋਮ ਇੰਡੀਆ, ਹਿਮਾਂਜੂ ਨੂੰ ਭਾਰਤ ਤੋਂ ਦੌੜਨਾ ਪਿਆ ਆਫਟਰ ਹੀ ਵਾਸ ਡਿਫੀਟਡ ਇਨ ਦੀ ਬੈਟਲ, ਜਦੋਂ ਯੁੱਧ ਦੇ ਵਿੱਚ ਹਾਰ ਗਿਆ ਸੀ। ਕਿਸ ਲੜਾਈ ਦੇ ਵਿੱਚ ਹਾਰ ਗਿਆ ਸੀ, ਉਹਨੂੰ ਭੱਜਣਾ ਪਿਆ ਸੀਗਾ, ਉਹ ਸੀਗਾ ਬਿਲਗ੍ਰਾਮ ਕਨੌਜ ਦੀ ਲੜਾਈ, ਠੀਕ ਹੈ ਜੀ, 1540 ਦੀ। ਹੂ ਡਿਫੀਟਡ ਹਿਮਾਂਜੂ ਇਨ ਦੀ ਬੈਟਲ ਆਫ ਚੌਸਾ, ਚੌਸਾ ਦੀ ਜਿਹੜੀ ਲੜਾਈ ਹੈ 1539 ਦੇ ਵਿੱਚ ਹੋਈ ਸੀ 28 ਜੂਨ ਨੂੰ, ਠੀਕ ਹੈ ਜੀ। ਤੇ ਕਿਹਨੇ ਇਹਨੂੰ ਹਰਾਇਆ ਸੀਗਾ ਇਹ ਦੱਸਣਾ, ਸ਼ੇਰ ਸ਼ਾਹ ਸੂਰੀ ਨੇ ਹਰਾਇਆ ਸੀ, ਸ਼ਾਹ ਦੀ ਉਪਾਧੀ ਇਹਨੂੰ ਮਿਲ ਗਈ ਸੀ, ਠੀਕ ਹੈ। ਹਿਮਾਂਜੂ ਸਾਰੀ ਉਮਰ ਰੁਲਦਾ ਰਿਹਾ ਤੇ ਰੁਲ ਕੇ ਜੀਵਨ ਤੋਂ ਮੁਕਤ ਹੋ ਗਿਆ, ਇਹ ਕਥਨ ਕੀਤਾ ਹੈ, ਠੀਕ ਹੈ, ਇਹ ਇੰਪੋਰਟੈਂਟ ਹੈ ਜੀ। ਇਹ ਸਟੈਨਲੀ ਲੈਂਡਪੂਲ ਦਾ ਹੈ, ਸਟੈਨਲੀ ਲੈਂਡਪੂਲ, ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹਿਮਾਂਜੂ ਦਾ ਨਿਸ਼ਕਾਰਿਤ ਜੀਵਨ, ਜਦੋਂ ਭਾਰਤ ਚੋਂ ਚਲਾ ਗਿਆ ਸੀਗਾ ਉਸ ਜੀਵਨ ਦੀ ਗੱਲ ਕਰਦੇ ਹਾਂ। ਇਹ 1540 ਤੋਂ 1555 ਦਾ ਇਹ ਸਮਾਂ ਹੈ। ਹਿਮਾਂਜੂ ਨੇ 1540 ਦੇ ਵਿੱਚ ਹਮੀਦਾ ਬਾਨੋ ਬੇਗਮ ਦੇ ਨਾਲ ਵਿਆਹ ਕੀਤਾ, ਜਿਸ ਨੇ ਬਾਅਦ ਵਿੱਚ ਅਕਬਰ ਨੂੰ ਜਨਮ ਦਿੱਤਾ। ਅਕਬਰ ਦੀ ਮਾਂ ਦਾ ਨਾਮ ਹਮੀਦਾ ਬਾਨੋ ਬੇਗਮ ਸੀ, ਧਿਆਨ 'ਚ ਰੱਖ ਲੈਣਾ। ਭਾਰਤ ਤੇ ਮੁੜ ਜਿੱਤ ਤੇ ਮੌਤ 1555 ਤੋਂ 1556। ਹਾਂਜੀ, 1555 ਦੇ ਵਿੱਚ ਮੁਗਲਾਂ ਨੇ ਮਾਛੀਵਾੜੇ ਦੀ ਲੜਾਈ ਜਿੱਤੀ ਤੇ ਉਹਨਾਂ ਨੇ ਪੰਜਾਬ ਨੂੰ ਜਿੱਤ ਲਿਆ, ਠੀਕ ਹੈ। 22 ਜੂਨ 1555 ਨੂੰ ਸਰਹਿੰਦ ਦੀ ਲੜਾਈ ਦੇ ਵਿੱਚ ਮੁਗਲਾਂ ਨੇ ਸਿਕੰਦਰ ਲੋਧੀ ਨੂੰ ਹਰਾਇਆ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਫੈਕਟ, ਠੀਕ ਹੈ। ਸਰਹਿੰਦ ਦੀ ਲੜਾਈ ਕਿਹਦੇ ਵਿਚਕਾਰ ਹੋਈ ਸੀ ਤੇ ਕਿਹਨੂੰ ਹਰਾਇਆ, ਠੀਕ ਹੈ, ਇਹ ਸਿਕੰਦਰ ਸੂਰੀ ਨੂੰ ਹਰਾਇਆ ਸੀ ਮੁਗਲਾਂ ਨੇ, ਠੀਕ ਹੈ ਜੀ। ਹਾਂਜੀ, ਇਸ ਤੋਂ ਬਾਅਦ ਹਿਮਾਂਜੂ ਨੇ ਦਿੱਲੀ, ਆਗਰਾ, ਸੰਭਲ ਆਦਿ ਇਲਾਕਿਆਂ ਤੇ ਕਬਜ਼ਾ ਕਰ ਲਿਆ। ਆਹ ਲੜਾਈ ਧਿਆਨ 'ਚ ਰੱਖਣੀ ਹੈ, ਇਹ ਉਹੀ ਲੜਾਈ ਹੈ ਜਿਹਦੇ ਵਿੱਚ ਹਿਮਾਂਜੂ ਨੇ ਸੂਰੀ ਸ਼ਾਸਕ ਸਿਕੰਦਰ ਨੂੰ ਹਰਾ ਕੇ ਫਿਰ ਦੁਬਾਰਾ ਭਾਰਤ ਦੀ ਸੱਤਾ ਸੰਭਾਲੀ ਸੀ, ਠੀਕ ਹੈ ਜੀ। 23 ਜੁਲਾਈ 1555 ਨੂੰ ਹਿਮਾਂਜੂ ਇੱਕ ਵਾਰ ਫਿਰ ਦਿੱਲੀ ਦਾ ਬਾਦਸ਼ਾਹ ਬਣਿਆ, ਠੀਕ ਹੈ ਜੀ। ਇਹ ਧਿਆਨ ਰੱਖਣਾ, ਲੜਾਈ ਨਹੀਂ ਭੁੱਲਣੀ ਗੀ, ਇਹ ਸਰਹੰਦ ਦੀ ਲੜਾਈ ਹੈ, ਠੀਕ ਹੈ ਜੀ। ਤੇ ਸਿਕੰਦਰ ਸੂਰੀ ਸ਼ਾਸਕ ਸੀਗਾ ਜਿਹਨੂੰ ਹਰਾਇਆ ਸੀਗਾ, ਠੀਕ ਹੈ ਜੀ, ਹਿਮਾਂਜੂ ਨੇ। ਹਾਂਜੀ, 1555 ਦੇ ਵਿੱਚ ਹਿਮਾਂਜੂ ਨੇ ਦਿੱਲੀ ਤੇ ਮੁੜ ਕਬਜ਼ਾ ਕਰ ਲਿਆ, ਇਹਨੂੰ ਹਰਾ ਕੇ ਸਿਕੰਦਰ ਸ਼ਾਹ ਨੂੰ ਹਰਾ ਕੇ, ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਕਿਹੜੇ ਮੁਗਲ ਸ਼ਾਸਕ ਨੇ 2 ਵਾਰ ਗੱਦੀ ਤੇ ਬਿਰਾਜਮਾਨ ਹੋਏ, 2 ਵਾਰ ਗੱਦੀ ਤੇ ਬਿਰਾਜਮਾਨ ਹੋਇਆ ਸੀਗਾ ਹਿਮਾਂਜੂ। ਜੇ ਸਵਾਲ ਇਸ ਤਰ੍ਹਾਂ ਪੁੱਛਿਆ ਜਾਂਦਾ ਵੀ ਕਿਹੜਾ ਮੁਗਲ ਸ਼ਾਸਕ ਸੀ ਜਿਸ ਦਾ ਰਾਜ ਅਭਿਸ਼ੇਕ 2 ਵਾਰ ਹੋਇਆ ਸੀ, ਤਾਂ ਉਹਦਾ ਆਨਸਰ ਆਏਗਾ ਔਰੰਗਜ਼ੇਬ, ਇਹ ਧਿਆਨ 'ਚ ਰੱਖਣਾ ਹੈ। ਔਰੰਗਜ਼ੇਬ ਦਾ ਰਾਜ ਅਭਿਸ਼ੇਕ 2 ਵਾਰ ਹੋਇਆ ਸੀ। ਹਾਂਜੀ, ਕੁਝ ਹੋਰ ਇੰਪੋਰਟੈਂਟ ਫੈਕਟ ਜਿਹੜੇ ਧਿਆਨ 'ਚ ਰੱਖਣੇ ਆ। 27 ਜਨਵਰੀ 1556 ਨੂੰ ਦੀਨ ਪਨਾਹ, ਇਹ ਦਿੱਲੀ ਦੇ ਵਿੱਚ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਕੇ ਹਿਮਾਂਜੂ ਦੀ ਮੌਤ ਹੁੰਦੀ ਹੈ, ਠੀਕ ਹੈ ਜੀ, 27 ਜਨਵਰੀ 1556 ਨੂੰ। ਦੀਨ ਪਨਾਹ ਨਾਂ ਦਾ ਸ਼ਹਿਰ ਹਿਮਾਂਜੂ ਨੇ ਵਸਾਇਆ ਸੀਗਾ, ਠੀਕ ਹੈ ਜੀ, ਇਹ ਦਿੱਲੀ ਦੇ ਵਿੱਚ ਹੈ।
ਉਸਨੇ ਅਕਬਰ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਹਿਮਾਂਜੂ ਦੀ ਜਿਹੜੀ ਵਿਧਵਾ ਸੀ ਹਾਜੀ ਬੇਗਮ, ਉਹਨੇ ਦਿੱਲੀ ਦੇ ਵਿੱਚ ਹਿਮਾਂਜੂ ਦਾ ਮਕਬਰਾ ਬਣਾਇਆ। ਠੀਕ ਹੈ ਜੀ, ਹਿਮਾਂਜੂ ਦਾ ਮਕਬਰਾ ਕਿੱਥੇ ਹੈ? ਦਿੱਲੀ ਦੇ ਵਿੱਚ ਹੈ। ਕਿਹਨੇ ਬਣਾਇਆ ਸੀ? ਉਹਦੀ ਪਤਨੀ ਹਾਜੀ ਬੇਗਮ ਨੇ। ਠੀਕ ਹੈ, ਇਹ ਧਿਆਨ 'ਚ ਰੱਖ ਲੈਣਾ। ਜਿਹੜਾ ਹਿਮਾਂਜੂ ਦਾ ਇਹ ਮਕਬਰਾ ਦਿੱਲੀ ਵਾਲਾ, ਉਹਨੂੰ ਤਾਜ ਮਹਿਲ ਦਾ ਪੂਰਵਗਾਮੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਹਿਮਾਂਜੂ ਜੋਤਸ਼ੀ ਵਿੱਚ ਵਿਸ਼ਵਾਸ ਰੱਖਦਾ ਸੀ, ਇਸ ਲਈ ਹਫ਼ਤੇ ਦੇ 7 ਦਿਨੋਂ ਵੱਖ-ਵੱਖ ਰੰਗ ਦੇ ਕੱਪੜੇ ਪਹਿਨਦਾ ਸੀ। ਹਿਮਾਂਜੂ ਦੀ ਜਿਹੜੀ ਸਤੋਲੀ ਭੈਣ ਗੁਲ ਬਦਨ ਬੇਗਮ, ਉਹਨੇ ਹਿਮਾਂਜੂ ਨਾਮਾ ਦੀ ਰਚਨਾ ਕੀਤੀ। ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ, ਧਿਆਨ 'ਚ ਰੱਖ ਲੈਣਾ। ਠੀਕ ਹੈ ਜੀ, ਹਿਮਾਂਜੂ ਨਾਮਾ ਦੀ ਰਚਨਾ ਕਿਹਨੇ ਕੀਤੀ ਸੀ? ਗੁਲ ਬਦਨ ਬੇਗਮ ਨੇ ਕੀਤੀ ਸੀ। ਠੀਕ ਹੈ ਜੀ, ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ। ਹਿਮਾਂਜੂ ਦਾ ਮਕਬਰਾ ਕਿੱਥੇ ਹੈ? ਠੀਕ ਹੈ, ਮਕਬਰਾ ਜਾਂ ਕਬਰ। ਠੀਕ ਹੈ ਜੀ, ਧਿਆਨ 'ਚ ਰੱਖ ਲੈਣੀ। ਮੇਰੇ ਮੰਮਾ ਲਗਾ ਦਿਆਂਗੇ ਤਾਂ ਮਕਬਰਾ ਬਣ ਜਾਣਾ ਨੇ। ਇਹ ਕਿੱਥੇ ਸੀ ਹਿਮਾਂਜੂ ਦਾ ਮਕਬਰਾ ਜੀ? ਇਹ ਦਿੱਲੀ ਦੇ ਵਿੱਚ ਸੀ। ਉਹਦੀ ਕਿਹਨੇ ਬਣਾਇਆ ਸੀ ਜੀ? ਉਹਦੀ ਵਿਧਵਾ ਨੇ ਬਣਾਇਆ ਸੀ। ਹਿਮਾਂਜੂ ਨਾਮਾ ਇਹ ਕਿਸਨੇ ਲਿਖਿਆ ਸੀ? ਗੁਲ ਬਦਨ ਬੇਗਮ ਨੇ। ਠੀਕ ਹੈ, ਹਿਮਾਂਜੂ ਡਾਈਡ ਇਨ ਦੀ ਈਅਰ, ਕਿਹੜੇ ਸਾਲ ਹਿਮਾਂਜੂ ਮਰ ਗਿਆ ਸੀਗਾ? 1556 ਦੇ ਵਿੱਚ ਮਰ ਗਿਆ ਸੀ, 27 ਜਨਵਰੀ। ਅਗਲਾ ਜਿਹੜਾ ਹੈਗਾ ਜੀ ਟੌਪਿਕ ਆਪਣਾ ਸ਼ੇਰਸ਼ਾਹ ਸੂਰੀ, ਸ਼ੇਰ ਖਾਨ ਵੀ ਕਹਿੰਦੇ ਇਹਨੂੰ। 1540 ਤੋਂ 1542 ਤੱਕ ਇਹਦਾ ਸ਼ਾਸਨ ਹੈ, ਦਿੱਲੀ ਦੇ ਉੱਪਰ ਇਹਨੇ ਸ਼ਾਸਨ ਕੀਤਾ ਸੀ। ਸ਼ੇਰਸ਼ਾਹ ਨੇ ਉੱਤਰੀ ਭਾਰਤ ਦੇ ਵਿੱਚ ਸ਼ੇਰ ਰਾਜਵੰਸ਼ ਦਾ ਦੂਜਾ, ਠੀਕ ਹੈ, ਰਾਜ ਸਥਾਪਿਤ ਕੀਤਾ। ਅਫਗਾਨ ਰਾਜ ਸਥਾਪਿਤ ਕੀਤਾ ਸੀਗਾ। ਪਹਿਲਾ ਅਫਗਾਨ ਜਿਹੜਾ ਲੋਧੀ ਵੰਸ਼ ਨੇ ਕੀਤਾ ਸੀ। ਠੀਕ ਹੈ ਜੀ, ਸਿਕੰਦਰ ਲੋਧੀ, ਇਬਰਾਹਿਮ ਲੋਧੀ। ਠੀਕ ਹੈ ਜੀ, ਇਹਨਾਂ ਨੇ ਜਿਹੜਾ ਹੈਗਾ ਅਫਗਾਨ ਜਿਹੜਾ ਸ਼ਾਸਕ ਸੀਗਾ ਉਹਨਾਂ ਨੇ ਰਾਜ ਕੀਤਾ। ਤੇ ਦੂਜਾ ਜਿਹੜਾ ਰਾਜ ਹੈ ਅਫਗਾਨ ਸ਼ਾਸਕ, ਉਹ ਸ਼ੇਰਸ਼ਾਹ ਸੂਰੀ ਸੀ। ਹਾਂਜੀ, ਸ਼ੇਰਸ਼ਾਹ ਸੂਰੀ ਦਾ ਜਿਹੜਾ ਜਨਮ ਹੈ 1472 ਦੇ ਵਿੱਚ ਹੋਇਆ। ਉਸਦਾ ਅਸਲ ਨਾਮ ਫਰੀਦ ਖਾਨ ਸੀ। ਸ਼ੇਰਸ਼ਾਹ ਦੀ ਉਸਨੇ ਉਪਾਧੀ ਧਾਰਨ ਕੀਤੀ ਸੀ। ਠੀਕ ਹੈ ਜੀ, ਜਿਹੜੀ ਕਿ ਉਸ ਨੂੰ ਸ਼ਾਹ ਦੀ ਉਪਾਧੀ ਮਿਲੀ ਸੀ। ਚੌਸਾ ਦਾ ਜਿਹੜਾ ਯੁੱਧ 1539 ਦੇ ਵਿੱਚ ਹੋਇਆ ਸੀ ਹਿਮਾਂਜੂ ਨੂੰ ਹਰਾਉਣ ਤੋਂ ਬਾਅਦ। ਹਾਂਜੀ, ਸ਼ੇਰ ਦੀ ਜਿਹੜੀ ਉਪਾਧੀ ਮਿਲੀ ਸੀ ਉਹਨੂੰ, ਉਹ ਸ਼ੇਰ ਦੀ ਹੱਤਿਆ ਕਰਨ ਤੋਂ ਬਾਅਦ ਮਿਲੀ ਸੀ। ਤੇ ਇਹ ਮਿਲੀ ਸੀ ਬਹਾਰ ਖਾਨ ਲੋਹਾਨੀ ਨੇ ਦਿੱਤੀ ਸੀ ਫਰੀਦ ਖਾਨ ਨੂੰ। ਮੁੰਡੇ ਦਾ ਨਾਮ ਫਰੀਦ ਖਾਨ। ਸ਼ੇਰ ਨੂੰ ਮਾਰਿਆ ਤਾਂ ਮੂਰੇ ਸ਼ੇਰ ਜੁੜ ਗਿਆ। ਚੌਸਾ ਦੇ ਯੁੱਧ ਦੇ ਵਿੱਚ ਹਿਮਾਂਜੂ ਨੂੰ ਹਰਾਇਆ ਤਾਂ ਸ਼ਾਹ ਜੁੜ ਗਿਆ। ਠੀਕ ਹੈ ਜੀ, ਧਿਆਨ 'ਚ ਰੱਖ ਲੈਣੀ ਹੈ। 1545 ਦੇ ਵਿੱਚ ਸ਼ੇਰਸ਼ਾਹ ਦੀ ਮੌਤ ਹੋ ਗਈ ਜਦੋਂ ਕਲਿੰਜਰ ਤੇ ਹਮਲਾ ਕਰਨ ਦੇ ਲਈ ਤੋਪਖਾਨਾ ਫਟ ਗਿਆ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਕਲਿੰਜਰ ਇਹ ਉਹੀ ਕਲਿੰਜਰ ਹੈ ਜਿਸ ਤੇ ਸਭ ਤੋਂ ਪਹਿਲਾ ਹਮਲਾ ਜਿਹੜਾ ਹੈ ਹਿਮਾਂਜੂ ਦਾ ਸੀਗਾ 1531 ਦਾ। ਧਿਆਨ 'ਚ ਰੱਖ ਲੈਣਾ ਜੀ। ਠੀਕ ਹੈ, ਪ੍ਰਤੇਪ ਦੇਵ ਰਾਏ ਸੀਗਾ ਜਿਹਨੂੰ ਉਹ ਹਰਾ ਨਹੀਂ ਸਕਿਆ ਸੀ। ਸ਼ੇਰਸ਼ਾਹ ਸੂਰੀ ਦਾ ਬਚਪਨ ਦਾ ਨਾਮ ਕੀ ਸੀ? ਇਹਦਾ ਨਾਮ ਸੀ ਫਰੀਦ ਖਾਨ। ਠੀਕ ਹੈ ਜੀ, ਧਿਆਨ 'ਚ ਰੱਖਣਾ। ਹਾਂਜੀ, ਸ਼ੇਰਸ਼ਾਹ ਸੂਰੀ ਦੇ ਪ੍ਰਸ਼ਾਸਨ ਬਾਰੇ, ਕੇਂਦਰੀ ਪ੍ਰਸ਼ਾਸਨ ਖੁਦ ਸ਼ੇਰਸ਼ਾਹ ਸਰਕਾਰ ਦਾ ਮੁਖੀਆ ਸੀ ਤੇ ਉਹਦੇ ਅਧੀਨ ਹੇਠ ਲਿਖੇ ਵਿਭਾਗ ਸੀ। ਸਭ ਤੋਂ ਪਹਿਲਾ ਵਿਭਾਗ ਹੈ ਦੀਵਾਨ-ਏ ਵਜ਼ਾਰਤ, ਇਹ ਵਿੱਤ ਵਿਭਾਗ ਹੁੰਦਾ, ਬਸ ਇਹਨੇ ਯਾਦ ਕਰ ਲਿਓ। ਤੇ ਇਹਦਾ ਮੁੱਖ ਜਿਹੜਾ ਅਫਸਰ ਹੁੰਦਾ ਵਜ਼ੀਰ ਹੁੰਦਾ। ਦੀਵਾਨ-ਏ ਆਰਿਜ਼ ਇਹ ਮਿਲਟਰੀ ਵਿਭਾਗ ਹੁੰਦਾ। ਠੀਕ ਹੈ, ਇਹਦਾ ਮੁੱਖ ਅਧਿਕਾਰੀ ਹੈ ਅਰੀਜ਼ੇ ਮੁਮਾਲਿਕ ਹੁੰਦਾ। ਦੀਵਾਨ-ਏ ਰਸਾਲਾਤ ਇਹ ਵਿਦੇਸ਼ ਮਹਿਕਮਾ ਹੈ। ਦੀਵਾਨ-ਏ ਇੰਸ਼ਾ ਇਹ ਸੁਲਤਾਨ ਜੋ ਵੀ ਹੁਕਮ ਦਿੰਦਾ ਉਹ ਸਾਰੇ ਇੱਥੇ ਲਿਖੇ ਜਾਂਦੇ ਆ। ਦੀਵਾਨ-ਏ ਕਾਜ਼ਾ ਇਹ ਇੱਕ ਤਰ੍ਹਾਂ ਦਾ ਨਿਆਇਕ ਪ੍ਰਣਾਲੀ ਹੈ, ਕਾਜੀ ਜਾਂ ਕਾਜ਼ਾ। ਠੀਕ ਹੈ, ਸੁਲਤਾਨਾਂ ਦੇ ਤੋਂ ਬਾਅਦ ਇੱਥੇ ਜਸਟਿਸ ਜਾਂ ਜੱਜ ਉਹ ਬੈਠਦੇ ਆ। ਦੀਵਾਨ-ਏ ਬਰੀਦ ਇਹ ਖੁਫੀਆ ਵਿਭਾਗ ਹੈ। ਇਹ ਸਾਰੇ ਜਿਹੜੇ ਵਿਭਾਗ ਤੁਸੀਂ ਧਿਆਨ 'ਚ ਰੱਖਣੇ ਜੀ। ਠੀਕ ਹੈ ਜੀ, ਹੇਠ ਲਿਖਿਆ ਦਾ ਮਿਲਾਨ ਕਰਨਾ ਜੀ। ਹਾਂਜੀ, ਦੀਵਾਨ-ਏ ਵਜ਼ਾਰਤ ਸਭ ਤੋਂ ਪਹਿਲਾਂ 1 2 3 ਤੇ 4 ਇੱਧਰਲੇ ਪਾਸੇ A B ਤੇ C ਤੇ D। ਹਾਂਜੀ, ਇੱਕ ਨੂੰ ਕਿਹਦੇ ਨਾਲ ਮਿਲਾਵਾਂਗੇ? ਦੀਵਾਨ-ਏ ਵਜ਼ਾਰਤ ਹੈ, ਇਹ ਵਿੱਤ ਵਿਭਾਗ ਨਾਲ ਸੰਬੰਧਿਤ ਹੈ, D ਨਾਲ ਮੈਚ ਹੋਏਗਾ। ਠੀਕ ਹੈ ਜੀ। ਹਾਂਜੀ, ਦੋ ਹੈ ਦੀਵਾਨ-ਏ ਆਰਿਜ਼। ਠੀਕ ਹੈ, ਇਹ ਮਿਲਟਰੀ ਵਿਭਾਗ ਦੇ ਨਾਲ ਮਿਲੇਗਾ ਜੀ। ਦੀਵਾਨ-ਏ ਇੰਸਾ ਇਹ ਸੁਲਤਾਨ ਦੇ ਹੁਕਮ ਹੀ ਲਿਖੇ ਜਾਂਦੇ ਤੇ C ਨਾਲ ਮਿਲੇਗਾ। ਤੇ ਜਿਹੜਾ 4 ਹੈ ਦੀਵਾਨ-ਏ ਰਸਾਲਾਤ ਇਹ ਵਿਦੇਸ਼ ਮੰਤਰੀ ਵਜੋਂ ਕੰਮ ਕੀਤਾ ਜਾਂਦਾ ਹੈ, ਇਹ ਫੋਰਨ ਮਿਨਿਸਟਰੀ ਹੈ ਜੀ, ਇਹ B ਨਾਲ ਮੈਚ ਹੋਏਗਾ। ਇਹ ਸਾਰੇ ਤੁਸੀਂ ਧਿਆਨ 'ਚ ਰੱਖ ਲੈਣੇ ਜੀ। ਠੀਕ ਹੈ ਜੀ। ਹਾਂਜੀ, ਸ਼ੇਰਸ਼ਾਹ ਦੇ ਨਾਲ ਸੰਬੰਧਿਤ ਕੁਝ ਹੋਰ ਇੰਪੋਰਟੈਂਟ ਫੈਕਟ। ਸ਼ੇਰਸ਼ਾਹ ਨੇ ਪੂਰੇ ਸੂਬੇ ਨੂੰ ਸਰਕਾਰ ਵਿੱਚ ਵੰਡ ਦਿੱਤਾ ਸੀ। ਧਿਆਨ ਰੱਖਣਾ, ਇਹ ਵੀ ਸਵਾਲ ਬਣ ਕੇ ਸੂਬੇ ਨੂੰ ਕਿਹਦੇ ਵਿੱਚ ਵੰਡਿਆ ਗਿਆ? ਸਰਕਾਰ ਨੂੰ। ਸਰਕਾਰ ਨੂੰ ਕਿਹਦੇ ਵਿੱਚ ਵੰਡਿਆ ਗਿਆ ਸੀਗਾ? ਪਰਗਨੇ ਦੇ ਵਿੱਚ। ਠੀਕ ਹੈ, ਸਰਕਾਰ ਇੱਕ ਤਰ੍ਹਾਂ ਦਾ ਜ਼ਿਲ੍ਹਾ ਹੈ ਤੇ ਪਰਗਨਾ ਇੱਕ ਤਰ੍ਹਾਂ ਦਾ ਪਿੰਡ ਹੈ। ਠੀਕ ਹੈ, ਸ਼ੇਰਸ਼ਾਹ ਨੇ ਪੂਰੇ ਸੂਬੇ ਨੂੰ ਸਰਕਾਰਾਂ ਵਿੱਚ ਵੰਡਤਾ ਸੀ ਤੇ ਹਰੇਕ ਨੂੰ ਇੱਕ ਫੌਜੀ ਅਫਸਰ ਦਿੱਤਾ ਸੀ। ਹਰੇਕ ਸਰਕਾਰ ਨੂੰ ਅੱਗੇ ਪਰਗਨਿਆਂ ਦੇ ਵਿੱਚ ਵੰਡਤਾ ਸੀ। ਸ਼ੇਰਸ਼ਾਹ ਨੇ ਕਬੂਲੀਅਤ ਤੇ ਪਟੇ ਦੀ ਸ਼ੁਰੂਆਤ ਕੀਤੀ ਸੀ। ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ। ਉਸਨੇ ਭੂਮੀ ਕਰ ਦੇ ਨਿਰਧਾਰਨ ਦੇ ਰਹੀ, ਠੀਕ ਹੈ, ਰਾਏ ਨੂੰ ਲਾਗੂ ਕੀਤਾ, ਯਾਨੀ ਕਿ ਕਾਸ਼ਤਕਾਰਾਂ ਦੀ ਸੂਚੀ ਬਣਾਈ ਸੀ ਉਹਨੇ ਵੀ ਪਤਾ ਲੱਗ ਜੇ ਵੀ ਕਿੰਨਾ ਕੁ ਕਿਸ ਤੋਂ ਟੈਕਸ ਲੈਣਾ ਤੇ ਕਿੰਨਾ ਕੁ ਇਕੱਠਾ ਹੋਏਗਾ। ਕਿਸਾਨਾਂ ਨੂੰ ਜਰੀਬਨਾ ਤੇ ਮਹਾਸਿਲਾਨਾ ਟੈਕਸ ਜਿਹੜਾ ਉਹ ਦੇਣਾ ਪੈਂਦਾ ਸੀਗਾ। ਜਰੀਬਨਾ ਤੇ ਮਹਾਸਿਲਾਨਾ। ਠੀਕ ਹੈ ਜੀ, ਇਹ ਜਿਹੜਾ ਟੈਕਸ ਲੈਂਦੇ ਸੀ ਉਹਨਾਂ ਤੋਂ, ਇਹ ਜਿਹੜੇ ਸਰਕਾਰ ਦੇ ਅਧਿਕਾਰੀ ਸੀਗੇ ਉਹਨਾਂ ਦੀ ਤਨਖਾਹਾਂ ਅਦਾ ਕਰਨ ਦੇ ਲਈ ਟੈਕਸ ਲਿਆ ਜਾਂਦਾ ਸੀ। ਠੀਕ ਹੈ ਜੀ, ਜ਼ਮੀਨ ਦੇ ਮਾਪ ਦੀ ਜਿਹੜੀ ਵਿਧੀ ਸੀ ਉਹ ਸਿਕੰਦਰੀ ਗੱਜ ਸੀ। ਵੈਰੀ ਵੈਰੀ ਇੰਪੋਰਟੈਂਟ। ਤੇ ਇਹਦਾ ਪ੍ਰਯੋਗ ਕੀਤਾ ਸੀਗਾ ਸ਼ੇਰਸ਼ਾਹ ਸੂਰੀ ਨੇ। ਠੀਕ ਹੈ ਜੀ, ਇਹਨੂੰ 22 ਇੰਚ ਕਹਿ ਲਓ ਜਾਂ 31 ਅੰਗਲ ਕਹਿ ਲਓ। ਸ਼ੇਰਸ਼ਾਹ ਨੇ ਲਗਾਨ ਦੇ ਨਿਰਧਾਰਨ ਦੇ ਲਈ 3 ਤਰ੍ਹਾਂ ਦੀਆਂ ਪ੍ਰਣਾਲੀਆਂ ਬਣਾਈਆਂ ਸੀ। ਪਹਿਲੀ ਸੀ ਗਲਬ ਬਖਸ਼ੀ ਜਾਂ ਬਟਾਈ, ਇਹਦੇ ਵਿੱਚ ਖੜੀ ਫਸਲ ਹੈ ਉਹ ਵੰਡ ਲਈ ਜਾਂਦੀ ਸੀਗੀ। ਠੀਕ ਹੈ ਜੀ, ਸਰਕਾਰ ਵੰਡ ਲੈਂਦੀ ਸੀ ਤੇ ਕਿਸਾਨਾਂ ਦੇ ਵਿੱਚ ਵੰਡੀ ਜਾਂਦੀ ਸੀ। ਨਸ਼ਕ ਜਾਂ ਕਨਕੂਤ ਖੜੀ ਫਸਲ ਦਾ ਇਹਦੇ ਤੇ ਲਗਾਨ ਫਿਕਸ ਕਰ ਦਿੱਤਾ ਜਾਂਦਾ ਸੀ, ਪਹਿਲਾਂ ਹੀ ਪੈਦਾਵਾਰ ਦਾ ਹਿਸਾਬ ਕਿਤਾਬ ਲਾ ਲਿਆ ਜਾਂਦਾ ਸੀ। ਠੀਕ ਹੈ ਜੀ, ਇਹ ਤੇ ਇੱਕ ਜਖਤੀ ਸੀ। 1/3 ਹਿੱਸਾ ਜਿਹੜਾ ਹੈ ਉਹ ਲਗਾਨ ਦੇ ਰੂਪ ਵਿੱਚ ਕਿਸਾਨਾਂ ਤੋਂ ਵਸੂਲ ਕੀਤਾ ਜਾਂਦਾ ਸੀ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ। 1/3 ਇੱਥੇ ਟੈਕਸ ਲਗਾਇਆ ਜਾਂਦਾ ਸੀਗਾ ਕਿਸਾਨਾਂ ਦੇ ਉੱਪਰ। ਹਾਂਜੀ, ਆਪਣੇ ਕੋਲ ਹੈ ਕਬੂਲੀਅਤ ਤੇ ਪਟੇ ਦੀ ਸ਼ੁਰੂਆਤ ਕਿਹਨੇ ਕੀਤੀ ਸੀ? ਉਹ ਕੀਤੀ ਸੀ ਸ਼ੇਰਸ਼ਾਹ ਸੂਰੀ ਨੇ। ਹਾਂਜੀ, ਕੁਝ ਇੰਪੋਰਟੈਂਟ ਫੈਕਟ ਸ਼ੇਰਸ਼ਾਹ ਸੂਰੀ ਨਾਲ ਸੰਬੰਧਿਤ। ਮਲਿਕ ਮੁਹੰਮਦ ਜੈਸੀ ਜਿਹਨੇ ਪਦਮਾਵਤ ਦੀ ਰਚਨਾ ਕੀਤੀ ਸੀ, ਉਹ ਵੀ ਸ਼ੇਰਸ਼ਾਹ ਸੂਰੀ ਦੇ ਕਾਲ ਦੇ ਦੌਰਾਨ ਸੀ। ਠੀਕ ਹੈ, ਸ਼ੇਰਸ਼ਾਹ ਸੂਰੀ ਨੇ ਸਿੰਧ ਤੋਂ ਲੈ ਕੇ ਬੰਗਾਲ ਤੱਕ ਜਿਹੜਾ ਸ਼ੇਰਸ਼ਾਹ ਸੂਰੀ ਮਾਰਗ ਬਣਾਇਆ, ਜਿਹਨੂੰ GT ਰੋਡ ਜਾਂ ਗ੍ਰਾਂਡ ਟਰੰਕ ਰੋਡ ਕਹਿੰਦੇ ਆ। MH1 ਤੇ MH2 ਇਹ ਯਾਦ ਰੱਖ ਲੈਣਾ, ਦੋਵਾਂ ਨੂੰ ਜੋੜ ਦਈਏ ਤਾਂ ਫਿਰ GT ਰੋਡ ਬਣ ਜਾਂਦਾ ਹੈ, ਸ਼ੇਰਸ਼ਾਹ ਸੂਰੀ ਮਾਰਗ ਬਣ ਜਾਂਦਾ ਹੈ। MH1 ਤੇ MH2। ਸ਼ੇਰਸ਼ਾਹ ਦਾ ਜਿਹੜਾ ਮਕਬਰਾ ਹੈ ਸਾਸਾਰਾਮ ਬਿਹਾਰ ਦੇ ਵਿੱਚ ਸਥਿਤ ਹੈ। ਸ਼ੇਰਸ਼ਾਹ ਨੇ ਵਪਾਰ, ਆਵਾਜਾਈ, ਡਾਕ ਸਹੂਲਤਾਂ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਸਾਰੀਆਂ ਸਰਾਵਾਂ ਬਣਾਈਆਂ। ਉਹਨਾਂ ਦੇ ਆਲੇ ਦੁਆਲੇ ਮੰਡੀਆਂ ਵਿਕਸਿਤ ਕੀਤੀਆਂ। ਜ਼ਮੀਨ ਮਾਪਣ ਦੇ ਲਈ ਸਿਕੰਦਰੀ ਗੱਜ ਦੀ ਵਰਤੋਂ ਕੀਤੀ। ਉਪਜ ਦਾ 1/3 ਹਿੱਸਾ ਟੈਕਸ ਦੇ ਰੂਪ ਵਿੱਚ ਕਿਸਾਨਾਂ ਤੋਂ ਵਸੂਲ ਕੀਤਾ ਜਾਂਦਾ ਸੀ। ਜਮਨਾ ਨਦੀ ਦੇ ਕੰਢੇ ਤੇ ਉਹਨੇ ਇੱਕ ਸ਼ਹਿਰ ਵਸਾਇਆ ਸੀਗਾ ਜਿਹਨੂੰ ਪੁਰਾਣਾ ਕਿਲਾ ਕਿਹਾ ਜਾਂਦਾ ਹੈ। ਕਿਲਾ ਕੋਹਾ ਮਸਜਿਦ ਵੀ ਇਸ ਨੇ ਬਣਵਾਈ ਸੀ। ਠੀਕ ਹੈ ਜੀ, ਪੁਰਾਣੇ ਕਿਲੇ ਦੇ ਵਿੱਚ ਜਿਹੜਾ ਸ਼ਹਿਰ ਜਮਨਾ ਨਦੀ ਦੇ ਕੰਢੇ ਤੇ ਵਸਾਇਆ ਸੀਗਾ। ਠੀਕ ਹੈ, ਉਹਦੇ ਵਿੱਚ ਉਹਨੇ
ਕਿਲਾ ਏ ਕੂਹਾ ਮਸਜਿਦ ਵੀ ਬਣਾਈ ਸੀ। ਇਹ ਧਿਆਨ 'ਚ ਰੱਖ ਲੈਣੇ ਸਾਰੇ ਫੈਕਟ ਇੰਪੋਰਟੈਂਟ ਹੈ। ਸ਼ੇਰਸ਼ਾਹ ਸੂਰੀ ਦਾ ਜਿਹੜਾ ਮਕਬਰਾ ਕਿਤੇ ਸਥਿਤ ਹੈ ਸਾਸਾਰਾਮ ਬਿਹਾਰ ਦੇ ਵਿੱਚ। ਹਾਂਜੀ, ਉਸਨੇ ਸਿੱਕੇ ਵੀ ਚਲਾਏ ਸੀ। ਸ਼ੇਰਸ਼ਾਹ ਨੇ ਚਾਂਦੀ ਦੇ ਸਿੱਕੇ ਨੂੰ ਰੁਪਿਆ ਕਿਹਾ ਜਾਂਦਾ ਸੀ, ਤਾਂਬੇ ਦੇ ਸਿੱਕੇ ਨੂੰ ਦਾਮ ਕਿਹਾ ਜਾਂਦਾ ਸੀ। ਠੀਕ ਹੈ ਜੀ। ਸੋਨੇ ਦੇ ਸਿੱਕਿਆਂ ਨੂੰ ਸ਼ੇਰਸ਼ਾਹ ਸੂਰੀ ਦੇ ਸ਼ਾਸਨਕਾਲ ਦੇ ਵਿੱਚ ਅਸ਼ਰਫੀ ਕਿਹਾ ਜਾਂਦਾ ਸੀ। ਉਸਦੇ ਸ਼ਾਸਨਕਾਲ ਦੇ ਵਿੱਚ 23 ਟਕਸਾਲਾਂ ਕੰਮ ਕਰ ਰਹੀਆਂ ਸੀ, ਜਿਹੜੇ ਸਿੱਕੇ ਬਣਾਉਣ ਦਾ ਕੰਮ ਕਰਦੀਆਂ ਸੀ। ਉਸਨੇ ਸਿੱਕਿਆਂ ਦੇ ਉੱਪਰ ਆਪਣਾ ਨਾਮ ਫਾਰਸੀ ਦੇ ਵਿੱਚ ਤੇ ਨਾਗਰੀ ਲਿਪੀ ਦੇ ਵਿੱਚ ਲਿਖਵਾਇਆ। ਠੀਕ ਹੈ ਜੀ। ਅਬਾਸ ਖਾਨ ਸ਼ੇਰਵਾਨੀ ਉਹਦਾ ਇਤਿਹਾਸਕਾਰ ਸੀਗਾ। ਠੀਕ ਹੈ, ਅਬਾਸ ਖਾਨ ਸ਼ੇਰਵਾਨੀ, ਤੇ ਉਹ ਸ਼ੇਰਵਾਨੀ ਦੁਆਰਾ ਲਿਖੀ ਗਈ, ਅਬਾਸ ਖਾਨ ਸ਼ੇਰਵਾਨੀ ਦੁਆਰਾ ਲਿਖੀ ਗਈ ਰਚਨਾ ਤਾਰੀਖ ਏ ਸ਼ੇਰਸ਼ਾਹੀ ਹੈ। ਧਿਆਨ ਰੱਖਣਾ, ਤਾਰੀਖ ਏ ਸ਼ੇਰਸ਼ਾਹੀ ਸ਼ੇਰਸ਼ਾਹ ਸੂਰੀ ਨੇ ਖੁਦ ਨਹੀਂ ਲਿਖੀ, ਉਹਦੇ ਇਤਿਹਾਸਕਾਰ ਅਬਾਸ ਖਾਨ ਸ਼ੇਰਵਾਨੀ ਨੇ ਲਿਖੀ ਹੈ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖ ਲੈਣੇ। ਸ਼ੇਰਸ਼ਾਹ ਸੂਰੀ ਦੁਆਰਾ ਜਾਰੀ ਕੀਤੇ ਗਏ ਚਾਂਦੀ ਦੇ ਸਿੱਕੇ ਨੂੰ ਕੀ ਕਹਿੰਦੇ ਸੀ? ਰੁਪਇਆ। ਤਾਂਬੇ ਦੇ ਨੂੰ ਦਾਮ ਕਿਹਾ ਜਾਂਦਾ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖ ਲੈਣਾ। ਡਿਫੀਟਡ ਹਿਮਾਂਜੂ ਇਨ ਦੀ ਬੈਟਲ ਆਫ ਕਨੌਜ 1540 ਆਲਸੋ ਕੰਸਟਰਕਟਡ ਦੀ ਪੁਰਾਣਾ ਕਿਲਾ ਆਫ ਨਿਊ ਦਿੱਲੀ। ਅਸੀਂ ਧਿਆਨ ਰੱਖਣਾ ਜਿਹੜਾ ਪੁਰਾਣਾ ਕਿਲਾ ਹੈ ਜਿਹੜਾ ਨਿਊ ਦਿੱਲੀ ਦੇ ਵਿੱਚ ਉਹ ਹਿਮਾਂਜੂ ਨੇ ਬਣਵਾਇਆ ਸੀਗਾ। ਠੀਕ ਹੈ ਜੀ। ਤੇ ਕਨੌਜ ਦੀ ਜਿਹੜੀ ਬੈਟਲ ਹੈ, ਠੀਕ ਹੈ ਜੀ, ਉਹ ਹਾਰਨ ਤੋਂ ਬਾਅਦ ਕਿਹਨੇ ਹਰਾਇਆ ਸੀਗਾ ਹਿਮਾਂਜੂ ਨੂੰ? ਕਹਿੰਦਾ ਮਤਲਬ ਇਹਦੇ ਵਿੱਚ ਸ਼ੇਰਸ਼ਾਹ ਸੂਰੀ ਨੇ ਹਰਾਇਆ ਸੀ। ਠੀਕ ਹੈ। ਅਗਲਾ ਜਿਹੜਾ ਟੋਪਿਕ ਹੈ ਉਹ ਆਪਣਾ ਅਕਬਰ ਹੈ ਜੀ। 1556 ਤੋਂ ਲੈ ਕੇ 1605 ਤੱਕ ਇਸਦਾ ਸ਼ਾਸਨਕਾਲ ਸੀ। 15 ਅਕਤੂਬਰ 1542 ਨੂੰ ਅਮਰਕੋਟ ਦੇ ਰਾਜਾ ਵਰਸਾਲ ਦੇ ਮਹਿਲ ਦੇ ਵਿੱਚ ਇਹਦਾ ਜਨਮ ਹੋਇਆ। 15 ਅਕਤੂਬਰ 1542 ਨੂੰ ਇਹਦਾ ਜਨਮ ਹੋਇਆ ਸੀਗਾ। ਅਮਰਕੋਟ ਦੇ ਮਹਿਲ ਦੇ ਵਿੱਚ ਵਿਰਸਾਲ ਰਾਜਾ ਵਿਰਸਾਲ ਦਾ ਮਹਿਲ ਸੀ। ਮਾਤਾ ਦਾ ਨਾਂ ਸੀ ਹਮੀਦਾ ਬਾਨੋ ਬੇਗਮ। ਹਿਮਾਂਜੂ ਦੀ ਇਹ ਘਰਵਾਲੀ ਸੀ। ਮੁਹੰਮਦ ਹਿਮਾਂਜੂ ਦੀ ਮੌਤ ਦੇ ਸਮੇਂ ਉਹ ਆਪਣੇ ਸਰਪ੍ਰਸਤ ਬੈਰਮ ਖਾਨ ਦੇ ਨਾਲ ਪੰਜਾਬ ਵਿੱਚ ਸਿਕੰਦਰ ਸੁਰ ਦੇ ਨਾਲ ਲੜ ਰਿਹਾ ਸੀ। ਠੀਕ ਹੈ ਜੀ। ਸਿਕੰਦਰ ਸੁਰ ਜਿਹੜਾ ਹੈ ਇਹ ਉਹੀ ਆਖਰੀ ਸ਼ਾਸਕ ਸੀਗਾ, ਸ਼ੇਰਸ਼ਾਹ ਸੂਰੀ ਦਾ ਵੰਸ਼ ਸੀਗਾ, ਜਿਹਨੂੰ ਹਰਾ ਕੇ 1555 ਦੇ ਵਿੱਚ ਜਿਹੜਾ ਹਿਮਾਂਜੂ ਹੈ ਉਹ ਦਿੱਲੀ ਤੇ ਉਹਨੇ ਦੁਆਰਾ ਕਬਜ਼ਾ ਕਰ ਲਿਆ ਸੀ। ਠੀਕ ਹੈ ਜੀ। ਬੈਰਮ ਖਾਨ, ਇਹ ਯਾਦ ਰੱਖਣਾ ਬਹੁਤ ਇੰਪੋਰਟੈਂਟ ਫੈਕਟ ਹੈ ਇਹ ਸਰਪ੍ਰਸਤ ਸੀਗਾ। ਕਿਹਦਾ ਸਰਪ੍ਰਸਤ ਸੀ? ਅਕਬਰ ਦਾ, ਕਿਉਂਕਿ ਅਕਬਰ ਦੀ ਉਮਰ ਮਾਤਰ 13 ਸਾਲਾਂ ਦੀ ਸੀ ਉਸ ਸਮੇਂ। ਠੀਕ ਹੈ। ਤੇ ਜਦੋਂ ਗੱਦੀ ਤੇ ਬੈਠਿਆ ਤਾਂ ਉਹ ਫਿਰ ਬੈਰਮ ਖਾਨ ਉਸ ਨੂੰ ਸਾਰੀ ਗਾਈਡਲਾਈਨਸ ਜਿਹੜੀਆਂ ਦਿਸ਼ਾ ਨਿਰਦੇਸ਼ ਉਹ ਦਿੰਦਾ ਸੀ ਸ਼ਾਸਨ ਕਰਨ ਸੰਬੰਧੀ। ਅਕਬਰ ਦੀ ਤਾਜਪੋਸ਼ੀ ਹੈ ਜਿਹੜੀ 14 ਫਰਵਰੀ 1556 ਨੂੰ ਪੰਜਾਬ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਨੇੜੇ ਕਲਾਨੌਰ ਸਥਾਨ ਤੇ ਬੈਰਮ ਖਾਨ ਦੀ ਨਿਗਰਾਨੀ ਵਿੱਚ ਹੋਈ। ਠੀਕ ਹੈ ਜੀ। ਯਾਦ ਕੀ ਰੱਖਣਾ, ਕਿੱਥੇ ਹੋਈ ਸੀ? ਕਲਾਨੌਰ ਸਥਾਨ ਤੇ। ਕਲਾਨੌਰ ਕਿੱਥੇ ਰਹਿੰਦਾ? ਪੰਜਾਬ ਗੁਰਦਾਸਪੁਰ ਦੇ ਵਿੱਚ। ਕਿਹਦੀ ਅਗਵਾਈ 'ਚ ਨਿਗਰਾਨੀ 'ਚ ਹੋਈ ਸੀ? ਬੈਰਮ ਖਾਨ ਦੀ ਜੀ ਹੋਈ ਸੀ। ਤੇ ਕਦੋਂ ਹੋਈ ਸੀ? 14 ਫਰਵਰੀ 1556 ਦੇ ਵਿੱਚ ਉਹ ਤਾਜਪੋਸ਼ੀ ਹੋਈ ਸੀ। ਮਾਤਰ ਉਸ ਸਮੇਂ 13 ਸਾਲ ਦੀ ਉਹਦੀ ਉਮਰ ਸੀ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣਾ। ਹਮੀਦਾ ਬਾਨੋ ਬੇਗਮ ਦੱਸਣਾ ਕਿਸ ਦੀ ਪਤਨੀ ਸੀ? ਠੀਕ ਹੈ ਜੀ। ਇਹ ਅਕਬਰ ਦੀ ਮਾਂ ਸੀ ਤੇ ਹਿਮਾਂਜੂ ਦੀ ਇਹ ਪਤਨੀ ਸੀ। ਵਟ ਵਾਸ ਦੀ ਏਜ ਆਫ ਅਕਬਰ ਐਟ ਦੀ ਟਾਈਮ ਆਫ ਹਿਸ ਕੋਰੋਨੇਸ਼ਨ ਐਟ ਕਲਾਨੌਰ। ਕਲਾਨੌਰ ਦੇ ਵਿੱਚ ਤਾਜਪੋਸ਼ੀ ਦੇ ਸਮੇਂ ਅਕਬਰ ਦੀ ਕਿੰਨੀ ਉਮਰ ਸੀ? ਮਾਤਰ ਉਹ ਉਸ ਸਮੇਂ 13 ਸਾਲਾਂ ਦਾ ਸੀ, 13। ਹੂ ਵਾਸ ਦੀ ਰੀਜੈਂਟ ਆਫ ਅਕਬਰ ਇਨ ਹਿਸ ਅਰਲੀਅਰ ਡੇ। ਅਕਬਰ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਉਸ ਦਾ ਸਰਪ੍ਰਸਤ ਕੌਣ ਸੀ? ਠੀਕ ਹੈ ਜੀ। ਬੈਰਮ ਖਾਨ ਉਹਦਾ ਸਰਪ੍ਰਸਤ ਸੀ। ਹਾਂਜੀ, ਕੁਝ ਹੋਰ ਇੰਪੋਰਟੈਂਟ ਫੈਕਟ। ਬੈਰਮ ਖਾਨ ਨੂੰ ਅਕਬਰ ਨੇ ਆਪਣਾ ਵਕੀਲ ਜਾਂ ਵਜ਼ੀਰ ਨਿਯੁਕਤ ਕੀਤਾ ਤੇ ਉਸ ਨੂੰ ਖਾਨ ਏ ਖਾਨਾ ਦੀ ਖਿਤਾਬ ਦਿੱਤਾ। ਹੁਣ ਯਾਦ ਰੱਖ ਲਿਓ, ਬੈਰਮ ਖਾਨ ਨੂੰ ਖਿਤਾਬ ਮਿਲਿਆ ਸੀ ਖਾਨ ਏ ਖਾਨਾ, ਤੇ ਬੈਰਮ ਖਾਨ ਦਾ ਜਿਹੜਾ ਮੁੰਡਾ ਸੀ, ਠੀਕ ਹੈ ਜੀ, ਪ੍ਰਸਿੱਧ ਹਿੰਦੀ ਕਵੀ, ਠੀਕ ਹੈ, ਉਹਦੇ ਨਾਮ ਨਾਲ ਵੀ ਖਾਨ ਏ ਖਾਨਾ ਜਿਹੜਾ ਉਹ ਐਡ ਹੋ ਗਿਆ ਸੀਗਾ। ਠੀਕ ਹੈ ਜੀ। ਤੇ ਰਹੀਮ, ਤੁਸੀਂ ਇਹ ਹਿੰਦੀ ਦੇ ਵਿੱਚ ਪੜ੍ਹਦੇ ਹੋਵੋਗੇ ਤੇ ਦੋਹੇ ਬਹੁਤ ਮਸ਼ਹੂਰ ਹੈ, ਰਹੀਮ ਖਾਨ ਏ ਖਾਨਾ। ਠੀਕ ਹੈ ਜੀ। ਤੇ ਇੱਕ ਗੱਲ ਹੋਰ ਧਿਆਨ ਰੱਖਣੀ ਹੈ, ਇਹ ਜਿਹੜਾ ਜਹਾਂਗੀਰ ਦਾ ਇੱਕ ਗੁਰੂ ਸੀ, ਟੀਚਰ ਸੀਗਾ। ਠੀਕ ਹੈ ਜੀ। ਬੈਰਮ ਖਾਨ ਦਾ ਮੁੰਡਾ ਰਹੀਮ ਖਾਨ ਏ ਖਾਨਾ ਜਹਾਂਗੀਰ ਦਾ ਇੱਕ ਟੀਚਰ ਸੀਗਾ। ਬੈਰਮ ਖਾਨ ਨੂੰ ਅਕਬਰ ਦੀਆਂ ਮੁੱਢਲੀਆਂ ਮੁਸ਼ਕਲਾਂ ਹੱਲ ਕਰਨ ਤੇ ਭਾਰਤ ਵਿੱਚ ਮੁਗਲ ਸਾਮਰਾਜ ਦੀ ਰੱਖਿਆ ਕਰਨ ਦਾ ਸਿਹਰਾ ਜਾਂਦਾ ਹੈ। ਠੀਕ ਹੈ ਜੀ। ਇਹ ਧਿਆਨ ਰੱਖ ਲੈਣਾ, ਜਿੰਨੀਆਂ ਵੀ ਮੁਸ਼ਕਲਾਂ ਸ਼ਾਸਨ ਦੌਰਾਨ ਆਉਂਦੀਆਂ ਸੀ ਉਹ ਬੈਰਮ ਖਾਨ ਹੱਲ ਕਰਦਾ ਸੀ, ਤੇ ਮੁਗਲ ਸਾਮਰਾਜ ਨੂੰ ਵਧਾਉਣ ਦੇ ਵਿੱਚ ਵੀ ਬੈਰਮ ਖਾਨ ਦੀ ਬਹੁਤ ਵੱਡੀ ਭੂਮਿਕਾ ਸੀ। ਹਾਂਜੀ, 1555 ਤੋਂ ਲੈ ਕੇ 1560 ਵਿੱਚ ਬੈਰਮ ਖਾਨ ਦੀ ਸਰਪ੍ਰਸਤੀ ਹੇਠ, ਠੀਕ ਹੈ ਜੀ। ਹਾਂਜੀ, ਪਾਣੀਪਤ ਦੀ ਦੂਜੀ ਲੜਾਈ ਹੋਈ ਇੱਕ ਤਾਂ 5 ਨਵੰਬਰ 1556 ਨੂੰ। ਇਸ ਲੜਾਈ, ਪਾਣੀਪਤ ਦੀ ਦੂਜੀ ਲੜਾਈ ਅਸਲ ਵਿੱਚ ਅਕਬਰ ਦੇ ਸਰਪ੍ਰਸਤ ਬੈਰਮ ਖਾਨ ਤੇ ਮੁਹੰਮਦ ਅਦਿਲ ਸ਼ਾਹ ਦੇ ਵਜ਼ੀਰ ਹੇਮੂ ਦੇ ਵਿਚਕਾਰ ਲੜੀ ਗਈ। ਯਾਦ ਰੱਖਣਾ ਹੈ, ਹੇਮੂ ਕਿਹਦਾ ਵਜ਼ੀਰ ਸੀਗਾ? ਮੁਹੰਮਦ ਅਦਿਲ ਸ਼ਾਹ ਸੂਰ ਦਾ ਵਜ਼ੀਰ ਸੀਗਾ, ਤੇ ਹੇਮੂ ਦੀ ਇਹਦੇ ਵਿੱਚ ਹਾਰ ਹੋ ਗਈ ਤੇ ਮੌਤ ਹੋ ਗਈ। ਠੀਕ ਹੈ। ਆਮ ਤੌਰ ਤੇ ਆਪਾਂ ਪੜ੍ਹਦੇ ਹਾਂ ਅਕਬਰ ਤੇ ਹੇਮੂ ਦੇ ਵਿਚਕਾਰ ਲੜੀ ਗਈ, ਪਰ ਕਈ ਵਾਰ ਆਪਸ਼ਨਾਂ ਨਹੀਂ ਮਿਲਦੀਆਂ ਤਾਂ ਉਦੋਂ ਆਪਾਂ ਧਿਆਨ 'ਚ ਰੱਖਣਾ ਬੈਰਮ ਖਾਨ ਤੇ ਯਾਦ ਰੱਖਣਾ ਹੇਮੂ ਦੇ ਵਿਚਕਾਰ ਇਹ ਲੜੀ ਗਈ ਸੀ। ਠੀਕ ਹੈ ਜੀ। ਤੇ ਹੇਮੂ ਕੌਣ ਸੀਗਾ? ਮੁਹੰਮਦ ਅਦਿਲ ਸ਼ਾਹ ਸੂਰ ਦਾ ਵਜ਼ੀਰ ਸੀ। 1560 ਦੇ ਵਿੱਚ ਬੈਰਮ ਖਾਨ ਦੀ ਮੌਤ ਹੋ ਜਾਂਦੀ ਹੈ। ਜਦੋਂ ਅਕਬਰ ਨੇ ਉਸ ਨੂੰ ਮੱਕਾ ਜਾਣ ਲਈ ਕਿਹਾ ਤਾਂ ਮੱਕੇ ਜਾਂਦੇ ਸਮੇਂ ਮੁਬਾਰਕ ਖਾਨ ਨਾਂ ਦੇ ਅਫਗਾਨ ਨੇ ਬੈਰਮ ਖਾਨ ਨੂੰ ਗੁਜਰਾਤ ਪਾਟਨ ਵਿਖੇ ਮਾਰ ਦਿੱਤਾ। ਠੀਕ ਹੈ ਜੀ। ਧਿਆਨ ਰੱਖਣਾ, ਗੁਜਰਾਤ ਪਾਟਨ ਦੇ ਵਿੱਚ ਮਾਰਤਾ ਸੀਗਾ ਬੈਰਮ ਖਾਨ ਨੂੰ। ਕਿਹਨੇ ਮਾਰਤਾ ਸੀ? ਮੁਬਾਰਕ ਖਾਨ ਨੇ ਮਾਰਤਾ ਸੀਗਾ। ਠੀਕ ਹੈ ਜੀ। ਇੱਕ ਅਫਗਾਨ ਸੀਗਾ ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ, ਸਾਰੇ ਦੇ ਸਾਰੇ ਇੰਪੋਰਟੈਂਟ ਹੈ। ਹੋਮ ਡਿਡ ਅਕਬਰ ਡਿਫੀਟਡ ਦੀ ਸੈਕੰਡ ਬੈਟਲ ਆਫ ਪਾਣੀਪਤ ਇਨ 1556। 1556 ਦੇ ਵਿੱਚ ਅਕਬਰ ਨੇ ਪਾਣੀਪਤ ਦੀ ਦੂਜੀ ਲੜਾਈ ਵਿੱਚ ਕਿਸ ਨੂੰ ਹਰਾਇਆ ਸੀ? ਉਹ ਹੇਮੂ ਨੂੰ ਹਰਾਇਆ ਸੀ, ਹੇਮੂ ਵਿਕਰਮਦੱਤਿਆ। ਹਾਂਜੀ, ਇਸ ਤੋਂ ਬਾਅਦ ਹੈ ਪਰਦਾ ਰਾਜ। 1560 ਦੇ ਵਿੱਚ ਜਦੋਂ ਸਰਪ੍ਰਸਤ ਅਕਬਰ ਦਾ ਜਿਹੜਾ ਸੀਗਾ ਉਹਦੀ ਮੌਤ ਹੋ ਜਾਂਦੀ ਹੈ, ਬੈਰਮ ਖਾਨ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਜਿਹੜੇ ਅਕਬਰ ਦੇ ਸ਼ਾਹੀ ਹਰਮ ਤੋਂ ਬਹੁਤ ਪ੍ਰਭਾਵ ਹੁੰਦਾ। ਸ਼ਾਹੀ ਹਰਮ ਦਾ ਮਤਲਬ ਹੈ ਵੀ ਉਹਦੇ ਸ਼ਾਹੀ ਪਰਿਵਾਰ ਦੇ ਜਿਹੜੇ ਤਾਇਆ ਚਾਚਾ, ਠੀਕ ਹੈ, ਜੋ ਵੀ ਰਿਸ਼ਤੇਦਾਰ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ। ਖਾਸ ਤੌਰ ਤੇ ਮਹਿਮ ਅੰਗਾ ਤੋਂ ਬਹੁਤ ਜ਼ਿਆਦਾ ਉਹ ਪ੍ਰਭਾਵ ਹੁੰਦਾ ਹੈ। ਪਰ ਬਾਅਦ ਵਿੱਚ ਅਕਬਰ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਪ੍ਰਭਾਵ ਤੋਂ ਆਪਣੇ ਆਪ ਨੂੰ ਮੁਕਤ ਕਰ ਲਿਆ। ਇਹ ਧਿਆਨ 'ਚ ਰੱਖਣਾ। ਠੀਕ ਹੈ ਜੀ। ਹਾਂਜੀ, ਆਹ ਤਿੰਨੇ ਫੈਕਟ ਇੰਪੋਰਟੈਂਟ ਹੈ। 1562 ਦੇ ਵਿੱਚ ਅਕਬਰ ਨੇ ਦਾਸ ਪ੍ਰਥਾ ਦਾ ਅੰਤ ਕੀਤਾ। 63 ਦੇ ਵਿੱਚ ਤੀਰਥ ਯਾਤਰਾ ਤੇ ਜਿਹੜਾ ਟੈਕਸ ਲੱਗਦਾ ਸੀ ਉਹ ਖਤਮ ਕਰ ਦਿੱਤਾ। 64 ਦੇ ਵਿੱਚ ਜਜ਼ੀਆ ਟੈਕਸ ਜਿਹੜਾ ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀਗਾ ਉਹ ਖਤਮ ਕਰਤਾ। ਠੀਕ ਹੈ ਜੀ। ਇਹ ਤਿੰਨੇ ਦੇ ਤਿੰਨੇ ਇੰਪੋਰਟੈਂਟ ਹੈ। 62 ਦੇ ਵਿੱਚ ਦਾਸ ਪ੍ਰਥਾ, 63 ਦੇ ਵਿੱਚ ਯਾਤਰਾ ਕਰ, ਤੀਰਥ ਯਾਤਰਾ ਕਰ, 64 ਦੇ ਵਿੱਚ 1500 ਜਜ਼ੀਆ ਟੈਕਸ ਖਤਮ ਕਰ ਦਿੱਤਾ ਸੀ। ਹਾਂਜੀ, ਅਕਬਰ ਨੇ ਜਜ਼ੀਆ ਟੈਕਸ ਕਦੋਂ ਖਤਮ ਕੀਤਾ ਸੀ? ਹਾਂਜੀ, 64 ਦੇ ਵਿੱਚ ਜਜ਼ੀਆ ਟੈਕਸ ਖਤਮ ਕਰਤਾ ਸੀਗਾ। ਠੀਕ ਹੈ। 62 ਦੇ ਵਿੱਚ ਦਾਸ ਪ੍ਰਥਾ ਖਤਮ ਕੀਤੀ ਸੀ। ਠੀਕ ਹੈ ਜੀ। 63 ਦੇ ਵਿੱਚ ਜਿਹੜਾ ਤੀਰਥ ਯਾਤਰਾ ਕਰ ਖਤਮ ਕਰਤਾ ਸੀ। ਇਹ ਧਿਆਨ 'ਚ ਰੱਖ ਲੈਣਾ। ਪਾਣੀਪਤ ਦੀ ਦੂਜੀ ਲੜਾਈ ਕਦੋਂ ਲੜੀ ਗਈ? 5 ਨਵੰਬਰ 1556 ਨੂੰ ਲੜੀ ਗਈ। ਠੀਕ ਹੈ ਜੀ। ਧਿਆਨ 'ਚ ਰੱਖਣਾ ਜੀ। ਜਜ਼ੀਆ ਵਾਜ਼ ਅਬੋਲਿਸ਼ਡ ਬਾਈ ਦੀ ਮੁਗਲ ਰੂਲਰ। ਕਿਸ ਮੁਗਲ ਸ਼ਾਸਕ ਨੇ ਜਜ਼ੀਆ ਖਤਮ ਕੀਤਾ ਸੀਗਾ? ਉਹ ਅਕਬਰ ਨੇ ਕੀਤਾ ਸੀਗਾ। ਠੀਕ ਹੈ, 1564 ਦੇ ਵਿੱਚ। ਹਾਂਜੀ, ਅਗਲਾ ਜਿਹੜਾ ਇੰਪੋਰਟੈਂਟ ਹੈ ਉਹ ਹੈ ਹਲਦੀ ਘਾਟੀ ਦੀ ਲੜਾਈ। ਹਲਦੀ ਘਾਟੀ ਦੀ ਲੜਾਈ ਜੂਨ 1576।
ਇਹ ਯੁੱਧ ਰਾਣਾ ਪ੍ਰਤਾਪ ਅਤੇ ਮੁਗਲ ਰਾਜਾ ਮਾਨ ਸਿੰਘ ਤੇ ਆਸਿਫ ਖਾਨ ਦੀ ਅਗਵਾਈ ਦੇ ਵਿੱਚ ਹੋਇਆ। ਠੀਕ ਹੈ ਜੀ। ਇੱਕ ਪਾਸੇ ਰਾਣਾ ਪ੍ਰਤਾਪ ਸੀਗਾ, ਰਾਣਾ ਪ੍ਰਤਾਪ ਮੇਵਾੜ ਦਾ ਸ਼ਾਸਕ ਸੀਗਾ, ਦੂਜੇ ਪਾਸੇ ਮੁਗਲ ਸੀ ਤੇ ਮੁਗਲਾਂ ਦੀ ਅਗਵਾਈ ਰਾਜਾ ਮਾਨ ਸਿੰਘ ਤੇ ਆਸਿਫ ਖਾਨ ਕਰ ਰਹੇ ਸੀਗੇ। ਠੀਕ ਹੈ ਜੀ। ਉਹਨਾਂ ਦੇ ਵਿਚਕਾਰ ਇਹ ਲੜਾਈ ਹੋਈ। ਆਮ ਤੌਰ ਤੇ ਪੇਪਰ ਦੇ ਵਿੱਚ ਐਂ ਪੁੱਛਿਆ ਜਾਂਦਾ ਵੀ ਹਲਦੀਗੜ੍ਹ ਦੀ ਲੜਾਈ ਕਿਹਦੇ ਵਿਚਕਾਰ ਲੜੀ ਗਈ, ਤਾਂ ਆਪਾਂ ਟਿਕ ਲਾ ਕੇ ਉਹਨੇ ਮਹਾਰਾਣਾ ਪ੍ਰਤਾਪ ਤੇ ਅਕਬਰ ਦੇ ਵਿਚਕਾਰ ਹੋਈ ਜਾਂ ਰਾਜਾ ਮਾਨ ਸਿੰਘ ਦੇ ਵਿਚਕਾਰ ਹੋਈ। ਠੀਕ ਹੈ ਜੀ। ਰਾਣਾ ਪ੍ਰਤਾਪ ਦੀ ਜਿਹੜੀ ਮੌਤ ਹੈ ਉਹ 1599 ਦੇ ਵਿੱਚ ਹੋਈ। ਦੱਖਣ ਦੀ ਚੜ੍ਹਾਈ ਦੇ ਦੌਰਾਨ ਅਕਬਰ ਨੇ ਖਾਨਦਾਨ 1591 ਦੇ ਵਿੱਚ ਜਿੱਤ ਲਿਆ, ਦੌਲਤਾਬਾਦ 99 ਚ, ਅਹਿਮਦਨਗਰ 1600 ਤੇ ਅਸੀਰਗੜ੍ਹ 1601 ਦੇ ਵਿੱਚ। ਇਹਦੇ ਵਿੱਚ ਖਾਸੀਅਤ ਕੀ ਹੈ? ਇਹਦੇ ਵਿੱਚ ਇਸ ਪੁਆਇੰਟ ਦੇ ਵਿੱਚ ਖਾਸੀਅਤ ਇਹ ਹੈ ਵੀ ਦੱਖਣ ਭਾਰਤ ਦੇ ਪਹਿਲਾ ਜਿਹੜਾ ਚੜ੍ਹਾਈ ਕਰਨ ਵਾਲਾ ਮੁਗਲ ਸ਼ਾਸਕ ਬਣ ਗਿਆ ਸੀਗਾ ਉਹ ਅਕਬਰ ਬਣ ਗਿਆ ਸੀ। ਦੂਸਰੀ ਖਾਸੀਅਤ ਇਹਦੇ ਵਿੱਚ ਹੈ ਅਸੀਰਗੜ੍ਹ। ਅਸੀਰਗੜ੍ਹ 1601 ਦੇ ਵਿੱਚ ਜਿਹੜੀ ਲੜਾਈ ਲੜੀ ਸੀਗੀ ਇਹ ਅਕਬਰ ਦੀ ਅੰਤਮ ਲੜਾਈ ਸੀ। ਇਹ ਖਾਸੀਅਤ ਇਹਦੇ ਵਿੱਚ। ਠੀਕ ਹੈ ਜੀ। ਇਸ ਤੋਂ ਬਿਨਾਂ ਤੁਸੀਂ ਯਾਦ ਰੱਖਣਾ ਤਾਂ ਰੱਖ ਵੀ ਸਕਦੇ ਹੋ ਖਾਨਦਾਨ 1591 ਦੌਲਤਾਬਾਦ ਤੇ ਅਹਿਮਦਨਗਰ। ਠੀਕ ਹੈ ਜੀ। ਅਕਬਰ ਦੀ ਜਿਹੜੀ ਮੌਤ ਹੈ ਉਹ 1605 ਦੇ ਵਿੱਚ 25 ਅਕਤੂਬਰ ਨੂੰ ਹੁੰਦੀ ਹੈ ਤੇ ਉਹਨੂੰ ਆਗਰੇ ਦੇ ਵਿੱਚ, ਠੀਕ ਹੈ, ਸਿਕੰਦਰਾ ਮਕਬਰੇ ਦੇ ਵਿੱਚ ਦਫਨਾਇਆ ਗਿਆ ਤੇ ਇਹ ਬੁੱਧੀ ਪ੍ਰਭਾਵ ਦੇ ਹੇਠ ਬਣਿਆ ਹੋਇਆ ਮਕਬਰਾ ਹੈ। ਠੀਕ ਹੈ ਜੀ। ਅਕਬਰ ਦੀ ਮੌਤ ਤੋਂ ਬਾਅਦ ਸਮੇਂ ਉਸ ਦੇ ਕੋਲ ਉਸ ਸਮੇਂ ਉਹਦਾ ਇੱਕ ਹੀ ਪੁੱਤਰ ਸਲੀਮ ਸੀਗਾ। ਜਦੋਂ ਅਕਬਰ ਮਰਿਆ ਤਾਂ ਸਲੀਮ ਉਹਦੇ ਨਾਲ ਸੀ। ਠੀਕ ਹੈ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ। ਅਕਬਰ ਤੇ ਰਾਣਾ ਪ੍ਰਤਾਪ ਦੇ ਵਿਚਕਾਰ ਹਲਦੀ ਘਾਟੀ ਦੀ ਕਿਹੜੀ ਮਸ਼ਹੂਰ ਲੜਾਈ ਜਿਹੜੀ ਹੋਈ ਹੈ ਹਲਦੀ ਘਾਟੀ ਦੀ, ਉਹ ਕਦੋਂ ਹੋਈ ਸੀ? 1576 ਚ ਹੋਈ ਸੀ। ਹਾਂਜੀ, ਕੁਝ ਅਕਬਰ ਦੀਆਂ ਰਾਜਪੂਤ ਨੀਤੀਆਂ ਇੱਥੇ ਚੱਲਦੇ ਹਾਂ। ਅਕਬਰ ਦੀ ਰਾਜਪੂਤੀ ਦਮਨ ਕਰਨ ਵਾਲੀ ਤੇ ਸਮਝੌਤੇ ਵਾਲੀ ਸੀ। ਠੀਕ ਹੈ ਜੀ। ਉਸਨੇ ਰਾਜਪੂਤਾਂ ਦੇ ਨਾਲ ਵਿਆਹਤਾ ਸੰਬੰਧ ਵੀ ਬਣਾਏ। ਅਕਬਰ ਨੇ ਅਮੇਰ ਦੇ ਰਾਜਾ ਭਾਰਮਲ ਦੀ ਪੁੱਤਰੀ ਹਰਖਾਬਾਈ ਦੇ ਨਾਲ ਵਿਆਹ ਕਰਾਇਆ, ਜਿਸ ਤੋਂ ਉਸਦਾ ਜਿਹੜਾ ਪੁੱਤਰ ਸਲੀਮ ਹੈ ਉਹ ਪੈਦਾ ਹੋਇਆ। ਠੀਕ ਹੈ ਜੀ। ਹਰਖਾਬਾਈ ਅਮੇਰ ਦੇ ਰਾਜਾ ਭਾਰਮਲ ਦੀ ਪੁੱਤਰੀ ਸੀ, ਧਿਆਨ ਰੱਖਣਾ ਹੈ। ਅਕਬਰ ਦੇ ਦਰਬਾਰ ਦੇ 9 ਰਤਨ। ਠੀਕ ਹੈ ਜੀ। ਬੀਰਬਲ, ਠੀਕ ਹੈ, ਇਸ ਨੂੰ ਬਾਦਸ਼ਾਹ ਜਾਂ ਕਵੀ ਦੀ ਉਹ ਖਿਤਾਬ ਦਿੱਤਾ ਗਿਆ ਸੀ ਬੀਰਬਲ ਨੂੰ। ਟੋਡਰਮਲ ਵਿੱਤ ਮੰਤਰੀ ਸੀਗਾ। ਜ਼ਮੀਨ ਦੇ ਮਾਪ ਦੀ ਤੇ ਲਗਾਨ ਪ੍ਰਣਾਲੀ ਜਿਹੜੀ ਵਿਕਸਿਤ ਟੋਡਰਮਲ ਨੇ ਕੀਤੀ ਸੀ, ਜਿਹਨੂੰ ਦਸ਼ਸ਼ਾਲਾ ਕਹਿੰਦੇ ਆ, ਜਪਤੀ ਪ੍ਰਣਾਲੀ ਕਹਿੰਦੇ ਆ ਜਿਹਨੂੰ ਆਪਾਂ, ਉਹ ਟੋਡਰਮਲ ਦੀ ਦੇਣ ਹੈ। ਮਾਨ ਸਿੰਘ ਅਕਬਰ ਦਾ ਸੈਨਾਪਤੀ ਸੀਗਾ ਜਿਹਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀਗੀ 1576 ਹਲਦੀ ਘਾਟੀ ਦੇ ਯੁੱਧ ਦੇ ਵਿੱਚ। ਤਾਨਸੇਨ, ਜਿਹਦਾ ਬਚਪਨ ਦਾ ਨਾਮ ਰਾਮਤਨੂ ਪਾਂਡੇ ਸੀ, ਉਹ ਅਕਬਰ ਦੇ ਦਰਬਾਰ ਵਿੱਚ ਮਸ਼ਹੂਰ ਗਾਇਕ ਸੀ, ਗਵਾਲੀਅਰ ਦਾ ਰਹਿਣ ਵਾਲਾ ਸੀ। ਉਸ ਦੀ ਕਬਰ ਵੀ ਗਵਾਲੀਅਰ ਦੇ ਵਿੱਚ ਹੀ ਹੈ ਤੇ ਅਕਬਰ ਨੇ ਤਾਨਸੇਨ ਨੂੰ ਕਦੰਬਰ ਬਾਣੀ ਦਾ ਖਿਤਾਬ ਦਿੱਤਾ ਸੀ। ਠੀਕ ਹੈ ਜੀ। ਧਿਆਨ ਰੱਖਣਾ, ਕਦੰਬਰ ਬਾਣੀ ਦਾ ਖਿਤਾਬ ਦਿੱਤਾ ਸੀ ਤਾਨਸੇਨ ਨੂੰ ਅਕਬਰ ਨੇ। ਇਹ ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ 'ਚ ਰੱਖਣੀ ਹੈ। ਇਹ ਚਾਰ ਆਪਣੇ ਤੇ ਹੋ ਚੁੱਕੇ ਆ 9 ਰਤਨ। ਰਾਜਪੂਤਾਂ ਨੂੰ ਆਪਣੇ ਹੱਕ ਵਿੱਚ ਕਰਨ ਦੇ ਲਈ ਅਕਬਰ ਨੇ ਕਿਹੜੀ ਨੀਤੀ ਨਹੀਂ ਅਪਣਾਈ? ਵਿਆਹ ਸੰਬੰਧ ਵਿਆਹ ਵੀ ਕੀਤੇ ਸੀ, ਧਾਰਮਿਕ ਸਹਿਣਸ਼ੀਲਤਾ ਵੀ ਕੀਤੀ ਸੀ, ਇਬਾਦਤਖਾਨਾ ਬਣਾਇਆ ਸੀ, ਇਸੇ ਕਰਕੇ ਉਹ ਚੌਦੇ ਵੀ ਪ੍ਰਦਾਨ ਕਰਤੇ ਸੀ ਆਪਣੀ ਵਜ਼ਾਰਤ ਦੇ ਵਿੱਚ। ਜਿੱਤੇ ਹੋਏ ਇਲਾਕਿਆਂ ਨੂੰ ਵਾਪਸ ਕਰਨਾ ਇਹ ਨਹੀਂ ਕੀਤਾ ਸੀ ਉਹਨੇ। ਜਿੱਤੇ ਹੋਏ ਇਲਾਕੇ ਜਿਹੜੇ ਇਹ ਅਜਿਹਾ ਕੁਝ ਨਹੀਂ ਸੀਗਾ। ਠੀਕ ਹੈ ਜੀ। ਦੀ ਓਰੀਜਨਲ ਨੇਮ ਆਫ ਤਾਨਸੇਨ, ਤਾਨਸੇਨ ਦਾ ਮੁੰਡਾ ਨਾਮ ਕੀ ਸੀ ਜਿਹੜਾ ਕਿ ਕੋਰਟ ਅਕਬਰ ਦੀ ਕੋਰਟ ਦੇ ਵਿੱਚ ਮਹਾਨ ਸੰਗੀਤਕਾਰ ਸੀ? ਰਾਮਤਨੂ ਪਾਂਡੇ। ਹਾਂਜੀ, ਪੰਜਵਾਂ ਜਿਹੜਾ 9 ਰਤਨਾਂ ਦੇ ਵਿੱਚੋਂ ਹੈ ਮੁੱਲਾ ਦੋ ਪਿਆਜ਼ਾ। ਪਿਆਜ਼ ਦੇ ਨਾਲ ਬੋਝਾ ਪਿਆਜ਼ ਸੀ, ਇਸ ਕਰਕੇ ਇਹਨੂੰ ਮੁੱਲਾ ਦੋ ਪਿਆਜ਼ਾ ਕਹਿੰਦੇ ਆ। ਹਕੀਮ ਹੁਮਾਮ, ਇਹ ਸਕੂਲ ਸ਼ਾਹੀ ਸਕੂਲ ਦਾ ਮੁਖੀ ਸੀ। ਠੀਕ ਹੈ ਜੀ। ਜਿਹੜੇ ਮੁਗਲ ਰਾਜਿਆਂ ਦਾ ਆਪਣੇ ਸਕੂਲ ਜਿੱਥੇ ਬੱਚੇ ਪੜ੍ਹਦੇ ਸੀ ਉਹਦਾ ਮੁਖੀ ਸੀ ਹਕੀਮ ਹੁਮਾਮ। ਫੈਜੀ, ਇਹ ਅਬੁਲ ਫਜ਼ਲ ਦਾ ਵੱਡਾ ਭਰਾ ਸੀ। ਠੀਕ ਹੈ ਜੀ। ਤੇ ਇਸ ਨੇ ਲੀਲਾਵਤੀ ਇੱਕ ਗਣਿਤ ਦੀ ਕਿਤਾਬ ਹੈ ਉਹਦਾ ਅਨੁਵਾਦ ਕੀਤਾ ਸੀਗਾ। ਠੀਕ ਹੈ, ਫਾਰਸੀ ਭਾਸ਼ਾ ਦੇ ਵਿੱਚ। ਇਹ ਧਿਆਨ 'ਚ ਰੱਖ ਲਿਓ। ਅਬਦੁਲ ਰਹੀਮ ਖਾਨ ਖਾਨਾ, ਇਹ ਬਹਿਰਮ ਖਾਨ ਦਾ ਪੁੱਤਰ ਸੀ ਤੇ ਹਿੰਦੀ ਦਾ ਇੱਕ ਪ੍ਰਸਿੱਧ ਕਵੀ ਸੀ। ਠੀਕ ਹੈ, ਧਿਆਨ 'ਚ ਰੱਖਣਾ, ਇਹ ਬਹੁਤ ਇੰਪੋਰਟੈਂਟ ਹੈ। ਅਬੁਲ ਫਜ਼ਲ, ਇਹ ਦੋ ਭਰਾ ਸੀਗੇ, ਇੱਕ ਅਬੁਲ ਫਜ਼ਲ ਤੇ ਫੈਜੀ। ਠੀਕ ਹੈ, ਅਬੁਲ ਫਜ਼ਲ ਤੇ ਫੈਜੀ ਦੋਨੋਂ ਭਰਾ ਸੀਗੇ। ਫਜ਼ਲ ਤੇ ਫੈਜੀ ਨਾਮ ਮਿਲਦੇ ਜੁਲਦੇ ਆ, ਲਾਈ ਫਰਕ ਇੱਕ। ਅਕਬਰਨਾਮਾ ਦੀ ਫਾਰਸੀ ਭਾਸ਼ਾ ਦੇ ਵਿੱਚ ਰਚਨਾ ਕੀਤੀ ਸੀਗੀ ਤੇ ਇਸ ਦੇ ਤੀਜੇ ਭਾਗ ਨੂੰ ਆਇਨ ਅਕਬਰੀ ਕਿਹਾ ਜਾਂਦਾ ਹੈ। ਠੀਕ ਹੈ, ਅਕਬਰਨਾਮਾ ਦੇ ਤੀਜੇ ਭਾਗ ਨੂੰ ਕੀ ਕਹਿੰਦੇ? ਆਇਨ ਅਕਬਰੀ। ਇਸ ਨੂੰ ਅਕਬਰ ਦੇ ਰਾਜ ਦਾ ਸਰਕਾਰੀ ਗਜ਼ਟ ਵੀ ਮੰਨਿਆ ਜਾਂਦਾ ਹੈ, ਆਇਨ ਅਕਬਰੀ ਨੂੰ। ਅਕਬਰਨਾਮਾ ਦੀ ਰਚਨਾ ਅਬੁਲ ਫਜ਼ਲ ਨੇ ਕੀਤੀ ਸੀ, ਇਹ ਵੀ ਧਿਆਨ ਰੱਖਣੀ ਹੈ। 1602 ਦੇ ਵਿੱਚ ਸਲੀਮ ਦੇ ਕਹਿਣ ਤੇ, ਠੀਕ ਹੈ, ਉਰਸ਼ਾ ਦੇ ਰਾਜਾ ਵੀਰ ਸਿੰਘ ਬਦੇਲਾ ਨੇ ਅਬੁਲ ਫਜ਼ਲ ਨੂੰ ਮਾਰ ਦਿੱਤਾ ਸੀ। ਇਹ ਧਿਆਨ ਰੱਖ ਲਓ, ਵੈਰੀ ਵੈਰੀ ਇੰਪੋਰਟੈਂਟ ਫੈਕਟ ਹੈ। ਅਬੁਲ ਫਜ਼ਲ ਨੂੰ ਕਿਹਨੇ ਮਾਰਿਆ ਸੀਗਾ? ਉਰਸ਼ਾ ਦੇ ਰਾਜਾ ਵੀਰ ਸਿੰਘ ਬਦੇਲਾ ਨੇ ਮਾਰਿਆ ਸੀ। ਕਿਹਦੇ ਕਹਿਣ ਤੇ? ਸਲੀਮ ਦੇ ਕਹਿਣ ਤੇ ਮਾਰਿਆ 1602 ਦੇ ਵਿੱਚ। ਠੀਕ ਹੈ ਜੀ। ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ। ਅਕਬਰ ਦੇ 9 ਰਤਨਾਂ ਦੇ ਵਿੱਚੋਂ ਹੇਠਾਂ ਕੌਣ ਨਹੀਂ ਸ਼ਾਮਲ ਸੀ? ਬੀਰਬਲ ਵੀ ਸੀ, ਰਹੀਮ ਖਾਨਾ ਵੀ ਸੀ, ਟੋਡਰਮਲ ਵੀ ਸੀ, ਬੈਜੂ ਬਾਬਰਾ ਨਹੀਂ ਸੀ। ਅਬੁਲ ਫਜ਼ਲ ਨੂੰ ਇਹਨਾਂ ਵਿੱਚੋਂ ਕਿਸ ਨੇ ਮਾਰਿਆ ਸੀ? ਠੀਕ ਹੈ ਜੀ, ਉਹ ਵੀਰ ਸਿੰਘ ਬਦੇਲਾ ਨੇ ਮਾਰਿਆ ਸੀ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹੂ ਆਫ ਦੀ ਫੋਲੋਇੰਗ ਵਾਸ ਦੀ ਬਾਇਓਗ੍ਰਾਫਰ ਆਫ ਅਕਬਰ, ਅਕਬਰ ਦਾ ਜਿਹੜੀ ਜੀਵਨੀ ਲਿਖਣ ਵਾਲਾ ਕੌਣ ਸੀ? ਅਬੁਲ ਫਜ਼ਲ ਸੀ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। so called nine gems of courts of Akbar, the one who was a reputed poet of Hindi, 9 ਜਿਹੜੇ ਕੋਰਟ ਦੇ ਦਰਬਾਰੀ ਰਤਨ ਸੀਗੇ ਉਹਨਾਂ ਵਿੱਚੋਂ ਇੱਕ ਹਿੰਦੀ ਦਾ ਪ੍ਰਸਿੱਧ ਕਵੀ ਸੀ। ਉਹ ਕੌਣ ਸੀ? ਉਹ ਸੀ ਰਹੀਮ ਖਾਨ ਖਾਨਾ, ਅਬਦੁਲ ਰਹੀਮ ਖਾਨ ਖਾਨਾ। ਠੀਕ ਹੈ ਜੀ, ਇਹ ਬਹਿਰਮ ਖਾਨ ਦਾ ਮੁੰਡਾ ਸੀ, ਧਿਆਨ ਰੱਖ ਲਓ। ਹਾਂਜੀ, ਅਕਬਰ ਦੀ ਧਾਰਮਿਕ ਨੀਤੀ ਵੈਰੀ ਵੈਰੀ ਇੰਪੋਰਟੈਂਟ। ਹਾਂਜੀ, ਅਕਬਰ ਦੀ ਜਿਹੜੀ ਧਾਰਮਿਕ ਨੀਤੀ ਦਾ ਉਦੇਸ਼ ਹੈ ਸਰਵ ਵਿਆਪਕ ਸਹਿਣਸ਼ੀਲਤਾ ਸੀ। ਠੀਕ ਹੈ ਜੀ। ਇਬਾਦਤਖਾਨਾ ਜਿਹਨੂੰ ਆਪਾਂ ਪ੍ਰਾਰਥਨਾ ਕਰਦੇ ਹਾਂ 1575 ਦੇ ਵਿੱਚ ਇਹ ਬਣਵਾਇਆ ਸੀ ਅਕਬਰ ਨੇ। ਕਿਉਂ ਬਣਾਇਆ ਸੀਗਾ? ਧਾਰਮਿਕ ਵਿਸ਼ਾ ਤੇ ਬਹਿਸ ਕਰਨ ਦੇ ਲਈ। ਇੱਥੇ ਬਣਾਇਆ ਸੀ ਫਤਿਹਪੁਰ ਸਿਕਰੀ ਦੇ ਵਿੱਚ ਬਣਾਇਆ ਸੀਗਾ, ਧਿਆਨ ਰੱਖਣਾ। ਇਬਾਦਤਖਾਨਾ ਫਤਿਹਪੁਰ ਸਿਕਰੀ 'ਚ ਬਣਾਇਆ ਸੀ 1575, ਡੇਟ ਜ਼ਰੂਰ ਯਾਦ ਰੱਖਣੀ ਹੈ। ਤੇ ਬਣਾਇਆ ਕਿਉਂ ਸੀਗਾ? ਵੀ ਇੱਥੇ ਧਾਰਮਿਕ ਵਿਸ਼ਿਆਂ ਦੀ ਬਹਿਸ ਕਰਨ ਦੇ ਵਾਸਤੇ। ਸ਼ੁਰੂ ਦੇ ਵਿੱਚ ਇਹ ਸਿਰਫ ਇਸਲਾਮ ਧਰਮ ਦੇ ਲੋਕਾਂ ਲਈ ਖੋਲ੍ਹਿਆ ਗਿਆ ਸੀ ਵੀ ਇੱਥੇ ਇਸਲਾਮ ਧਰਮ ਦੇ ਜਿਹੜੇ ਆਗੂ ਹੈ, ਠੀਕ ਹੈ, ਪੀਰ ਹੈ, ਮੁਹੰਮਦ ਹੈ, ਸ਼ੇਖ ਹੈ, ਠੀਕ ਹੈ, ਤੇ ਉਲਮਾ ਹੈ, ਉਹ ਸਾਰੇ ਆ ਕੇ ਇੱਥੇ ਧਾਰਮਿਕ ਚਰਚਾ ਕਰਦੇ ਸੀਗੇ। ਠੀਕ ਹੈ, ਤੇ ਬਾਅਦ ਵਿੱਚ 1578 ਤੋਂ ਸਾਰੇ ਧਰਮਾਂ ਦੇ ਲਈ ਇਹ ਇਬਾਦਤਖਾਨਾ ਖੋਲ੍ਹ ਦਿੱਤਾ ਗਿਆ। 75 'ਚ ਬਣਿਆ, 78 'ਚ ਸਾਰੇ ਧਰਮਾਂ ਦੇ ਲਈ ਖੋਲ੍ਹ ਦਿੱਤਾ ਗਿਆ। ਧਿਆਨ 'ਚ ਰੱਖਣਾ, ਦੋਨੋਂ ਡੇਟਸ ਯਾਦ ਰੱਖਣੀਆਂ। ਮਹਜਰਨਾਮਾ ਘੋਸ਼ਣਾ ਪੱਤਰ ਕੀ ਹੈ? ਇਬਾਦਤਖਾਨੇ ਦੇ ਵਿੱਚ ਕੀ ਸੀਗਾ? ਜਿਹੜੇ ਉਲਮਾ ਸੀਗੇ, ਧਾਰਮਿਕ ਮੁਸਲਮਾਨ ਆਗੂ ਸੀ, ਉਹਨਾਂ ਦਾ ਦਬਦਬਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਸੀ ਤੇ ਉਹ ਆਪਣੀਆਂ ਮਨਮਾਨੀਆਂ ਕਰ ਰਹੇ ਸੀ। ਉਹਨਾਂ ਮਨਮਾਨੀਆਂ ਨੂੰ ਘਟਾਉਣ ਦੇ ਲਈ, ਖਤਮ ਕਰਨ ਦੇ ਲਈ ਮਹਜਰਨਾਮਾ ਜਾਰੀ ਕੀਤਾ ਅਕਬਰ ਨੇ ਤੇ ਇਹਦੇ ਤਹਿਤ ਉਸ ਨੇ ਆਪਣੇ ਆਪ ਨੂੰ ਧਾਰਮਿਕ ਮਾਮਲਿਆਂ ਦਾ ਸਰਵਉੱਚ ਬਣਾ ਲਿਆ। ਸਾਰੇ ਮਾਮਲੇ ਹੁਣ ਉਹਦੀ ਦੇਖ ਰੇਖ ਵਿੱਚ ਧਾਰਮਿਕ ਮਾਮਲੇ ਆਉਣ ਲੱਗ ਪਏ। ਪਹਿਲਾਂ ਉਹ ਉਲਮਾ ਲੋਕ ਜਿਹੜੇ ਪੈਗੰਬਰ ਸੀਗੇ ਜਿਹੜੇ ਉਹ ਦੇਖਦੇ ਸੀਗੇ। ਠੀਕ ਹੈ, ਇਸ ਤੋਂ ਬਾਅਦ ਉਸ ਨੇ ਸੁਲਤਾਨ ਆਦਿਲ ਦੀ ਉਪਾਧੀ ਵੀ ਧਾਰਨ ਕੀਤੀ। ਠੀਕ ਹੈ ਜੀ, ਮਹਜਰਨਾਮਾ ਧਿਆਨ 'ਚ ਰੱਖ ਲੈਣਾ ਜੀ। ਠੀਕ ਹੈ, ਦੀਨ ਇਲਾਹੀ 1582 ਦੇ ਵਿੱਚ ਇਹ ਬਣਾਇਆ ਸੀਗਾ।
ਠੀਕ ਹੈ ਜੀ। ਅਕਬਰ ਨੇ ਸਾਰੇ ਧਰਮਾਂ ਦੇ ਵਿੱਚ ਇਕਸਾਰਤਾ ਕਾਇਮ ਕਰਨ ਦੇ ਲਈ ਦੀਨ-ਏ ਇਲਾਹੀ ਦੀ ਸਥਾਪਨਾ ਕੀਤੀ ਸੀ। ਠੀਕ ਹੈ। ਬਿਰਬਲ ਜਿਹੜਾ ਜਿਹਦਾ ਮੁੱਢਲਾ ਨਾਮ ਹੇਸ਼ਦਾਰ ਸੀ, ਇਸ ਨੂੰ ਸਵੀਕਾਰ ਕਰਨ ਵਾਲਾ ਪਹਿਲਾ ਤੇ ਆਖਰੀ ਹਿੰਦੂ ਸੀ, ਇਹ ਧਿਆਨ ਚ ਰੱਖ ਲੈਣਾ। ਠੀਕ ਹੈ ਜੀ। ਦੀਨ-ਏ ਇਲਾਹੀ ਹੈ ਜਿਹੜਾ ਅਬੁਲ ਫਜ਼ਲ ਦੀਨ-ਏ ਇਲਾਹੀ ਨੂੰ ਤਹੰਦੀ-ਏ ਇਲਾਹੀ ਕਹਿੰਦਾ ਹੈ। ਠੀਕ ਹੈ। ਤਨਹੀਦੀ-ਏ ਇਲਾਹੀ, ਇਹ ਧਿਆਨ ਚ ਰੱਖ ਲੈਣਾ ਤੁਸੀਂ। 1582 ਦੇ ਵਿੱਚ ਦੀਨ-ਏ ਇਲਾਹੀ। ਠੀਕ ਹੈ ਜੀ। ਇਹ ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ ਧਾਰਮਿਕ ਨੀਤੀ ਨਾਲ ਸੰਬੰਧਿਤ, ਤੁਸੀਂ ਧਿਆਨ ਚ ਰੱਖਣੇ। ਫਿਰ ਲਿਖੇ ਮੁਗਲ ਸ਼ਾਸਕਾਂ ਦੇ ਵਿੱਚੋਂ ਕਿਸ ਨੇ ਉਲਮਾ ਦੀ ਸ਼ਕਤੀ ਨੂੰ ਘਟਾਉਣ ਦੇ ਲਈ ਮਹਜਰਨਾਮਾ ਜਾਰੀ ਕੀਤਾ ਸੀ। ਠੀਕ ਹੈ ਜੀ। ਇਹ ਮਹਜਰਨਾਮਾ ਜਾਰੀ ਕੀਤਾ ਸੀ ਅਕਬਰ ਨੇ ਜਾਰੀ ਕੀਤਾ ਸੀ 1500, ਠੀਕ ਹੈ ਜੀ, 79 ਦੇ ਵਿੱਚ ਕੀਤਾ ਸੀ। ਡੇਟ ਵੀ ਧਿਆਨ ਚ ਰੱਖਣਾ, ਸਾਨੂੰ ਵੀ ਜਾਚ ਰੱਖਣੀ। ਅਕਬਰ ਨੇ ਫਤਿਹਪੁਰ ਸਿਕਰੀ ਦਾ ਇਬਾਦਤਖਾਨਾ ਗੈਰ ਮੁਸਲਮਾਨ ਵਿਦਵਾਨਾਂ ਦੇ ਲਈ ਕਦੋਂ ਖੋਲ੍ਹਿਆ ਸੀ? ਇਹ ਖੋਲ੍ਹਿਆ ਸੀ 1578 ਦੇ ਵਿੱਚ, ਤੇ 1575 ਦੇ ਵਿੱਚ ਇਹ ਬਣ ਗਿਆ ਸੀ ਇਬਾਦਤਖਾਨਾ। 78 ਚ ਸਾਰਿਆਂ ਲਈ ਖੋਲ੍ਹ ਦਿੱਤਾ ਸੀ, ਤੇ 1579 ਦੇ ਵਿੱਚ ਮਹਜਰਨਾਮਾ ਘੋਸ਼ਣਾ ਪੱਤਰ ਜਾਰੀ ਕੀਤਾ ਸੀ, ਜਿਹਦੇ ਤਹਿਤ ਧਾਰਮਿਕ ਮਾਮਲੇ ਉਹਨੇ ਆਪਣੇ ਅੰਡਰ ਲੈ ਲਏ ਸੀ, ਤੇ 1582 ਦੇ ਵਿੱਚ ਦੀਨ-ਏ ਇਲਾਹੀ ਇੱਕ ਧਰਮ ਚਲਾਇਆ ਸੀ। ਠੀਕ ਹੈ ਜੀ। ਧਿਆਨ ਰੱਖਣੇ ਸਾਰੇ ਫੈਕਟ। ਅਕਬਰ ਇੱਕ ਮਾਮਲੇ ਵਿੱਚ ਮਸ਼ਹੂਰ ਸੀ ਜੋ ਭਾਰਤ ਦੇ ਬਹੁਤ ਘੱਟ ਰਾਜਿਆਂ ਦੇ ਸਮਰਾਟਾਂ ਦੇ ਵਿੱਚ ਸੀ। ਕਿਉਂਕਿ ਬਹੁਤ ਸਾਰੇ ਧਰਮਾਂ, ਜਾਤਾਂ, ਰਾਜ ਦੇ ਸਹਿਯੋਗੀ ਲੋਕਾਂ ਨੂੰ ਇੱਕ ਚੰਗੀ ਤਰ੍ਹਾਂ ਸੰਗਠਿਤ ਤੇ ਵਿਵਾਦਪੂਰਨ ਸਮਰਾਜ ਦੇ ਵਿੱਚ ਉਸਨੇ ਢਾਲਿਆ ਸੀ। ਠੀਕ ਹੈ। ਇਹ ਸੀ ਸਾਰੀਆਂ ਧਰਮਾਂ, ਜਾਤਾਂ ਦਾ ਉਹ ਸਨਮਾਨ ਕਰਦਾ ਸੀ, ਤਾਂ ਕਰਕੇ ਉਹ ਅਲੱਗ ਸੀਗਾ ਦੂਜੇ ਭਾਰਤੀ ਰਾਜਿਆਂ ਤੋਂ। ਮਹਜਰ ਜਾਰੀ ਕਰਨ ਦਾ ਸਾਲ ਦੱਸਣਾ 1579 ਵਿੱਚ ਇਹ ਜਾਰੀ ਹੋਇਆ ਸੀ। ਨਿਮਨਲਿਖਤ ਇਤਿਹਾਸਕਾਰਾਂ ਨੇ ਅਨੁਸਾਰ ਦੀਨ-ਏ ਇਲਾਹੀ ਇੱਕ ਧਰਮ ਸੀ। ਅੱਛਾ, ਦੀਨ-ਏ ਇਲਾਹੀ ਨੂੰ ਜਿਹੜਾ ਇੱਕ ਧਰਮ ਸੀਗਾ ਉਹ ਮੰਨਦਾ ਸੀ ਅਬਦੁਲ ਕਾਦਰ ਬਦੂਨੀ। ਠੀਕ ਹੈ। ਅਬਦੁਲ ਕਾਦਰ ਬਦੂਨੀ ਹੈ ਜਿਹੜਾ, ਉਹ ਦੀਨ-ਏ ਇਲਾਹੀ ਨੂੰ ਇੱਕ ਧਰਮ ਮੰਨਦਾ ਸੀ, ਤੇ ਉਹ ਇਹ ਮੰਨਦਾ ਸੀਗਾ ਵੀ ਜਿਹੜਾ ਅਕਬਰ ਹੈ ਉਹ ਮੁਸਲਮਾਨ ਜਿਹੜਾ ਧਰਮ, ਇਸਲਾਮ ਧਰਮਾਂ ਨੂੰ ਠੇਸ ਪਹੁੰਚਾ ਰਿਹਾ, ਇਸ ਕਰਕੇ ਉਹਦੀ ਆਲੋਚਨਾ ਕਰਦਾ ਰਹਿੰਦਾ ਸੀਗਾ ਇਹ। ਠੀਕ ਹੈ। ਬਦੂਨੀ। ਠੀਕ ਹੈ। ਧਿਆਨ ਚ ਰੱਖ ਲੈਣਾ। ਇਹ ਸਭ ਤੋਂ ਵੱਡਾ ਆਲੋਚਕ ਸੀਗਾ ਇਹ ਅਕਬਰ ਦਾ ਬਦੂਨੀ। ਕਾਰਨ ਇਹ ਸੀਗਾ ਉਲਮਾ ਵੀ ਇਹਦੇ ਆਲੋਚਕ ਬਣ ਗਏ ਸੀਗੇ ਜਦੋਂ ਉਹਨੇ ਮਹਜਰਨਾਮਾ ਜਾਰੀ ਕੀਤਾ। ਠੀਕ ਹੈ ਜੀ। ਇਹ ਸਾਰੇ ਧਿਆਨ ਚ ਰੱਖਣੇ। ਜੌਨਪੁਰ ਦੇ ਵਿੱਚ ਕਿਸ ਮੁਗਲ ਬਾਦਸ਼ਾਹ ਦੇ ਖਿਲਾਫ ਫਤਵਾ ਜਾਰੀ ਕੀਤਾ ਗਿਆ? ਇਹ ਜੌਨਪੁਰ 'ਚ ਜਾਰੀ ਕੀਤਾ। ਫਤਵਾ ਕਿਹਦੇ ਖਿਲਾਫ ਜਾਰੀ ਕੀਤਾ ਸੀਗਾ? ਇਹ ਅਕਬਰ ਦੇ ਉਲਮਾ ਲੋਕ ਇਕੱਠੇ ਹੋ ਗਏ ਮਹਜਰਨਾਮਾ ਜਾਰੀ ਹੋਣ ਤੋਂ ਬਾਅਦ, ਤਾਂ ਉਹਨਾਂ ਨੇ ਮੁਗਲ ਬਾਦਸ਼ਾਹ ਅਕਬਰ ਦੇ ਖਿਲਾਫ ਫਤਵਾ ਜਾਰੀ ਕਰ ਦਿੱਤਾ, ਲੈ ਕੇ ਦੀਨ-ਏ ਇਲਾਹੀ ਧਰਮ ਨੂੰ ਲੈ ਕੇ। ਠੀਕ ਹੈ ਜੀ। ਇਹ ਧਿਆਨ ਚ ਰੱਖਣਾ ਜੀ। ਅਕਬਰ ਹੈਲਡ ਹਿਜ਼ ਰਿਲੀਜੀਅਸ ਡਿਸਕਸ਼ਨ। ਅਕਬਰ ਆਪਣੀ ਧਾਰਮਿਕ ਵਿਚਾਰ ਚਰਚਾ ਕਿੱਥੇ ਕਰਦਾ ਸੀ? ਇਬਾਦਤਖਾਨੇ ਦੇ ਵਿੱਚ ਧਾਰਮਿਕ ਚਰਚਾ ਹੁੰਦੀ ਸੀ। ਇਹਨਾਂ ਵਿੱਚੋਂ ਕਿਹੜਾ ਸਹੀ ਢੰਗ ਦੇ ਨਾਲ ਮੇਲ ਨਹੀਂ ਖਾਂਦਾ? ਪਾਣੀਪਤ ਦੀ ਦੂਜੀ ਲੜਾਈ ਬਿਲਕੁਲ ਰਾਈਟ ਆ, 1556 ਚ ਹੋਈ ਸੀ। ਫਤਿਹਪੁਰ ਸਿਕਰੀ ਦੇ ਵਿੱਚ ਇਬਾਦਤਖਾਨੇ ਦੀ ਸਥਾਪਨਾ। ਠੀਕ ਹੈ। ਇਬਾਦਤਖਾਨੇ ਦੀ ਜਿਹੜੀ ਸਥਾਪਨਾ ਹੈ ਉਹ 1575 ਦੇ ਵਿੱਚ ਹੋਈ ਸੀ, ਨਾ ਕਿ 74 ਚ। ਸਹੀ ਨਹੀਂ ਵੇਖਣ ਦਾ। ਅਗਲੀ ਪੜ੍ਹ ਲੈਣਾ। ਤੀਰਥ ਯਾਤਰਾ ਟੈਕਸ 1563 ਬਿਲਕੁਲ ਸਹੀ ਹੈ। ਅਲੀਗੜ੍ਹ ਦੀ ਲੜਾਈ 1576 ਵੀ ਠੀਕ ਹੈ। ਰਾਈਟ ਆਂਸਰ ਬਣੇਗਾ ਆਪਣੇ ਕੋਲ ਫਤਿਹਪੁਰ ਸਿਕਰੀ ਵਿੱਚ ਇਬਾਦਤਖਾਨੇ ਦੀ ਸਥਾਪਨਾ। ਅਕਬਰ ਫਾਊਂਡਰ ਦੀ ਦੀਨ-ਏ ਇਲਾਹੀ ਪ੍ਰਾਇਮਰੀ ਟੂ। ਅਕਬਰ ਨੇ ਦੀਨ-ਏ ਇਲਾਹੀ ਧਰਮ ਜਿਹੜਾ ਉਹਦੀ ਸਥਾਪਨਾ ਕੀਤੀ ਸੀ, ਮੁੱਖ ਤੌਰ ਤੇ ਕਿਉਂ ਕੀਤੀ ਸੀ? ਠੀਕ ਹੈ ਜੀ। ਉਹ ਹਿੰਦੂ ਤੇ ਮੁਸਲਮਾਨਾਂ ਦੇ ਵਿਚਕਾਰ ਜਿਹੜੇ ਹੈ ਅੰਤਰ ਨੂੰ ਖਤਮ ਕਰਨਾ ਚਾਹੁੰਦੇ ਹੈ। ਅੰਤਰ ਨੂੰ ਪੁੱਟ ਐਨ ਐਂਡ ਟੂ ਡਿਫਰੈਂਸਸ ਬਿਟਵੀਨ ਹਿੰਦੂ ਐਂਡ ਮੁਸਲਿਮ। ਹਿੰਦੂ ਤੇ ਮੁਸਲਿਮ ਦੇ ਵਿਚਕਾਰ ਜਿਹੜੇ ਭੇਦਭਾਵ ਹੈ, ਅੰਤਰ ਹੈ, ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਸੀ। ਠੀਕ ਹੈ। ਦੀ ਓਨਲੀ ਹਿੰਦੂ ਕੋਰਟੀਅਰ ਆਫ ਅਕਬਰ। ਅਕਬਰ ਦਾ ਇੱਕਮਾਤਰ ਹਿੰਦੂ ਦਰਬਾਰੀ ਹੂ ਐਕਸੈਪਟਡ ਦੀਨ-ਏ ਇਲਾਹੀ, ਜਿਹਨੇ ਦੀਨ-ਏ ਇਲਾਹੀ ਧਰਮ ਸਵੀਕਾਰ ਕੀਤਾ ਸੀ। ਹਾਂਜੀ, ਉਹ ਸੀ ਬਿਰਬਲ, ਅੰਤਮ ਤੇ ਆਖਰੀ ਸੀ। ਹਾਂਜੀ, ਅਗਲਾ ਜਿਹੜੇ ਧਰਮ ਨਾਲ ਸੰਬੰਧਿਤ ਸੁਲਾ ਕੁਲ। ਹਾਂਜੀ, ਕੁਲ ਦਾ ਮਤਲਬ ਹੁੰਦਾ ਵਰਗ, ਪਰਿਵਾਰ, ਜੱਤ, ਤੇ ਸੁਲਾ ਦਾ ਮਤਲਬ ਸੁਲਾ ਕਰਾਉਣੀ, ਝਗੜਾ ਸਮਾਪਤ ਕਰਨਾ, ਸ਼ਾਂਤੀ ਬਣਾਉਣੀ। ਸੁਲਾ ਕੁਲ। ਅਕਬਰ ਨੇ ਵਿਸ਼ਵ ਵਿਆਪੀ ਸਦਭਾਵਨਾ ਤੇ ਸ਼ਾਂਤੀ ਸਥਾਪਿਤ ਕਰਨ ਲਈ ਸੁਲਾ ਕੁਲ ਦੀ ਸਥਾਪਨਾ ਕੀਤੀ ਸੀ। ਇੱਕ ਇਤਿਹਾਸ ਸੀ ਇਹ ਜਿਹੜਾ ਕਿ ਆਗਰੇ ਦੇ ਵਿੱਚ ਮਨਾਇਆ ਗਿਆ ਸੀ। ਠੀਕ ਹੈ ਜੀ। ਸੁਲਾ ਕੁਲ। ਅਕਬਰ ਨੇ ਜੈਨ ਗੁਰੂ ਹਰਿਵਿਜੇ ਸੂਰੀ ਨੂੰ ਜਗਤ ਗੁਰੂ ਦੀ ਉਪਾਧੀ ਦਿੱਤੀ ਸੀ, ਤੇ ਜਿਨ ਚੰਦਰ ਸੂਰੀ ਨੂੰ ਯੁੱਗ ਪ੍ਰਧਾਨ ਦੀ ਉਪਾਧੀ ਦਿੱਤੀ ਸੀ। ਧਿਆਨ ਰੱਖਣਾ ਉਪਾਧੀਆਂ। ਠੀਕ ਹੈ ਜੀ। ਜਗਤ ਗੁਰੂ ਦੀ ਉਪਾਧੀ ਕਿਹਨੂੰ ਮਿਲੀ ਸੀ? ਜੈਨ ਗੁਰੂ ਹਰਿਵਿਜੇ ਨੂੰ, ਤੇ ਯੁੱਗ ਪ੍ਰਧਾਨ ਦੀ ਜਿਨ ਚੰਦਰ ਸੂਰੀ ਨੂੰ। ਸਮਾਜਿਕ ਕੱਚ। ਅਕਬਰ ਨੇ ਤੁਲਾਦਾਨ, ਪਾਈਬੋਆ, ਚਰੋਖਾ, ਸਾਰੀਆਂ ਪਾਰਸੀ ਪਰੰਪਰਾਵਾਂ, ਸਾਰੇ ਪਾਰਸੀ ਰੀਤੀ ਰਿਵਾਜ ਹੈ, ਇਹਨਾਂ ਨੂੰ ਵੀ ਅਪਣਾਇਆ ਸੀ, ਇਹਨਾਂ ਨੂੰ ਵੀ ਲਾਗੂ ਕਰਤਾ ਸੀਗਾ। ਠੀਕ ਹੈ ਵੀ। ਇਹ ਪਾਰਸੀ ਲੋਕ ਇਹਨਾਂ ਨੂੰ ਵੀ ਉਹ ਜਿਹੜੇ ਚਰੋਖਾ, ਤੁਲਾਦਾਨ, ਪਾਈਬੋਆ, ਇਹਨਾਂ ਨੂੰ ਉਹ ਮਨਾ ਸਕਦੇ। ਬਾਲੂਦੀਨ ਨੇ ਫਤਿਹਪੁਰ ਸਿਕਰੀ ਦਾ ਬਲੂ ਪ੍ਰਿੰਟ ਤਿਆਰ ਕੀਤਾ। ਫਤਿਹਪੁਰ ਸਿਕਰੀ ਜਿਹੜਾ ਇੱਕ ਨਗਰ ਵਸਾਇਆ ਸੀਗਾ ਅਕਬਰ ਨੇ, ਉਹਦਾ ਬਲੂ ਪ੍ਰਿੰਟ ਕਿਹਨੇ ਤਿਆਰ ਕੀਤਾ ਸੀਗਾ? ਬਾਲੂਦੀਨ ਨੇ। ਅਕਬਰ ਨੇ ਸਤੀ ਪ੍ਰਥਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਵਿਧਵਾ ਵਿਆਹ ਨੂੰ ਕਾਨੂੰਨੀ ਮਾਨਤਾ ਦਿੱਤੀ, ਸ਼ਰਾਬ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ, ਲੜਕੇ ਤੇ ਲੜਕੀਆਂ ਦੀ ਉਮਰ ਹੈ ਜਿਹੜੀ ਉਹ ਫਿਕਸ ਕਰ ਦਿੱਤੀ। ਲੜਕੇ ਦੀ ਉਮਰ 16 ਸਾਲ ਵਿਆਹ ਦੀ, ਤੇ ਲੜਕੀ ਦੀ ਉਮਰ 14 ਸਾਲ। ਠੀਕ ਹੈ ਜੀ। ਇਹ ਧਿਆਨ ਚ ਰੱਖਣਾ, ਸਾਰੇ ਫੈਕਟ ਇੰਪੋਰਟੈਂਟ ਹੈ। ਸੁਲਾ ਕੁਲ ਦੀ ਧਾਰਨਾ ਕਿਸ ਤੇ ਆਧਾਰਿਤ ਸੀ? ਠੀਕ ਹੈ ਜੀ। ਇਹ ਆਧਾਰਿਤ ਸੀ ਵਿਸ਼ਵ ਵਿਆਪੀ ਸਦਭਾਵਨਾ ਤੇ ਸ਼ਾਂਤੀ ਦੇ ਸਿਧਾਂਤ ਤੇ ਆਧਾਰਿਤ ਸੀ। ਹੇਠ ਲਿਖੇ ਲੇਖਕਾਂ ਵਿੱਚੋਂ ਕੌਣ ਅਕਬਰ ਦਾ ਕੱਟੜ ਆਲੋਚਕ ਸੀ? ਉਹ ਸੀ ਬਦੂਨੀ। ਠੀਕ ਹੈ ਜੀ। ਉਹ ਹਮੇਸ਼ਾ ਦੀ ਆਲੋਚਨਾ ਕਰਦਾ ਸੀ। ਅਕਬਰ ਕਨਸੈਪਟ ਸੁਲਾ ਕੁਲ, ਉਹਦਾ ਮਤਲਬ ਕੀ ਹੈ? ਸ਼ਾਂਤੀ ਤੇ ਹਾਰਮਨੀ। ਹਾਂਜੀ, ਮਨਸਬਦਾਰੀ ਪ੍ਰਣਾਲੀ। ਅਕਬਰ ਨੇ 1575 ਦੇ ਵਿੱਚ ਮਨਸਬਦਾਰੀ ਪ੍ਰਣਾਲੀ ਜਿਹੜੀ ਉਹ ਫੌਜੀ ਸੰਗਠਨ ਦੇ ਆਧਾਰ ਤੇ ਸੀਗੀ ਉਹ ਬਣਾਈ। ਇਹ ਮੰਗੋਲੀਆ ਦੀ ਪ੍ਰਣਾਲੀ ਦੇ ਆਧਾਰ ਤੇ, ਯਾਦ ਰੱਖਣਾ, ਵੈਰੀ ਇੰਪੋਰਟੈਂਟ। ਪੁੱਛਿਆ ਜਾਂਦਾ ਮਨਸਬਦਾਰੀ ਪ੍ਰਣਾਲੀ ਹੈ ਉਹ ਕਿਸ ਦੇਸ਼ ਦੀ ਪ੍ਰਣਾਲੀ ਦੇ ਆਧਾਰ ਤੇ? ਮੰਗੋਲੀਆ ਦੀ। ਇਸ ਵਿੱਚ ਪ੍ਰਾਂਤਾਂ ਦੇ ਗਵਰਨਰ, ਸਿਵਲ ਤੇ ਮਿਲਟਰੀ ਅਫਸਰ ਸ਼ਾਮਲ ਸੀ। ਇਹ ਪ੍ਰਣਾਲੀ ਸਿਵਲ ਤੇ ਮਿਲਟਰੀ ਪ੍ਰਣਾਲੀਆਂ ਦੇ ਆਧਾਰ ਸੀ। ਠੀਕ ਹੈ ਜੀ। ਹਰ ਫੌਜੀ ਨੂੰ ਇੱਕ ਮਨਸਬ ਭਾਵ ਉਹਦਾ ਦਿੱਤਾ ਜਾਂਦਾ ਸੀ। ਇਸ ਪ੍ਰਣਾਲੀ ਦਾ ਮੁੱਖ ਆਧਾਰ ਦਸ਼ਮਤ ਪ੍ਰਣਾਲੀ ਸੀ। ਮੀਰ ਬਖਸ਼ੀ ਮਨਸਬਦਾਰਾਂ ਦੀ ਸੂਚੀ ਤਿਆਰ ਕਰਦਾ ਸੀ। ਬਾਅਦ ਵਿੱਚ ਅਕਬਰ ਨੇ ਮਨਸਬਦਾਰੀ ਪ੍ਰਣਾਲੀ ਦੇ ਵਿੱਚ ਜਾਤ ਤੇ ਸਵਾਰਾਂ ਦੀ ਸ਼੍ਰੇਣੀ ਨੂੰ ਵੀ ਸ਼ਾਮਲ ਕਰ ਲਿਆ ਸੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਇਹ ਤੁਸੀਂ ਧਿਆਨ ਚ ਰੱਖ ਲੈਣੇ। ਠੀਕ ਹੈ ਜੀ। ਅਕਬਰ ਨੇ ਮਨਸਬ ਜਿਹੜੀ ਪ੍ਰਥਾ ਹੈ ਸਿਸਟਮ ਕਦੋਂ ਸ਼ੁਰੂ ਕੀਤਾ ਸੀ? 1575 ਦੇ ਵਿੱਚ। ਠੀਕ ਹੈ ਜੀ। ਮਨਸਬਦਾਰੀ ਸਿਸਟਮ ਇੰਟਰੋਡਿਊਸਡ ਬਾਈ ਅਕਬਰ ਵਾਸ ਬੋਰੋਡ ਫਰੋਮ ਦੀ ਸਿਸਟਮ। ਦੱਸਣਾ ਕਿਹੜੇ ਦੇਸ਼ ਤੋਂ, ਇਹ ਕਿੱਥੋਂ ਉਧਾਰ ਲਿੱਤਾ ਸੀ? ਇਹ ਮੰਗੋਲੀਆ ਤੋਂ ਸਿਸਟਮ, ਮਨਸਬਦਾਰੀ ਸਿਸਟਮ ਲਿਆ ਸੀ। ਮਨਸਬਦਾਰੀ ਸਿਸਟਮ ਵਾਸ ਫਾਊਂਡਡ ਬਾਈ ਅਕਬਰ ਦੀ ਮਨਸਬਦਾਰ ਸਵਾਰ। ਅਕਬਰ ਨੇ ਮਨਸਬਦਾਰੀ ਸਿਸਟਮ ਨੂੰ ਦਾ ਗਠਨ ਕੀਤਾ, ਤੇ ਉਹਦੇ ਵਿੱਚ ਮਨਸਬਦਾਰ ਕੌਣ ਸਨ? ਮਿਲਟਰੀ ਕਮਾਂਡਰ ਵੀ ਸਨ, ਪ੍ਰੋਵਿੰਸ਼ੀਅਲ ਗਵਰਨਰ, ਰਾਜਪਾਲ ਵੀ ਸਨ, ਹਾਈ ਸਿਵਲ ਮਿਲਟਰੀ ਆਫੀਸਰ ਵੀ ਸਨ, ਸਾਰੇ ਦੇ ਸਾਰੇ ਸਨ। ਠੀਕ ਹੈ ਜੀ। ਧਿਆਨ ਚ ਰੱਖਣਾ। ਅਗਲਾ ਟੌਪਿਕ ਹੈ ਜੀ ਆਪਣਾ ਮਾਲੀਆ ਤੇ ਟੈਕਸ ਪ੍ਰਣਾਲੀ। ਜ਼ਮੀਨ ਟੈਕਸ ਰਾਜ ਦੀ ਆਮਦਨ ਦਾ ਮੁੱਖ ਸਰੋਤ ਸੀਗਾ,
ਤੇ ਅਕਬਰ ਦੀ ਲਗਾਨ ਪ੍ਰਣਾਲੀ ਸਭ ਤੋਂ ਵਧੀਆ ਲਗਾਨ ਪ੍ਰਣਾਲੀਆਂ ਦੇ ਵਿੱਚੋਂ ਮੰਨੀ ਜਾਂਦੀ ਹੈ। ਸਭ ਤੋਂ ਪਹਿਲਾਂ 10 ਸ਼ਾਲਾ ਪ੍ਰਣਾਲੀ ਜਾਂ ਜ਼ਬਤੀ ਪ੍ਰਣਾਲੀ 1580 ਦੇ ਵਿੱਚ ਇਹਦੀ ਸ਼ੁਰੂਆਤ ਟੋਡਰਮਲ ਨੇ ਕੀਤੀ ਸੀ ਤੇ ਉਸ ਦਾ ਜਿਹੜਾ ਸਹਾਇਕ ਸੀਗਾ ਖਵਾਜਾ ਸ਼ਾਹ ਮਨਸੂਰ ਸੀ। 10 ਸ਼ਾਲਾ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਸੀ, ਪਿਛਲੇ 10 ਸਾਲਾਂ ਦੀ ਜਿਹੜੀ ਇੱਕ ਜ਼ਮੀਨ ਦੀ ਜਿਹੜੀ ਉਪਜ ਹੈ ਉਹ ਦੇਖੀ ਜਾਂਦੀ ਸੀ ਕਿੰਨੀ ਉਪਜ ਹੋਈ ਹੈ, ਕੀ ਰੇਟ ਸੀ ਉਪਜ ਦਾ, ਉਹਦੇ ਆਧਾਰ ਤੇ ਉਸ ਦਾ ਜਿਹੜਾ ਉਹ ਤੈਅ ਕਰ ਲਿਆ ਜਾਂਦਾ ਸੀ ਵੀ ਇੰਨੀ ਕੇਸ ਕਿੱਲੇ ਦੇ ਵਿੱਚੋਂ ਕਮਾਈ ਹੋਏਗੀ ਤੇ ਉਹਦਾ ਇੱਕ ਤਿਹਾਈ ਜਿਹੜਾ ਉਹ ਟੈਕਸ ਨਿਰਧਾਰਿਤ ਕਰ ਦਿੱਤਾ ਜਾਂਦਾ ਸੀਗਾ। ਠੀਕ ਹੈ, ਜਿਹਨੂੰ 10 ਸ਼ਾਲਾ ਪ੍ਰਣਾਲੀ ਕਹਿੰਦੇ ਆ। ਨਸ਼ਕ ਪ੍ਰਣਾਲੀ ਜਾਂ ਕਨਕੂਦ ਪ੍ਰਣਾਲੀ ਖੜੀ ਫਸਲ ਦੇ ਕੇ ਹੀ ਝਾੜ ਦਾ ਅਨੁਮਾਨ ਲਗਾ ਲਿਆ ਜਾਂਦਾ ਸੀ ਤੇ ਉਹਦੇ ਆਧਾਰ ਤੇ ਲਗਾਨ ਫਿਕਸ ਕਰ ਦਿੱਤਾ ਜਾਂਦਾ ਸੀ। ਗੱਲਾ ਬਖਸ਼ੀ ਜਾਂ ਬਟਾਈ ਇਹਦੇ ਵਿੱਚ ਫਸਲ ਨੂੰ ਕਿਸਾਨ ਤੇ ਰਾਜ ਦੇ ਵਿੱਚ ਵੰਡ ਲਿਆ ਜਾਂਦਾ ਸੀ। ਜਗਤੀ ਦਾ ਮਤਲਬ ਨਗਦ। ਠੀਕ ਹੈ ਜੀ, ਇਹਦੇ ਵਿੱਚ ਗੱਲੇ ਦੀ ਕਿਸਮ ਦੇ ਆਧਾਰ ਤੇ ਲਗਾਨ ਨਿਰਧਾਰਿਤ ਕੀਤਾ ਜਾਂਦਾ ਸੀ, ਯਾਨੀ ਕਿ ਲਗਾਨ ਨਗਦ ਦਿੱਤਾ ਜਾਂਦਾ ਸੀਗਾ। ਠੀਕ ਹੈ ਜੀ, ਇਹਨੂੰ ਜਗਤੀ ਕਹਿ ਦਿੰਦੇ ਸੀ। 1586-87 ਦੇ ਵਿੱਚ ਜ਼ਮੀਨ ਨੂੰ ਮਾਪਣ ਦੇ ਲਈ ਗੱਜ ਇਲਾਹੀ, ਠੀਕ ਹੈ, ਪਹਿਲਾਂ ਸਿਕੰਦਰ ਜਿਹੜਾ ਗੱਜ ਦੀ ਵਰਤੋਂ ਕੀਤੀ, ਸਿਕੰਦਰੀ ਗੱਜ ਦੀ ਵਰਤੋਂ ਕੀਤੀ ਸ਼ੇਸ਼ਾ ਸੂਰੀ ਨੇ। ਠੀਕ, ਉਹਦੇ ਵਿੱਚ ਇਹਨੇ ਗੱਜ ਇਲਾਹੀ ਦੀ ਵਰਤੋਂ ਕੀਤੀ ਹੈ। 43 ਅੰਗਲ ਜਾਂ 33.5 ਇੰਚ ਸੀ। ਠੀਕ ਹੈ ਜੀ, ਇਹਦੀ ਵਰਤੋਂ ਕੀਤੀ ਗਈ ਸੀ। ਹਾਂਜੀ, ਸਾਰੇ ਫੈਕਟ ਇੰਪੋਰਟੈਂਟ ਹੈ, ਖਾਸ ਤੌਰ ਤੇ ਆਹ ਨਸ਼ਕ ਪ੍ਰਣਾਲੀ, ਦਸ਼ਾਲਾ ਪ੍ਰਣਾਲੀ, ਗੱਲਾ ਬਖਸ਼ੀ ਤੇ ਨਗਦ ਜਾਂ ਜਗਤੀ। ਠੀਕ ਹੈ ਜੀ, ਇਹ ਸਾਰੇ ਦੇ ਸਾਰੇ ਧਿਆਨ ਰੱਖਣੇ ਜੀ। ਰਾਜਾ ਟੋਡਰਮਲ ਦੇ ਦੁਆਰਾ ਭੂਮੀ ਮਾਲੀਆ ਪ੍ਰਣਾਲੀ ਵਿਕਸਿਤ ਕੀਤੀ ਗਈ ਸੀ। ਠੀਕ ਹੈ ਜੀ, ਇਹ ਉਹਨੇ ਜਗਤੀ ਪ੍ਰਣਾਲੀ ਜਾਂ ਦਸ਼ਾਲਾ ਪ੍ਰਣਾਲੀ ਆ ਉਹ ਵਿਕਸਿਤ ਕੀਤੀ ਸੀ। ਡਿਊਰਿੰਗ ਅਕਬਰ ਰੇਨ ਹੂ ਵਾਸ ਦੀ ਫਾਈਨੈਂਸ ਮਿਨਿਸਟਰ ਆਫ ਮੁਗਲ ਅੰਪਾਇਰ, ਅਕਬਰ ਦੇ ਸ਼ਾਸਨ ਦੇ ਸਮੇਂ ਮੁਗਲ ਸਾਮਰਾਜ ਦਾ ਜਿਹੜਾ ਵਿੱਤ ਮੰਤਰੀ ਕੌਣ ਸੀ? ਟੋਡਰਮਲ ਸੀਗਾ, ਰਾਜਾ ਟੋਡਰਮਲ। ਹਾਂਜੀ, ਮੁੱਖ ਅਨੁਵਾਦ ਟ੍ਰਾਂਸਲੇਸ਼ਨ, ਮਹਾਭਾਰਤ ਦਾ ਅਨੁਵਾਦ ਹੈ ਜਿਹੜਾ ਉਹ ਬਦਜੂਨੀ, ਅਬੁਲ ਫਜ਼ਲ, ਫੈਜੀ ਦੋਵੇਂ ਭਰਾ ਹੋ ਗਏ ਤੇ ਇੱਕ ਲੋਚਕ ਹੋ ਗਿਆ ਅਕਬਰ ਦਾ ਬਦਜੂਨੀ। ਉਹਨੇ ਮਹਾਭਾਰਤ ਦੀ ਰਚਨਾ ਰਜਨਾਮਾ ਦੇ ਵਿੱਚ ਕੀਤੀ ਸੀ। ਇਹ ਧਿਆਨ ਰੱਖ ਲੈਣਾ, ਰਜਨਾਮਾ ਦੇ ਵਿੱਚ ਮਹਾਭਾਰਤ ਨੂੰ ਟ੍ਰਾਂਸਲੇਟ ਕਿਹਨੇ ਕੀਤਾ ਸੀ? ਅਬੁਲ ਫਜ਼ਲ ਬਦਜੂਨੀ ਤੇ ਫੈਜੀ ਨੇ। ਬਦਜੂਨੀ ਨੇ ਰਾਮਾਇਣ ਦਾ ਵੀ ਅਨੁਵਾਦ ਕੀਤਾ ਸੀਗਾ, ਇਹ ਵੀ ਧਿਆਨ ਰੱਖ ਲੈਣਾ ਫਾਰਸੀ ਦੇ ਵਿੱਚ। ਬਦਜੂਨੀ ਨੇ ਅਥਰਵੇਦ ਦਾ ਵੀ ਅਨੁਵਾਦ ਸ਼ੁਰੂ ਕੀਤਾ ਸੀ ਤੇ ਇਸ ਨੂੰ ਬਾਅਦ ਵਿੱਚ ਹਾਜੀ ਇਬਰਾਹਿਮ ਸਰਹਿੰਦੀ ਨੇ ਪੂਰਾ ਕੀਤਾ ਸੀ। ਅਬੁਲ ਫਜ਼ਲ ਨੇ ਪੰਚਤੰਤਰ ਦਾ ਅਨੁਵਾਦ ਕੀਤਾ ਤੇ ਇਸ ਨੂੰ ਉਸਨੇ ਅਨਵਰ-ਏ ਸਾਦਤ ਦਾ ਨਾਮ ਦਿੱਤਾ। ਅਨੁਵਾਦ ਕਰਤਾ ਜਦੋਂ ਉਹਨੇ ਤਾਂ ਉਸ ਤੋਂ ਬਾਅਦ ਉਹਦਾ ਨਾਮ ਅਨਵਰ-ਏ ਸਾਦਤ ਰੱਖਿਆ ਗਿਆ। ਠੀਕ ਹੈ ਜੀ, ਅਕਬਰ ਦੇ ਦਰਬਾਰ ਦੇ ਮੁੱਖ ਜਿਹੜੇ ਚਿੱਤਰਕਾਰ ਸੀ ਉਹਨਾਂ ਵਿੱਚ ਦਸ਼ਵੰਤ ਸੀ, ਖਵਾਜਾ ਅਬਦੁਲ ਸਮਦ ਸੀ ਤੇ ਮੀਰ ਸੈਯਦ ਅਲੀ ਸੀ। ਇਹ ਸਾਰੇ ਤੁਸੀਂ ਧਿਆਨ 'ਚ ਰੱਖ ਲੈਣੇ ਜੀ। ਠੀਕ ਹੈ ਜੀ, ਦਸ਼ਵੰਤ ਧਿਆਨ 'ਚ ਜ਼ਰੂਰ ਰੱਖਣਾ ਜੀ। ਇਹ ਲਿਖੇ ਇਤਿਹਾਸਕਾਰਾਂ ਦੇ ਵਿੱਚੋਂ ਕੌਣ ਅਕਬਰ ਦਾ ਸਮਕਾਲੀ ਨਹੀਂ ਸੀ? ਅਬੁਲ ਫਜ਼ਲ ਵੀ ਹੈਗਾ ਸੀਗਾ, ਬਦਜੂਨੀ ਵੀ ਹੈਗਾ ਸੀਗਾ, ਨਿਜ਼ਾਮੁਦੀਨ ਅਹਿਮਦ ਲਾਹੌਰੀ ਨਹੀਂ ਸੀਗਾ। ਠੀਕ ਹੈ ਜੀ, ਪਾਤਸ਼ਾਹ ਨਾਮ ਦੀ ਰਚਨਾ ਇਹ ਲਾਹੌਰੀ ਦੀ ਹੈ, ਇਹ ਸ਼ਾਹਜਹਾਂ ਦੇ ਸ਼ਾਸਨ ਕਾਲ 'ਚ ਸੀਗਾ। ਠੀਕ ਹੈ ਜੀ। ਰਾਮਾਇਣ ਵਾਸ ਟ੍ਰਾਂਸਲੇਟਡ ਇਨਟੂ ਦੀ ਪਰਸ਼ੀਅਨ ਲੈਂਗੁਏਜ ਐਟ ਦੀ ਅਕਬਰ ਕੋਰਟ ਬਾਈ ਹੋਮ, ਕਿਹਦੇ ਦੁਆਰਾ ਕੀਤੀ ਗਈ ਸੀ ਇਹ ਦੱਸਣਾ ਆਪਾਂ, ਇਹ ਬਦਜੂਨੀ ਨੇ ਕੀਤੀ ਸੀ। ਠੀਕ ਹੈ ਜੀ, ਅਕਬਰ ਦੇ ਦਰਬਾਰ ਦੇ ਵਿੱਚ ਭਵਨ ਕਲਾ ਦੀ ਗੱਲ ਕਰਦੇ ਹਾਂ, ਆਰਕੀਟੈਕਚਰ ਦੀ ਗੱਲ ਕਰਦੇ ਹਾਂ। ਹਾਂਜੀ, ਅਕਬਰ ਨੇ ਆਗਰਾ ਦੇ ਵਿੱਚ ਲਾਲ ਕਿਲਾ ਬਣਵਾਇਆ, ਜਹਾਂਗੀਰੀ ਮਹਿਲ ਬਣਾਇਆ ਆਗਰਾ ਦੇ ਵਿੱਚ ਅਤੇ ਅਕਬਰੀ ਮਹਿਲ ਵੀ ਕਿਲੇ ਦੇ ਅੰਦਰ ਬਣਾਇਆ। ਠੀਕ ਹੈ, ਆਗਰੇ ਦੇ ਵਿੱਚ ਲਾਲ ਕਿਲਾ ਕਿਹਨੇ ਬਣਾਇਆ ਸੀਗਾ? ਅਕਬਰ ਨੇ ਬਣਾਇਆ ਸੀਗਾ ਤੇ ਦਿੱਲੀ ਦਾ ਲਾਲ ਕਿਲਾ ਸ਼ਾਹਜਹਾਂ ਨੇ ਬਣਾਇਆ ਸੀਗਾ। ਠੀਕ ਹੈ, ਤੇ ਜਿਹੜਾ ਆਗਰੇ ਦਾ ਲਾਲ ਕਿਲਾ ਸੀ ਉਹਦੇ ਵਿੱਚ ਜਹਾਂਗੀਰੀ ਮਹਿਲ ਤੇ ਅਕਬਰੀ ਮਹਿਲ ਹੈ ਜਿਹੜੇ ਉਹ ਵੀ ਕਿਹਨੇ ਬਣਾਏ ਸੀ? ਅਕਬਰ ਨੇ। ਆਗਰੇ ਦੇ ਗੇਟ ਤੋਂ ਕੁਝ ਦੂਰੀ ਤੇ ਵੈਰੀ ਇੰਪੋਰਟੈਂਟ ਫੈਕਟ ਹੈ, ਫਤਿਹਪੁਰ ਸਿਕਰੀ ਬਣਾਇਆ ਸੀ। ਫਤਿਹਪੁਰ ਸਿਕਰੀ ਕਿਹਨੇ ਬਣਾਇਆ ਸੀ? ਅਕਬਰ ਨੇ। ਤੇ ਇੱਥੇ ਗੁਜਰਾਤ ਦੀ ਜਿੱਤ ਦੀ ਯਾਦ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਬੁਲੰਦ ਦਰਵਾਜ਼ੇ ਦਾ ਨਿਰਮਾਣ ਹੈ ਜਿਹੜਾ ਉਹ ਫਤਿਹਪੁਰ ਸਿਕਰੀ ਦੇ ਵਿੱਚ ਕੀਤਾ ਸੀ। ਕਿਹਦੀ ਜਿੱਤ ਦੀ? ਗੁਜਰਾਤ ਦੀ ਜਿੱਤ ਸੀ। 1576 ਫੁੱਟ ਸੀਗਾ ਜੀ ਬੁਲੰਦ ਦਰਵਾਜ਼ਾ। ਗੁਜਰਾਤ ਅਭਿਆਨ ਦੇ ਸਮੇਂ ਅਕਬਰ ਨੇ ਪਹਿਲੀ ਵਾਰ ਸਮੁੰਦਰ ਦੇਖਿਆ ਸੀਗਾ ਤੇ ਪੁਰਤਗਾਲੀਆਂ ਨੂੰ ਵੀ ਪਹਿਲੀ ਵਾਰ ਮਿਲਿਆ ਸੀਗਾ। ਫਤਿਹਪੁਰ ਸਿਕਰੀ ਨੂੰ ਅਕਬਰ ਦੀ ਦੂਸਰੀ ਰਾਜਧਾਨੀ ਵੀ ਕਿਹਾ ਜਾਂਦਾ ਹੈ। ਇਹ ਸਾਰੇ ਫੈਕਟ ਇੰਪੋਰਟੈਂਟ ਹੈ ਜੀ, ਕਿਹੜੇ ਧਿਆਨ 'ਚ ਰੱਖਣੇ ਆ ਵੀ ਫਤਿਹਪੁਰ ਸਿਕਰੀ ਕਿਹਨੇ ਬਣਾਇਆ ਸੀਗਾ? ਅਕਬਰ ਨੇ ਬਣਾਇਆ ਸੀਗਾ। ਬੁਲੰਦ ਦਰਵਾਜ਼ਾ ਜਿਹੜੀ ਕਿਸ ਜਿੱਤ ਦੀ ਖੁਸ਼ੀ 'ਚ ਬਣਾਇਆ ਗਿਆ ਸੀਗਾ? ਗੁਜਰਾਤ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਬਣਾਇਆ ਗਿਆ ਸੀ। ਤੇ ਬੁਲੰਦ ਦਰਵਾਜ਼ਾ ਜਿਹੜਾ ਹੈਗਾ ਉਹ ਕਿੰਨਾ ਉੱਚਾ ਸੀ? 176 ਫੁੱਟ ਉੱਚਾ ਸੀਗਾ। ਤੇ ਇਸੇ ਗੁਜਰਾਤ ਦੇ ਅਭਿਆਨ ਦੇ ਦੌਰਾਨ ਅਕਬਰ ਨੇ ਸਮੁੰਦਰ ਤੇ ਪੁਰਤਗਾਲੀਆਂ ਨੂੰ ਮਿਲਿਆ ਸੀ, ਸਮੁੰਦਰ ਦੇਖਿਆ ਸੀ ਤੇ ਪੁਰਤਗਾਲੀਆਂ ਨੂੰ ਮਿਲਿਆ ਸੀ। ਹੋਰ ਭਵਨ ਦੀਵਾਨੇ, ਆਮ ਦੀਵਾਨੇ, ਖਾਸ ਜੋਧਾ ਬਾਈ ਦਾ ਪੰਚ ਮਹਿਲ ਤੇ ਸ਼ੇਖ ਸਲੀਮ ਚਿਸ਼ਤੀ ਦਾ ਮਕਬਰਾ, ਇਹ ਵੀ ਸਾਰੇ ਅਕਬਰ ਨੇ ਬਣਵਾਏ ਸੀ। ਠੀਕ ਹੈ ਜੀ, ਸਲੀਮ ਚਿਸ਼ਤੀ ਇਹ ਧਿਆਨ ਰੱਖਣਾ ਹੈ, ਸ਼ੇਖ ਸਲੀਮ ਚਿਸ਼ਤੀ ਇਹਨਾਂ ਦਾ ਗੁਰੂ ਸੀਗਾ। ਠੀਕ ਹੈ ਜੀ, ਤੇ ਉਸੇ ਤੋਂ ਪ੍ਰਭਾਵਿਤ ਹੋ ਕੇ ਉਹਦੀ ਦੁਆ ਦੇ ਨਾਲ ਇਹਨਾਂ ਦੇ ਘਰ ਇੱਕ ਲੜਕੇ ਦਾ ਜਨਮ ਹੁੰਦਾ ਹੈ ਤੇ ਉਹਦਾ ਨਾਮ ਸਲੀਮ ਚਿਸ਼ਤੀ ਰੱਖਿਆ ਜਾਂਦਾ ਹੈ ਤੇ ਉਹਦੀ ਯਾਦ ਦੇ ਵਿੱਚ ਜਨਮ ਦਿਨ ਦੀ ਯਾਦ ਦੀ ਖੁਸ਼ੀ ਦੇ ਵਿੱਚ ਫਤਿਹਪੁਰ ਸਿਕਰੀ ਜਿਹੜਾ ਸ਼ਹਿਰ ਵਸਾਇਆ ਜਾਂਦਾ ਹੈ, ਇਹ ਵੀ ਧਿਆਨ ਰੱਖ ਲੈਣਾ। ਅਕਬਰ ਦੁਆਰਾ ਫਤਿਹਪੁਰ ਸਿਕਰੀ ਦਾ ਬੁਲੰਦ ਦਰਵਾਜ਼ਾ ਕਿਸ ਦੀ ਯਾਦ ਵਿੱਚ ਬਣਾਇਆ ਗਿਆ ਸੀ? ਗੱਲ ਹੋ ਰਹੀ ਬੁਲੰਦ ਦਰਵਾਜ਼ੇ ਦੀ, ਇਹ ਗੁਜਰਾਤ ਦੀ ਜਿੱਤ ਦੀ ਖੁਸ਼ੀ 'ਚ ਬਣਾਇਆ ਗਿਆ ਸੀ। ਅਕਬਰ ਨੇ ਕਿਸ ਘਟਨਾ ਦੀ ਯਾਦ ਦੇ ਵਿੱਚ ਫਤਿਹਪੁਰ ਸਿਕਰੀ ਦੀ ਸਥਾਪਨਾ ਕੀਤੀ? ਗੱਲ ਹੋ ਰਹੀ ਹੈ ਫਤਿਹਪੁਰ ਸਿਕਰੀ ਦੀ ਸਥਾਪਨਾ ਦੀ। ਠੀਕ ਹੈ ਜੀ, ਸ਼ੇਖ ਸਲੀਮ ਚਿਸ਼ਤੀ ਦੇ ਆਸ਼ੀਰਵਾਦ ਦੇ ਨਾਲ ਸਲੀਮ ਦਾ ਜਨਮ ਹੋਇਆ ਸੀਗਾ, ਉਸ ਦੀ ਯਾਦ ਦੇ ਵਿੱਚ ਫਤਿਹਪੁਰ ਸਿਕਰੀ ਨੂੰ ਵਸਾਇਆ ਗਿਆ ਸੀ। ਸ਼ੇਖ ਸਲੀਮ ਚਿਸ਼ਤੀ ਦੀ ਦਰਗਾਹ ਕਿੱਥੇ ਸੀ? ਇਹ ਵੀ ਫਤਿਹਪੁਰ ਸਿਕਰੀ ਦੇ ਵਿੱਚ ਸੀ। ਹਾਂਜੀ, ਅਕਬਰ ਹੈਡ ਗੋਟ ਕੰਸਟਰਕਟਡ ਦੀ ਬੁਲੰਦ ਦਰਵਾਜ਼ਾ ਟੂ ਕਮੈਮੋਰੇਟ ਹਿਸ ਵਿਕਟਰੀ। ਠੀਕ ਹੈ, ਦੱਸਣਾ ਬੁਲੰਦ ਦਰਵਾਜ਼ਾ ਕਿਸ ਵਿਕਟਰੀ ਨੂੰ ਦੇ ਯਾਦ ਵਿੱਚ ਬਣਾਇਆ ਸੀਗਾ? ਉਹ ਗੁਜਰਾਤ ਦੀ ਜਿੱਤ ਦੀ ਯਾਦ ਵਿੱਚ ਬਣਾਇਆ ਸੀ। ਵਿਚ ਵਾਸ ਦੀ ਸੈਂਕਰਡ ਕੈਪੀਟਲ ਆਫ ਅਕਬਰ, ਅਕਬਰ ਦੀ ਦੂਜੀ ਰਾਜਧਾਨੀ ਕਿਹੜੀ ਸੀ? ਅਕਬਰ ਦੀ ਦੂਜੀ ਜਿਹੜੀ ਰਾਜਧਾਨੀ ਸੀਗੀ ਉਹ ਫਤਿਹਪੁਰ ਸਿਕਰੀ ਸੀ, ਪਹਿਲੀ ਆਗਰਾ ਸੀ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਹੁਣ ਤੱਕ ਜਿਹੜੇ ਮੁਗਲ ਸ਼ਾਸਕ ਹੈ ਉਹਨਾਂ ਦੀ ਰਾਜਧਾਨੀ ਉਹ ਆਗਰਾ ਹੀ ਰਹੀ ਹੈ। ਹੋਰ ਜਿਹੜੇ ਮਹੱਤਵਪੂਰਨ ਤੱਤ ਜਿਹੜੇ ਧਿਆਨ 'ਚ ਰੱਖਣੇ ਆਪਾਂ, 1575 ਦੇ ਵਿੱਚ ਉਸਨੇ ਪੂਰੇ ਰਾਜ ਨੂੰ 12 ਸੂਬਿਆਂ ਵਿੱਚ ਵੰਡ ਦਿੱਤਾ ਤੇ ਦੱਖਣ ਦੀ ਜਿੱਤ ਤੋਂ ਬਾਅਦ ਇਹਨਾਂ ਸੂਬਿਆਂ ਦੀ ਗਿਣਤੀ ਵੱਧ ਕੇ 15 ਹੋ ਗਈ। ਮਨਸਬਦਾਰੀ ਪ੍ਰਣਾਲੀ ਹੈ ਜਿਹੜੀ ਗੁਜਰਾਤ ਦੀ ਜਿੱਤ ਤੋਂ ਬਾਅਦ 1573-74 ਦੇ ਵਿੱਚ ਸ਼ੁਰੂ ਕੀਤੀ ਗਈ। ਹਾਂਜੀ, ਚਾਂਦੀ ਦੇ ਸਿੱਕੇ ਨੂੰ ਜਲਾਲੀ ਤੇ ਤਾਂਬੇ ਦੇ ਸਿੱਕੇ ਨੂੰ ਦਾਮ ਕਿਹਾ ਜਾਂਦਾ ਸੀ। ਠੀਕ ਹੈ ਜੀ, 1601 ਦੇ ਵਿੱਚ ਅਕਬਰ ਨੇ ਆਪਣੀ ਆਖਰੀ ਜਿਹੜਾ ਹਮਲਾ ਹੈ ਅਸੀਰਗੜ੍ਹ ਦੇ ਕਿਲੇ ਤੇ, ਠੀਕ ਹੈ ਜੀ, ਉਹ ਲੜਿਆ ਸੀ ਤੇ ਉਹ ਜਿੱਤ ਲਿਆ ਸੀ ਅਸੀਰਗੜ੍ਹ ਦਾ ਕਿਲਾ ਤੇ ਉਸ ਕਿਲੇ ਨੂੰ ਸੋਨੇ ਦੀ ਚਾਬੀਆਂ ਦੇ ਨਾਲ ਖੁਲਵਾਇਆ ਸੀ। ਠੀਕ ਹੈ ਜੀ, ਅਕਬਰ ਦੇ ਨਾਮ ਰਤਨਾਂ ਦੇ ਵਿੱਚ ਕਤਾਨ ਸਿੰਘ, ਜਿਸ ਦਾ ਨਾਮ ਅਸਲ ਨਾਮ ਰਾਮਤਨੂ ਪਾਂਡੇ ਸੀ, ਇਸ ਨੂੰ ਅਕਬਰ ਨੇ ਕੰਠ ਭਰਵਾਨੀ ਵਿਲਾਸ ਜਿਹੜਾ ਉਹਦੀ ਆਬਾਦੀ ਦਿੱਤੀ ਸੀ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਅਕਬਰ ਦੇ ਸਮੇਂ ਦੇ ਵਿੱਚ ਸਵਾਮੀ ਹਰੀਦਾਸ ਇੱਕ ਮਹਾਨ ਸੰਗੀਤਕਾਰ ਸੀਗਾ। ਠੀਕ ਹੈ ਜੀ, ਉਹ ਮਥੁਰਾ ਦੇ ਵਿੱਚ ਰਹਿ ਕੇ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦੇ ਸੀ, ਵਰਿੰਦਾਵਨ ਮਥੁਰਾ ਦੇ ਵਿੱਚ। ਠੀਕ ਹੈ, ਸੰਗੀਤਕਾਰ ਕੌਣ ਸੀਗਾ? ਸਵਾਮੀ ਹਰੀਦਾਸ। ਅਕਬਰ ਦੀ ਮੌਤ 1605 ਦੇ ਵਿੱਚ ਦਸਤ ਦੀ ਬਿਮਾਰੀ ਦੇ ਨਾਲ ਹੁੰਦੀ ਹੈ। ਉਸ ਨੂੰ ਉਸਦੇ ਕਹੇ ਉਹਦੀ ਇੱਛਾ ਅਨੁਸਾਰ ਸਿਕੰਦਰ ਆਗਰਾ ਦੇ ਵਿੱਚ, ਪਹਿਲਾਂ ਆਗਰਾ 'ਚ ਦਫਨਾਇਆ ਗਿਆ। ਠੀਕ ਹੈ ਜੀ, ਤੇ ਉਹਦੀ ਇੱਛਾ ਦੇ ਅਨੁਸਾਰ ਉਸ ਨੂੰ ਕਿੱਥੇ ਦਫਨਾਇਆ ਗਿਆ? ਸਿਕੰਦਰ ਆਗਰਾ ਦੇ ਵਿੱਚ ਦਫਨਾਇਆ ਗਿਆ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਇਹ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਮਹਾਨ ਮੁਗਲ ਬਾਦਸ਼ਾਹ ਅਕਬਰ ਦੀ ਜੀਵਨ ਦੀ ਆਖਰੀ ਜਿੱਤ। ਠੀਕ ਹੈ ਜੀ, ਉਹ ਦੱਸਣਾ ਆਖਰੀ ਜਿੱਤ ਕਿਹੜੀ ਸੀਗੀ? ਉਹ 1601 ਦੇ ਵਿੱਚ ਅਸੀਰਗੜ੍ਹ ਦੀ ਜਿੱਤ ਸੀਗੀ। ਅਕਬਰ ਦੇ ਰਾਜ ਦੇ ਕਾਲਕ੍ਰਮ ਦੇ ਅਨੁਸਾਰ ਲਿਖੀਆਂ ਘਟਨਾਵਾਂ ਨੂੰ ਸਹੀ ਕ੍ਰਮ ਦੇ ਵਿੱਚ ਲਾਉਣਾ ਆਪਾਂ। ਤੀਰਥ ਯਾਤਰਾ, ਠੀਕ ਹੈ ਜੀ, ਤੀਰਥ ਜਿਹੜੀ ਯਾਤਰਾ ਸੀਗੀ ਉਹ 1563 ਦੇ ਵਿੱਚ, ਇਬਾਦਤਖਾਨੇ ਦੀ ਉਸਾਰੀ 1575 ਦੇ ਵਿੱਚ ਕਰਾਈ ਸੀਗੀ। ਜਜ਼ੀਆ ਜਿਹੜਾ ਖਤਮ ਕੀਤਾ ਸੀ ਉਹ 1564 ਦੇ ਵਿੱਚ ਕੀਤਾ ਸੀ। ਦੀਨ-ਏ-ਇਲਾਹੀ ਧਰਮ ਚਲਾਇਆ ਸੀ 1582 ਦੇ ਵਿੱਚ ਚਲਾਇਆ ਸੀ। ਇਹਨੂੰ ਤੁਸੀਂ ਆਪਣੇ ਆਪ ਕ੍ਰਮ ਦੇ ਵਿੱਚ ਲਗਾ ਲਿਓ।
ਇਹ ਲਿਖਿਆ ਵਿੱਚੋਂ ਕਿਹੜਾ ਅਕਬਰ ਦੀ ਧਾਰਮਿਕ ਨੀਤੀ ਦੇ ਨਾਲ ਸੰਬੰਧਿਤ ਨਹੀਂ ਹੈ? ਹਾਂਜੀ, ਹਲਦੀ ਘਾਟ ਦੀ ਲੜਾਈ ਹੈ ਜਿਹੜੀ ਉਹ ਧਾਰਮਿਕ ਨੀਤੀ ਵਿੱਚ ਨਹੀਂ ਆਏਗੀ, ਠੀਕ ਹੈ ਜੀ, ਧਿਆਨ ਚ ਰੱਖਣਾ। ਬਾਕੀ ਸਾਰੇ ਦੀਨ ਇਲਾਹੀ, ਬਦਖਾਨਾ, ਤੀਰਥ ਯਾਤਰਾ ਟੈਕਸ ਸਾਰੇ ਉਹਦੇ ਵਿੱਚ ਆਉਣਗੇ। ਅਗਲਾ ਜਿਹੜਾ ਟੌਪਿਕ ਹੈ ਉਹ ਹੈ ਜੀ ਜਹਾਂਗੀਰ, ਠੀਕ ਹੈ ਜੀ। ਜਹਾਂਗੀਰ ਦਾ ਜਿਹੜਾ ਸ਼ਾਸਨ ਟਾਈਮ ਹੈ 1605 ਤੋਂ ਲੈ ਕੇ 1625 ਤੱਕ ਹੈ। ਜਹਾਂਗੀਰ ਦਾ ਬਚਪਨ ਦਾ ਨਾਮ ਸਲੀਮ ਸੀਗਾ ਤੇ ਇਹਦਾ ਜਿਹੜਾ ਜਨਮ ਹੈ 30 ਅਗਸਤ 1569 ਨੂੰ ਹੋਇਆ। ਇਹ ਧਿਆਨ ਚ ਰੱਖ ਲੈਣਾ, 30 ਅਗਸਤ 1569 ਨੂੰ ਇਹਦਾ ਜਨਮ ਹੋਇਆ ਤੇ ਇਹਦੀ ਮਾਂ ਸੀ ਕਿ ਉਹ ਹਰਖਬਾਈ ਮਰੀਮ ਠੀਕ ਅੰਬਰ ਜੈਪੁਰ ਦੇ ਰਾਜਾ ਭਰਮਲ ਦੀ ਧੀ ਸੀ, ਠੀਕ ਹੈ ਜੀ। ਇਹ ਜਦੋਂ ਅਕਬਰ ਨੇ ਆਪਣੇ ਸ਼ਾਸਨ ਨੂੰ ਵਧਾਉਣ ਦੇ ਲਈ ਜਿਹੜੇ ਰਾਜੇ ਸੀਗੇ, ਹੁਣ ਅੰਬਰ ਦੇ ਰਾਜੇ ਦੇ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਸੀਗਾ ਹਰਖਬਾਈ ਮਰੀਮ ਦੇ ਨਾਲ। ਅਕਬਰ ਸਲੀਮ ਨੂੰ ਸ਼ੇਖੂ ਬਾਬਾ ਦੇ ਨਾਮ ਨਾਲ ਬੁਲਾਉਂਦੇ ਸੀ। ਇਹ ਧਿਆਨ ਰੱਖਣਾ, ਅਕਬਰ ਸਲੀਮ ਨੂੰ ਕਿਸ ਨਾਮ ਨਾਲ ਬੁਲਾਉਂਦੇ ਸੀ? ਸ਼ੇਖੂ ਬਾਬਾ ਦੇ ਨਾਮ ਨਾਲ। ਜਹਾਂਗੀਰ ਦਾ ਜਿਹੜਾ ਅਧਿਆਪਕ ਸੀਗਾ ਉਹ ਬਹਿਰਮ ਖਾਨ ਦਾ ਪੁੱਤਰ ਹੈ ਅਬਦੁਲ ਰਹੀਮ ਖਾਨੇ ਖਾਨਾ ਸੀਗਾ, ਠੀਕ ਹੈ ਜੀ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਜਹਾਂਗੀਰ ਦੀ ਜਿਹੜੀ ਤਾਜਪੋਸ਼ੀ ਹੈ 3 ਨਵੰਬਰ 1605 ਨੂੰ ਆਗਰੇ ਦੇ ਕਿਲੇ ਦੇ ਵਿੱਚ ਹੋਈ ਅਤੇ ਉਸ ਨੂੰ ਨੂਰੂਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਗਾਜੀ ਦਾ ਖਿਤਾਬ ਦਿੱਤਾ ਗਿਆ। ਇਹ ਤੁਸੀਂ ਧਿਆਨ ਚ ਰੱਖ ਲੈਣਾ, ਨੂਰੂਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਗਾਜੀ ਦਾ ਜਿਹੜਾ ਖਿਤਾਬ ਹੈ ਉਹਨੂੰ ਦਿੱਤਾ ਗਿਆ 3 ਨਵੰਬਰ 1605 ਦੇ ਵਿੱਚ ਆਗਰੇ ਦੇ ਕਿਲੇ ਦੇ ਵਿੱਚ ਜਹਾਂਗੀਰ ਦੀ ਜਿਹੜੀ ਤਾਜਪੋਸ਼ੀ ਹੋਈ ਸੀ, ਠੀਕ ਹੈ ਜੀ। ਇਹ ਸਾਰੇ ਫੈਕਟ ਤੁਹਾਡੇ ਇੰਪੋਰਟੈਂਟ ਹੈ, ਧਿਆਨ ਚ ਰੱਖਣੇ। ਸਲੀਮ ਕਿਸ ਦੇ ਬਚਪਨ ਦਾ ਨਾਮ ਸੀਗਾ? ਠੀਕ ਹੈ ਜੀ, ਸਲੀਮ ਹੈ ਜਿਹੜਾ ਉਹ ਜਹਾਂਗੀਰ ਦਾ ਬਚਪਨ ਦਾ ਨਾਮ ਸੀ। ਸਮਰਾਟ ਬਣਨ ਤੋਂ ਬਾਅਦ 12 ਆਦੇਸ਼ ਜਾਰੀ ਕੀਤੇ, ਠੀਕ ਹੈ ਜੀ, ਧਿਆਨ ਰੱਖਣਾ। 12 ਜਿਹੜੇ ਉਹਨੇ ਆਦੇਸ਼ ਜਾਰੀ ਕੀਤੇ ਸੀ, ਉਹਨਾਂ ਵਿੱਚੋਂ ਮੁੱਖ ਕਿਹੜੇ ਆ? ਸ਼ਰਾਬ ਦੇ ਨਸ਼ੀਲੇ ਪਦਾਰਥਾਂ ਦੀ ਉਤਪਾਦਨ ਤੇ ਵਿਕਰੀ ਤੇ ਪਾਬੰਦੀ ਲਗਾਤੀ ਸੀ। ਐਤਵਾਰ ਜਿਸ ਦਿਨ ਅਕਬਰ ਦਾ ਜਨਮ ਸੀ ਤੇ ਵੀਰਵਾਰ ਜਿਸ ਦਿਨ ਜਹਾਂਗੀਰ ਦੀ ਤਾਜਪੋਸ਼ੀ ਹੋਈ, ਜਾਨਵਰਾਂ ਦੀ ਹੱਤਿਆ ਤੇ ਵੀ ਪਾਬੰਦੀ ਲਗਾਤੀ ਸੀ, ਠੀਕ ਹੈ ਜੀ। ਐਤਵਾਰ ਤੇ ਵੀਰਵਾਰ ਨੂੰ ਜਾਨਵਰਾਂ ਦੀ ਪਾਬੰਦੀ ਤੇ ਹੱਤਿਆ ਤੇ ਪਾਬੰਦੀ ਲਗਾਤੀ। ਸਜ਼ਾ ਵਜੋਂ ਜਿਹੜੀ ਨੱਕ ਜਾਂ ਕੰਨ ਵੱਢਣ ਦੀ ਪ੍ਰਥਾ ਹੈ ਉਹ ਵੀ ਬੰਦ ਕਰਤੀ ਸੀ। ਕਿਸਾਨਾਂ ਦੀਆਂ ਜ਼ਮੀਨਾਂ ਤੇ ਜਬਰੀ ਕਬਜ਼ਾ ਕਰਨ ਤੇ ਵੀ ਪਾਬੰਦੀ ਲਗਾਤੀ ਸੀ। ਇਹ ਸਾਰੇ ਉਹਦੇ 12 ਆਦੇਸ਼ ਹੈ ਜਿਹੜੇ ਉਸਨੇ ਸਮਰਾਟ ਬਣਨ ਤੋਂ ਬਾਅਦ ਜਾਰੀ ਕੀਤੇ ਸੀ। ਹਾਂਜੀ, ਸ਼ਰਾਬ ਦੇ ਨਸ਼ੀਲੇ ਪਦਾਰਥਾਂ ਦੀ ਪਾਬੰਦੀ ਕਿਸੇ ਮੁਗਲ ਸ਼ਾਸਕ ਨੇ ਲਗਵਾਈ ਸੀਗੀ? ਉਹ ਜਹਾਂਗੀਰ ਨੇ ਲਗਵਾਈ ਸੀ, ਠੀਕ ਹੈ। ਸਮਰਾਟ ਬਣਨ ਤੋਂ ਬਾਅਦ ਜਹਾਂਗੀਰ ਨੇ ਕਿੰਨੇ ਆਦੇਸ਼ ਜਾਰੀ ਕੀਤੇ ਸੀ? 12 ਆਦੇਸ਼ ਜਾਰੀ। ਹਾਂਜੀ, ਪੇਂਟਿੰਗ ਤੇ ਕਲਾ ਦਾ ਵਿਕਾਸ। ਮੁਗਲ ਕਾਲ ਦੇ ਵਿੱਚ ਚਿੱਤਰਕਾਰੀ ਅਤੇ ਦਾ ਜਿਹੜਾ ਸਿਖਰ ਹੈ ਚਿੱਤਰਕਾਰੀ ਦਾ ਜਹਾਂਗੀਰ ਦੇ ਕਾਲ ਦੇ ਸਮੇਂ ਹੀ ਸਾਹਮਣੇ ਆਇਆ। ਉਸਤਾਦ ਮਨਸੂਰ ਉਹਦੇ ਦਰਬਾਰ ਦਾ ਸਭ ਤੋਂ ਮਹੱਤਵਪੂਰਨ ਚਿੱਤਰਕਾਰ ਸੀ, ਉਸਤਾਦ ਮਨਸੂਰ, ਠੀਕ ਹੈ ਜੀ। ਜਹਾਂਗੀਰ ਨੇ ਹਿਰਾਤ ਦੇ ਇੱਕ ਚਿੱਤਰਕਾਰ ਅਕਾਰਜਾ ਦੀ ਅਗਵਾਈ ਦੇ ਵਿੱਚ ਆਗਰਾ ਦੇ ਵਿੱਚ ਇੱਕ ਚਿੱਤਰਕਾਰੀ ਘਰ ਸਥਾਪਿਤ ਕੀਤਾ ਸੀ, ਇੱਕ ਲੈਬ ਬਣਾਈ ਸੀ, ਚਿੱਤਰਕਲਾ ਲੈਬ ਜਿਹਨੂੰ ਕਹਾਂਗੇ ਆਪਾਂ, ਆਗਰਾ ਦੇ ਵਿੱਚ ਜਹਾਂਗੀਰ ਨੇ, ਠੀਕ ਹੈ, ਅਕਾਰਜਾ ਦੀ ਅਗਵਾਈ ਦੇ ਵਿੱਚ। ਜਹਾਂਗੀਰ ਦੇ ਰਾਜ ਦੌਰਾਨ ਮੁਗਲ ਚਿੱਤਰਕਾਰੀ ਆਪਣੇ ਪੂਰੇ ਸ਼ਿਖਰ ਤੇ ਸੀ। ਇਸ ਦੌਰ ਨੂੰ ਪੇਂਟਿੰਗ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਧਿਆਨ ਚ ਰੱਖ ਲੈਣਾ, ਪੇਂਟਿੰਗ ਦਾ ਸੁਨਹਿਰੀ ਯੁੱਗ ਜਹਾਂਗੀਰ ਦੇ ਕਾਲ ਨੂੰ ਕਹਿੰਦਾ। ਆਰਕੀਟੈਕਚਰ ਜਿਹਨੂੰ ਭਵਨ ਕਲਾ ਕਹਿੰਦੇ ਆਪਾਂ। ਜਹਾਂਗੀਰ ਨੇ ਲਾਹੌਰ ਦੀ ਮਸਜਿਦ ਆਗਰਾ ਦੇ ਨੇੜੇ ਸਿਕੰਦਰਾ ਦੇ ਵਿੱਚ ਅਕਬਰ ਦਾ ਮਕਬਰਾ ਬਣਾਇਆ। ਇਹ ਧਿਆਨ ਚ ਰੱਖਣਾ, ਅਕਬਰ ਦਾ ਜਿਹੜਾ ਮਕਬਰਾ ਹੈ ਉਹ ਕਿੱਥੇ ਸੀਗਾ? ਸਿਕੰਦਰਾ ਦੇ ਵਿੱਚ ਸੀਗਾ, ਠੀਕ ਹੈ ਜੀ, ਆਗਰਾ ਦੇ ਵਿੱਚ, ਜਿੱਥੇ ਉਹਨੂੰ ਬਣਾਇਆ ਗਿਆ ਸੀਗਾ। ਜਹਾਂਗੀਰ ਦੇ ਸਮੇਂ ਵਿੱਚ ਸੰਗਮਰਮਰ ਦੀਆਂ ਇਮਾਰਤਾਂ ਬਣਾਉਣ ਅਤੇ ਫੁੱਲਦਾਰ ਚਿੱਤਰਾਂ ਦੇ ਵਿੱਚ ਕੰਧਾਂ ਨੂੰ ਸਜਾਉਣ ਦਾ ਰਿਵਾਜ ਸ਼ੁਰੂ ਹੋਇਆ। ਇਸ ਸਜਾਵਟ ਸ਼ੈਲੀ ਨੂੰ ਜੜੀ ਨਕਾਸ਼ੀ ਵਜੋਂ ਜਾਣਿਆ ਜਾਂਦਾ ਸੀ, ਠੀਕ ਹੈ ਜੀ, ਧਿਆਨ ਚ ਰੱਖ ਲੈਣਾ ਵੀ। ਕਈ ਵਾਰ ਪੁੱਛਿਆ ਜਾਂਦਾ ਜੜੀ ਨਕਾਸ਼ੀ ਹੈ ਉਹ ਕਿਹਦੇ ਸ਼ਾਸਨ ਕਾਲ ਦੇ ਵਿੱਚ ਸੀਗੇ? ਜਹਾਂਗੀਰ ਦੇ ਸ਼ਾਸਨ ਕਾਲ ਦੇ ਵਿੱਚ। ਜਹਾਂਗੀਰ ਦੇ ਦਰਬਾਰ ਦੇ ਵਿੱਚ ਹੇਠ ਲਿਖੇ ਚਿੱਤਰਕਾਰਾਂ ਵਿੱਚੋਂ ਕੌਣ ਕੁਦਰਤੀ ਵਿਸ਼ਿਆਂ ਤੇ ਚਿੱਤਰਨ ਦੇ ਲਈ ਮਸ਼ਹੂਰ ਸੀਗਾ? ਹਾਂਜੀ, ਉਹ ਸੀ ਉਸਤਾਦ ਮਨਸੂਰ। ਇਹ ਇੱਕ ਪ੍ਰਕਿਰਤਵਾਦੀ ਕਵੀ ਸੀਗਾ, ਕੁਦਰਤ ਤੇ ਆਪਣੀਆਂ ਪੇਂਟਿੰਗ ਕਰਦਾ ਸੀ। ਆਗਰਾ ਦੇ ਵਿੱਚ ਬਣੀ ਨੂਰ ਜਹਾਂ ਦੇ ਪਿਤਾ ਇਤਮਦੌਲਾ ਦੀ ਜਿਹੜੀ ਕਬਰ ਹੈ ਉਹ ਵੀ ਸੰਗਮਰ ਦੇ ਪੱਥਰਾਂ ਕਰਕੇ ਇੱਕ ਵਿਲੱਖਣ ਬੰਦੀ ਹੈ, ਠੀਕ ਹੈ ਜੀ। ਜਹਾਂਗੀਰ ਦੀ ਮੌਤ ਹੈ ਜਿਹੜੀ 5 ਨਵੰਬਰ 1627 ਨੂੰ ਭੀਮਵਾੜਾ ਨਾਮਕ ਸਥਾਨ ਤੇ ਹੋਈ, ਉਸ ਨੂੰ ਲਾਹੌਰ ਦੇ ਵਿੱਚ ਦਫਨਾਇਆ ਗਿਆ। ਜਿਸ ਤੋਂ ਬਾਅਦ ਨੂਰ ਜਹਾਂ ਨੇ ਉੱਥੇ ਇੱਕ ਮਕਬਰਾ ਬਣਾਇਆ, ਠੀਕ ਹੈ, ਧਿਆਨ ਰੱਖ ਲੈਣਾ। ਜਹਾਂਗੀਰ ਦੀ ਮੌਤ ਹੈ ਜਿਹੜੀ 1627 ਦੇ ਵਿੱਚ ਹੋਈ ਸੀ ਤੇ ਲਾਹੌਰ ਦੇ ਵਿੱਚ ਦਫਨਾਇਆ ਗਿਆ ਸੀ ਤੇ ਨੂਰ ਜਹਾਂ ਨੇ ਉੱਥੇ ਮਕਬਰਾ ਬਣਾਇਆ ਸੀ। ਹਾਂਜੀ, ਖੁਸਰੋ ਦੀ ਬਗਾਵਤ 1606 ਦੇ ਵਿੱਚ ਜਹਾਂਗੀਰ ਦਾ ਜਿਹੜਾ ਵੱਡਾ ਪੁੱਤਰ ਖੁਸਰੋ ਹੈ ਉਸਨੇ ਬਗਾਵਤ ਕਰ ਦਿੱਤੀ ਤੇ ਆਗਰਾ ਤੋਂ ਉਹ ਭੱਜ ਕੇ ਫਿਰ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ, ਠੀਕ ਹੈ ਜੀ, ਤੇ ਉਹ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਸਹਾਇਤਾ ਕੀਤੀ। 1621 ਦੇ ਵਿੱਚ ਖੁਰਮ ਨੇ ਖੁਸਰੋ ਨੂੰ ਮਾਰ ਦਿੱਤਾ। ਖੁਰਮ ਹੈ ਜਿਹੜਾ ਸ਼ਾਹਜਹਾਂ ਦਾ ਨਾਮ ਸੀਗਾ, ਉਹਨੇ ਆਪਣੇ ਖੁਸਰੋ ਵੱਡੇ ਭਰਾ ਨੂੰ ਮਾਰ ਦਿੱਤਾ 1621 ਦੇ ਵਿੱਚ ਤੇ ਜਹਾਂਗੀਰ ਨੇ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਖੁਸਰੋ ਦੀ ਮਦਦ ਕਰਨ ਕਰਕੇ ਸ਼ਹੀਦ ਕਰ ਦਿੱਤਾ, ਠੀਕ ਹੈ ਜੀ, ਧਿਆਨ ਰੱਖਣਾ, ਵੈਰੀ ਇੰਪੋਰਟੈਂਟ ਫੈਕਟ ਹੈ ਜੀ, ਠੀਕ ਹੈ ਜੀ। 1621 ਦੇ ਵਿੱਚ ਖੁਸਰੋ ਨੂੰ ਮਾਰਿਆ ਗਿਆ ਸੀਗਾ ਖੁਰਮ ਦੁਆਰਾ ਤੇ 1606 ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਖੁਸਰੋ ਨੂੰ ਸ਼ਹੀਦ ਕਰਵਾ ਦਿੱਤਾ ਸੀ। ਹਾਂਜੀ, ਸ਼ਹਿਜ਼ਾਦਾ ਖੁਸਰੋ ਨੂੰ ਕਿੱਥੇ ਦਫਨਾਇਆ ਗਿਆ? ਇਹਨੂੰ ਇਲਾਹਾਬਾਦ ਦੇ ਵਿੱਚ ਦਫਨਾਇਆ ਗਿਆ ਸੀਗਾ, ਧਿਆਨ ਰੱਖਣਾ। ਲੜਾਈਆਂ ਤੇ ਜਿੱਤਾਂ। ਜਹਾਂਗੀਰ ਨੇ ਮੇਵਾੜ ਦੇ ਨਾਲ ਲੜਾਈ ਕੀਤੀ। 1615 ਦੇ ਵਿੱਚ ਮੇਵਾੜ ਦੀ ਸੰਧੀ ਕੀਤੀ, ਜਿਸ ਵਿੱਚ ਮੇਵਾੜ ਦੇ ਰਾਣਾ ਅਮਰ ਸਿੰਘ ਮੁਗਲਾਂ ਦੀ ਸਰਕਾਰੀ ਸਵੀਕਾਰ ਕੀਤੀ ਤੇ ਮੇਵਾੜ ਨੂੰ ਪ੍ਰਾਪਤ ਕੀਤਾ। ਧਿਆਨ ਰੱਖਣਾ ਹੈ, ਪਹਿਲੀ ਲੜਾਈ ਜਿਹੜੀ 1615 ਦੇ ਵਿੱਚ ਮੇਵਾੜ ਦੇ ਨਾਲ ਜਹਾਂਗੀਰ ਨੇ ਲੜੀ ਸੀ ਤੇ ਉਸ ਸਮੇਂ ਮੇਵਾੜ ਦਾ ਜਿਹੜਾ ਰਾਣਾ ਅਮਰ ਸਿੰਘ ਸੀ ਉਹਨੇ ਮੁਗਲਾਂ ਦੀ ਜਿਹੜੀ ਸਰਕਾਰੀ ਸਵੀਕਾਰ ਕਰ ਲਈ ਤੇ ਮੇਵਾੜ ਨੂੰ ਮੁੜ ਪ੍ਰਾਪਤ ਕਰ ਲਿਆ ਸਰਕਾਰੀ ਸਵੀਕਾਰ ਕਰਕੇ। ਦੱਖਣ ਦੇ ਵਿੱਚ ਖੁਰਮ ਨੇ ਅਹਿਮਦਨਗਰ ਨੂੰ ਮੁਗਲ ਸਾਮਰਾਜ ਦੇ ਵਿੱਚ ਮਿਲਾਇਆ, ਠੀਕ ਹੈ ਜੀ। 1617 ਦੇ ਵਿੱਚ ਅਹਿਮਦਨਗਰ ਨੂੰ ਮੁਗਲਾਂ ਵਿਚਕਾਰ ਸੰਧੀ ਹੋ ਗਈ, ਠੀਕ ਹੈ। ਧਿਆਨ ਰੱਖਣਾ, ਖੁਰਮ ਸ਼ਾਹਜਹਾਂ ਦਾ ਨਾਮ ਹੈ ਜਿਸ ਨੇ ਅਹਿਮਦਨਗਰ ਨੂੰ ਮੁਗਲ ਸਾਮਰਾਜ ਦੇ ਵਿੱਚ 1617 ਦੇ ਵਿੱਚ ਮਿਲਾਇਆ। ਜਹਾਂਗੀਰ ਦੇ ਰਾਜ ਦੌਰਾਨ ਮੁਗਲਾਂ ਨੇ ਕਾਂਗੜਾ ਨੂੰ ਜਿੱਤ ਲਿਆ ਸੀ, ਠੀਕ ਹੈ। ਧਿਆਨ ਰੱਖਣਾ, ਜਹਾਂਗੀਰ ਦੇ ਰਾਜ ਦੇ ਦੌਰਾਨ ਮੁਗਲਾਂ ਨੇ ਕਾਂਗੜੇ ਨੂੰ ਜਿੱਤ ਲਿਆ ਸੀ। ਜਹਾਂਗੀਰ ਦੇ ਸਮੇਂ 1622 ਦੇ ਵਿੱਚ ਕੰਧਾਰ ਭਾਰਤ ਦੇ ਹੱਥੋਂ ਨਿਕਲ ਗਿਆ ਤੇ ਸ਼ਾਹ ਆਬਾਦ ਦੇ ਹੱਥਾਂ ਵਿੱਚ ਚਲਾ ਗਿਆ। ਇਹ ਧਿਆਨ ਰੱਖਣਾ, ਕੰਧਾਰ ਹੈ ਜਿਹੜਾ 1622 ਦੇ ਵਿੱਚ ਭਾਰਤ ਦੇ ਹੱਥੋਂ ਨਿਕਲ ਗਿਆ ਸੀਗਾ, ਠੀਕ ਹੈ ਜੀ। 1622 ਦੇ ਵਿੱਚ ਹੀ ਜਿਹੜਾ ਹੈ ਸ਼ਾਹਜਹਾਂ ਨੇ ਤੇ 1626 ਦੇ ਵਿੱਚ ਮੁਹੱਬਤ ਖਾਨ ਨੇ ਜਹਾਂਗੀਰ ਦੇ ਵਿਰੁੱਧ ਬਗਾਵਤ ਕਰ ਦਿੱਤੀ। ਇਹ ਉਹੀ ਮੁਹੱਬਤ ਖਾਨ ਹੈ, ਠੀਕ ਹੈ, ਜਿਹਦੇ ਬਗਾਵਤ ਨੂੰ ਦਬਾਉਣ ਦੇ ਲਈ, ਠੀਕ ਹੈ ਜੀ, ਨੂਰਜਹਾਂ ਜਿਹੜੀ ਉਹਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ। ਤੇ ਮੁਹੱਬਤ ਖਾਨ ਨੇ ਜਹਾਂਗੀਰ ਨੂੰ ਜੇਲ੍ਹ ਨਦੀ ਦੇ ਕੰਢੇ ਤੇ ਕੈਦ ਕਰ ਲਿਆ ਤੇ ਨੂਰਜਹਾਂ ਨੇ ਮੁਹੱਬਤ ਖਾਨ ਦੀ ਬਗਾਵਤ ਨੂੰ ਦਬਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਧਿਆਨ ਚ ਰੱਖ ਲੈਣਾ ਜੀ ਫੈਕਟ, ਠੀਕ ਹੈ ਜੀ। ਹਾਂਜੀ, ਜੇਲ੍ਹ ਨਦੀ ਦੇ ਕੰਢੇ ਤੇ ਜਹਾਂਗੀਰ ਨੂੰ ਕੈਦ ਕਿਹਨੇ ਕੀਤਾ ਸੀਗਾ? ਉਹ ਮੁਹੱਬਤ ਖਾਨ ਨੇ ਸੀ। ਮੁਹੱਬਤ ਵੀ ਖਾਨ ਵੀ ਲਿਖਿਆ ਹੋਇਆ ਕਈ ਕਿਤਾਬਾਂ ਦੇ, ਕਈਆਂ 'ਚ ਮੁਹੱਬਤ ਖਾਨ ਲਿਖਿਆ ਹੋਇਆ, ਠੀਕ ਹੈ ਜੀ। 1622 ਦੇ ਵਿੱਚ ਸ਼ਾਹਜਹਾਂ ਨੇ ਵਿਰੋਧ ਕਰ ਦਿੱਤਾ ਸੀ। ਉਹਨੇ ਸ਼ਾਹਜਹਾਂ ਨੇ ਕਿਉਂ ਵਿਰੋਧ ਕਰ ਦਿੱਤਾ ਸੀ? ਕਿਉਂਕਿ ਜਿਹੜੀ ਨੂਰਜਹਾਂ ਹੈ ਉਹਦੀ ਘਰ ਵਾਲੀ ਹੈ, ਉਹਦੀ ਜਿਹੜੀ ਸੱਤਾ ਦੇ ਵਿੱਚ ਦਬਦਬਾ ਵੱਧਦਾ ਜਾ ਰਿਹਾ ਸੀ, ਜਿਹਦਾ ਉਹਨੇ ਵਿਰੋਧ ਕੀਤਾ ਤੇ ਵਿਰੋਧ ਕਰਤਾ 1622 ਦੇ ਵਿੱਚ ਸ਼ਾਹਜਹਾਂ ਨੇ। 26 ਦੇ ਵਿੱਚ ਮੁਹੱਬਤ ਖਾਨ ਨੇ ਕੀਤਾ ਸੀ, ਧਿਆਨ ਰੱਖ ਲੈਣਾ। ਤੇ 1622 ਦੇ ਵਿੱਚ ਹੀ ਕੰਧਾਰ ਭਾਰਤ ਦੇ ਹੱਥੋਂ ਨਿਕਲ ਗਿਆ ਤੇ ਸ਼ਾਹਬਾਜ਼ ਦੇ ਹੱਥਾਂ ਵਿੱਚ ਚਲਾ ਗਿਆ ਤੇ ਕਾਂਗੜਾ ਦੀ ਜਿੱਤ ਪ੍ਰਾਪਤ ਕੀਤੀ ਸੀ ਜਹਾਂਗੀਰ ਦੇ ਰਾਜ ਦੇ ਵਿੱਚ ਹੀ। 1617 ਦੇ ਵਿੱਚ ਜਿਹੜਾ ਹੈ ਅਹਿਮਦਨਗਰ ਨੂੰ ਤੇ ਮੁਗਲਾਂ ਦੇ ਵਿਚਕਾਰ ਸੰਧੀ ਹੋਈ ਸੀਗੀ ਤੇ 1615 ਦੇ ਵਿੱਚ ਮੇਵਾੜ ਦੇ ਰਾਣਾ ਅਮਰ ਸਿੰਘ ਤੇ ਮੁਗਲਾਂ ਦੇ ਵਿਚਕਾਰ ਸੰਧੀ ਹੋਈ ਸੀ, ਠੀਕ ਹੈ। ਇਹ ਸਾਰੇ ਤੁਸੀਂ ਫੈਕਟ ਧਿਆਨ ਚ ਰੱਖ ਲੈਣੇ ਜੀ, ਠੀਕ ਹੈ ਜੀ। ਜਹਾਂਗੀਰ ਦੀਆਂ ਲੜਾਈਆਂ ਨੂੰ ਕਾਲਕ੍ਰਮ ਕਰਨਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਅਹਿਮਦਨਗਰ ਦੀ ਲੜਾਈ
ਠੀਕ ਹੈ। ਜਿਹੜੀ ਅਹਿਮਦਨਗਰ ਦੀ ਲੜਾਈ ਹੈ ਇਹ 1617 ਦੇ ਵਿੱਚ ਹੋਈ ਸੀ। ਮੇਵਾੜ ਦੀ ਲੜਾਈ 1615 ਦੇ ਵਿੱਚ ਹੋਈ ਸੀ। ਕੰਧਾਰ ਦੀ ਜਿਹੜੀ ਲੜਾਈ ਹੈ ਇਹ 1622 22 ਦੇ ਵਿੱਚ ਹੋਈ ਸੀ ਤੇ ਮਹਾਬਤ ਖਾਨ 1626 ਦੇ ਵਿੱਚ ਹੋਈ ਸੀ। ਤੇ ਇਹਨੂੰ ਤੁਸੀਂ ਆਪਣੇ ਆਪ ਹੀ ਕਾਲਕ੍ਰਮ ਕਰ ਲੈਣਾ, ਠੀਕ ਹੈ। ਯੂਰਪੀਆਂ ਦੀ ਆਮਦ ਜਹਾਂਗੀਰ ਦੇ ਦਰਬਾਰ ਦੇ ਵਿੱਚ ਪੁਰਤਗਾਲੀ ਸਭ ਤੋਂ ਪਹਿਲਾਂ ਆਏ, ਧਿਆਨ 'ਚ ਰੱਖਣਾ ਪੁਰਤਗਾਲੀ ਕਿਹਦੇ ਕਾਲ ਦੇ ਵਿੱਚ ਸਭ ਤੋਂ ਪਹਿਲਾਂ ਆਏ ਸੀ ਜਹਾਂਗੀਰ ਦੇ ਰਾਜ ਦੌਰਾਨ ਜਿਹੜੇ ਅੰਗਰੇਜ਼ ਸੀਗੇ ਕੈਪਟਨ ਹੌਕਿੰਸ ਦੀ ਅਗਵਾਈ ਦੇ ਵਿੱਚ ਮੁਗਲ ਦਰਬਾਰ ਦੇ ਵਿੱਚ ਆਇਆ, ਠੀਕ ਹੈ ਜੀ। ਤੇ ਉਸ ਨੂੰ ਵਪਾਰ ਕਰਨ ਦੀ ਆਗਿਆ ਨਹੀਂ ਮਿਲੀ, ਪਰ ਇੰਡਸਟਰੀ ਖੋਲ੍ਹਣ ਦੀ ਆਗਿਆ ਮਿਲ ਗਈ ਸੀ 1608 ਤੇ 1611 ਦੇ ਸਮੇਂ ਦੇ ਦੌਰਾਨ। ਤੇ ਜਹਾਂਗੀਰ ਨੇ ਹੌਕਿੰਸ ਨੂੰ 400 ਦਾ ਮਨਸਬ ਦਿੱਤਾ ਸੀ, ਠੀਕ ਹੈ ਜੀ। ਸਭ ਤੋਂ ਘੱਟ ਮਨਸਬ ਹੈ ਮੈਨੂੰ ਲੱਗਦਾ, ਸਭ ਤੋਂ ਵੱਡਾ 10,000 ਮਨਸਬ ਹੁੰਦਾ ਸੀ, ਠੀਕ ਹੈ ਜੀ। ਸਰ ਥਾਮਸ ਰੋ ਦੀ ਅਗਵਾਈ ਦੇ ਵਿੱਚ ਦੂਜਾ ਮਿਸ਼ਨ 1615 ਤੋਂ 1618 ਦੇ ਵਿੱਚ ਵਪਾਰਕ ਮਨਜ਼ੂਰੀ ਪ੍ਰਾਪਤ ਕਰਨ ਦੇ ਲਈ ਕਾਮਯਾਬ ਰਿਹਾ ਜਹਾਂਗੀਰ ਤੋਂ, ਠੀਕ ਹੈ ਜੀ। ਸਰ ਥਾਮਸ ਰੋ ਮਨਜ਼ੂਰੀ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਏ, ਪਰ ਜਿਹੜਾ ਕੈਪਟਨ ਹੌਕਿੰਸ ਹੈ ਉਹਨੂੰ ਵਪਾਰਕ ਕਰਨ ਦੀ ਮਨਜ਼ੂਰੀ ਨਹੀਂ ਮਿਲੀ, ਪਰ ਇੰਡਸਟਰੀ ਖੋਲ੍ਹਣ ਦੀ ਮਨਜ਼ੂਰੀ ਮਿਲ ਗਈ ਸੀ, ਠੀਕ ਹੈ ਜੀ। ਉਹ ਆਇਆ ਸੀ 1608 ਤੋਂ 1611 ਦਾ ਸਮਾਂ, ਤੇ ਸਰ ਥਾਮਸ ਦਾ ਜਿਹੜਾ ਸਮਾਂ 1615 ਤੋਂ 1618 ਦਾ। ਜਹਾਂਗੀਰ ਦੇ ਦੌਰਾਨ 1613 ਦੇ ਵਿੱਚ ਅੰਗਰੇਜ਼ਾਂ ਨੇ ਸੂਰਤ ਦੇ ਵਿੱਚ ਪਹਿਲੀ ਵਪਾਰਕ ਇੰਡਸਟਰੀ ਕਾਇਮ ਕੀਤੀ ਸੀ, ਤੇ ਫ੍ਰਾਂਸਿਸ ਨੇ ਵੀ ਆਪਣੀ ਪਹਿਲੀ ਇੰਡਸਟਰੀ ਸੂਰਤ ਵਿੱਚ ਹੀ ਸਥਾਪਿਤ ਕੀਤੀ ਸੀ। ਧਿਆਨ ਰੱਖਣਾ ਅੰਗਰੇਜ਼ਾਂ ਦੇ ਫ੍ਰਾਂਸਿਸ ਦੀ ਪਹਿਲੀ ਇੰਡਸਟਰੀ ਉਹ ਸੂਰਤ ਵਿੱਚ ਸੀ। ਸਰ ਥਾਮਸ ਰੋ ਕਿਸ ਦੀ ਅਦਾਲਤ ਦੇ ਵਿੱਚ ਦੂਤ ਵਜੋਂ ਆਇਆ ਸੀਗਾ, ਠੀਕ ਹੈ ਜੀ, ਉਹ ਜਹਾਂਗੀਰ ਦੀ ਅਦਾਲਤ ਦੇ ਵਿੱਚ ਆਇਆ ਸੀਗਾ। ਹਾਂਜੀ, ਡਿਊਰਿੰਗ ਹੂਜ਼ ਰੇਨ ਡਿਡ ਵਿਲੀਅਮ ਹੌਕਿੰਸ ਵਿਜ਼ਿਟ ਦੀ ਮੁਗਲ ਕੋਰਟ ਟੂ ਸਿਕਿਉਰ ਦੀ ਰਾਈਟ ਟੂ ਟ੍ਰੇਡ ਇਨ ਮੁਗਲ ਕੋਰਟ, ਠੀਕ ਹੈ। ਦੱਸਣਾ ਵੀ ਕਿਸ ਮੁਗਲ ਕੋਰਟ ਹੋਣਾ ਸੀਗਾ, ਕਿਸ ਮੁਗਲ ਕੋਰਟ ਦੇ ਵਿੱਚ ਵਪਾਰ ਦਾ ਰਾਈਟ ਪ੍ਰਾਪਤ ਕਰਨ ਦੇ ਲਈ ਵਿਲੀਅਮ ਹੌਕਿੰਸ ਦਾ ਜਿਹੜਾ ਉਹ ਆਇਆ ਸੀਗਾ ਮੁਗਲ ਕੋਰਟ ਦੇ ਵਿੱਚ, ਉਹ ਜਹਾਂਗੀਰ ਦੇ ਵਿੱਚ ਆਇਆ ਸੀਗਾ, ਪਰ ਇਸ ਨੂੰ ਵਪਾਰ ਕਰਨ ਦੀ ਆਗਿਆ ਪ੍ਰਾਪਤ ਨਾ ਹੋਈ ਸੀ। ਅੱਗੇ ਜੀ ਜਿਹੜੇ ਇੰਪੋਰਟੈਂਟ ਹੋਰ ਫੈਕਟ ਹੈ ਜਹਾਂਗੀਰ ਨਾਲ ਸੰਬੰਧਿਤ, 1606 ਦੇ ਵਿੱਚ ਉਸਨੇ 9 ਰੋਜ਼ ਜਿਹੜਾ ਕਿ ਪਾਰਸੀਆਂ ਦਾ ਤਿਉਹਾਰ ਸੀ ਧੂਮਧਾਮ ਦੇ ਨਾਲ ਮਨਾਇਆ। ਆਗਰੇ ਦੇ ਕਿਲੇ ਤੋਂ ਕੁਝ ਦੂਰੀ ਤੇ ਘੰਟੀਆਂ ਲਗਵਾਈਆਂ, ਜਿਸ ਵਿੱਚ ਇੱਕ ਸੁਨਹਿਰੀ ਜੰਜੀਰ ਲਗਾਈ ਗਈ। ਜਦੋਂ ਵੀ ਕੋਈ ਵਿਅਕਤੀ ਘੰਟੀ ਵਜਾ ਕੇ ਇਸ ਤਰ੍ਹਾਂ ਬਾਦਸ਼ਾਹ ਦੇ ਨਾਲ ਸਿੱਧਾ ਸੰਪਰਕ ਕਾਇਮ ਕਰ ਸਕਦਾ ਸੀ, ਇਨਸਾਫ ਦੀ ਮੰਗ ਕਰ ਸਕਦਾ ਸੀ, ਤੇ ਨਿਆਂ ਦੀ ਲੜੀ ਦਾ ਸ਼ਾਸਕ ਜਾਂ ਨਿਆਂ ਦੀ ਜੰਜੀਰ ਦਾ ਸ਼ਾਸਕ ਇਸ ਨੂੰ ਕਿਹਾ ਜਾਂਦਾ ਸੀ। ਪੁੱਛਿਆ ਜਾਂਦਾ ਨਿਆਂ ਦੀ ਜੰਜੀਰ ਦਾ ਰਾਜਾ ਕਿਹਨੂੰ ਕਿਹਾ ਜਾਂਦਾ, ਸ਼ਾਸਕ ਜਹਾਂਗੀਰ ਨੂੰ ਕਿਹਾ ਜਾਂਦਾ, ਠੀਕ ਹੈ ਜੀ। ਧਿਆਨ ਰੱਖਣਾ ਇੰਪੋਰਟੈਂਟ ਫੈਕਟ ਹੈ ਜੀ। ਜਹਾਂਗੀਰ ਨੇ ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਜੀ ਨੂੰ ਸ਼ਹਿਜ਼ਾਦਾ ਖੁਸਰੋ ਦੀ ਮਦਦ ਕਰਨ ਦੇ ਲਈ ਫਾਂਸੀ ਦੇ ਦਿੱਤੀ, ਠੀਕ ਹੈ। ਖੁਸਰੋ ਜਿਹੜਾ ਹੈਗਾ ਆਪਣੇ ਕੋਲ ਜਿਹਨੂੰ ਆਪਾਂ ਕਹਾਂਗੇ ਸ਼ਾਹਜਹਾਂ। ਜਹਾਂਗੀਰ ਨੇ ਆਪਣੇ ਰਾਜ ਦੌਰਾਨ ਇੱਕ ਹਿੰਦੂ ਜੱਜ ਸ਼੍ਰੀਕਾਂਤ ਨੂੰ ਨਿਯੁਕਤ ਕੀਤਾ ਸੀ, ਤੇ ਜਹਾਂਗੀਰ ਨੂੰ ਦਮੇ ਦਾ ਮਰੀਜ਼ ਸੀਗਾ। ਧਿਆਨ 'ਚ ਰੱਖਣਾ 5ਵੇਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਿਹਨੇ ਕਰਾਇਆ ਸੀਗਾ, ਉਹ ਕਰਾਇਆ ਸੀਗਾ ਖੁਰਮ ਨੇ ਖੁਸਰੋ ਨੂੰ ਮਾਰਿਆ ਸੀਗਾ। ਖੁਰਮ ਜਿਹੜਾ ਨਾਮ ਹੈ ਉਹ ਹੈ ਜਹਾਂਗੀਰ ਦਾ ਨਾਮ, ਇਹ ਧਿਆਨ 'ਚ ਰੱਖ ਲੈਣਾ। ਖੁਰਮ ਨੇ 1621 ਦੇ ਵਿੱਚ ਮਾਰ ਦਿੱਤਾ ਸੀ, ਠੀਕ ਹੈ ਜੀ। ਧਿਆਨ 'ਚ ਰੱਖ ਲੈਣੇ ਸਾਰੇ ਇੰਪੋਰਟੈਂਟ। ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਨੇ 1606 ਵਿੱਚ ਕਿਸ ਦੇ ਕਹਿਣ 'ਤੇ ਸ਼ਹੀਦ ਕੀਤਾ ਸੀ, ਚੰਦੂ ਸ਼ਾਹ। ਉਹ ਮੁਗਲ ਬਾਦਸ਼ਾਹ ਕੌਣ ਸੀ ਜਿਸ ਨੇ ਆਪਣੇ ਮਹਿਲ ਦੇ ਬਾਹਰ ਘੰਟੀਆਂ ਦੇ ਲਈ ਇਨਸਾਫ ਦੀ ਜੰਜੀਰ ਰੱਖੀ ਸੀ, ਜਹਾਂਗੀਰ। ਅੱਗੇ ਨੂਰਜਹਾਂ ਬਾਰੇ, ਨੂਰਜਹਾਂ ਦਾ ਬਚਪਨ ਦਾ ਨਾਮ ਮੇਹਰੂਨਿਸਾ ਸੀ। ਮੇਹਰੂਨਿਸਾ ਦਾ ਪਹਿਲਾ ਵਿਆਹ 1594 ਦੇ ਵਿੱਚ ਅਲੀ ਕੁਲੀ ਬੇਗ ਦੇ ਨਾਲ ਹੋਇਆ ਸੀ। ਅਲੀ ਕੁਲੀ ਬੇਗ ਦੀ ਮੌਤ ਤੋਂ ਬਾਅਦ ਜਹਾਂਗੀਰ ਨੇ 1611 ਦੇ ਵਿੱਚ ਨੂਰਜਹਾਂ ਦੇ ਨਾਲ ਵਿਆਹ ਕਰਵਾ ਲਿਆ, ਤੇ ਬਾਅਦ ਇਹ ਨੂਰ ਮਹਿਲ ਨੂਰਜਹਾਂ ਦੇ ਇਹਨੂੰ ਉਪਾਧੀਆਂ ਦਿੱਤੀਆਂ ਗਈਆਂ, ਠੀਕ ਹੈ। ਮੇਹਰੂਨਿਸਾ ਦੇ ਨਾਲ 1611 ਦੇ ਵਿੱਚ ਵਿਆਹ ਕਰਵਾ ਲਿਆ ਸੀਗਾ ਜਹਾਂਗੀਰ ਨੇ। 1613 ਦੇ ਵਿੱਚ ਨੂਰਜਹਾਂ ਨੂੰ ਬਾਦਸ਼ਾਹ ਬੇਗਮ ਬਣਾਇਆ ਗਿਆ, ਤੇ ਉਸਨੇ ਨੂਰਜਹਾਂ ਗਰੁੱਪ ਬਣਾਇਆ। ਸ਼ਾਸਨ ਦੇ ਵਿੱਚ ਨੂਰਜਹਾਂ ਦਾ ਦਬਦਬਾ ਵਧਿਆ ਦੇ ਕੇ ਸ਼ਾਹਜਹਾਂ ਨੇ 1622 ਦੇ ਵਿੱਚ ਬਗਾਵਤ ਕਰ ਦਿੱਤੀ। ਇਹ ਧਿਆਨ ਰੱਖਣਾ, ਸ਼ਾਹਜਹਾਂ ਨੇ ਬਗਾਵਤ ਕਦੋਂ ਕੀਤੀ ਸੀਗੀ, 1622 ਦੇ ਵਿੱਚ, ਠੀਕ ਹੈ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਧਿਆਨ ਰੱਖਣੇ। ਹਾਂਜੀ, ਨੂਰਜਹਾਂ ਦਾ ਅਸਲੀ ਨਾਮ ਕੀ ਸੀਗਾ, ਇਹ ਮੇਹਰੂਨਿਸਾ ਸੀ ਇਹਦਾ ਨਾਮ, ਠੀਕ ਹੈ ਜੀ। ਇਸ ਮੁਗਲ ਬਾਦਸ਼ਾਹ ਨੇ ਆਪਣੇ ਰਾਜ ਦੌਰਾਨ ਖੁਸਰੋ, ਖੁਰਮ, ਮਹਾਬਤ ਖਾਂ ਦੀਆਂ ਬਗਾਵਤਾਂ ਦਾ ਸਾਹਮਣਾ ਕੀਤਾ, ਠੀਕ ਹੈ ਜੀ। ਖੁਸਰੋ ਜਿਹਨੂੰ ਕਿ 1621 ਦੇ ਵਿੱਚ ਮਾਰ ਦਿੱਤਾ ਸੀਗਾ, ਖੁਰਮ ਨਹੀਂ ਮਾਰਤਾ ਸੀਗਾ, ਠੀਕ ਹੈ। ਤੇ ਖੁਰਮ ਹੈ ਜਿਹਨੇ 1622 ਦੇ ਵਿੱਚ ਬਗਾਵਤ ਕਰ ਦਿੱਤੀ ਸੀਗੀ, ਠੀਕ ਹੈ, ਜਦੋਂ ਸ਼ਾਸਨ ਦੇ ਵਿੱਚ ਦਬਦਬਾ ਜਿਹੜਾ ਹੈ ਨੂਰਜਹਾਂ ਦਾ ਵੱਧਦਾ ਜਾ ਰਿਹਾ ਸੀ। ਮਹਾਬਤ ਖਾਂ ਨੇ ਉਹੀ ਹੈ ਜਿਹਨੇ ਵਿਦਰੋਹ ਕੀਤਾ ਸੀ 1626 ਦੇ ਵਿੱਚ। ਇਸ ਵਿਦਰੋਹ ਨੂੰ ਦਬਾਉਣ ਦੇ ਵਿੱਚ ਨੂਰਜਹਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਸੀ, ਠੀਕ ਹੈ ਜੀ। ਇਹ ਸਾਰੇ ਦੇ ਸਾਰੇ ਜਿਹੜੀਆਂ ਬਗਾਵਤਾਂ ਜਹਾਂਗੀਰ ਦੇ ਸ਼ਾਸਨ ਕਾਲ ਵਿੱਚ ਹੋਈਆਂ। 1621 ਦੇ ਵਿੱਚ ਨੂਰਜਹਾਂ ਨੇ ਆਪਣੀ ਲਾਡਲੀ ਧੀ ਬੇਗਮ ਜੋ ਕਿ ਸ਼ੇਰ ਅਫਗਾਨ ਅਲੀ ਕੁਲੀ ਤੋਂ ਪੈਦਾ ਹੋਈ ਸੀ, ਉਹਦਾ ਵਿਆਹ ਸ਼ਾਇਰ ਜਾਰ ਨਾਲ ਕੀਤਾ, ਠੀਕ ਹੈ। 1621 ਦੇ ਵਿੱਚ ਆਪਣੀ ਲਾਡਲੀ ਬੇਗਮ ਜਿਹੜੀ ਸੀਗੀ ਉਹਦਾ ਵਿਆਹ ਕਰਤਾ ਸੀ ਸ਼ਾਇਰ ਜਾਰ ਦੇ ਨਾਲ। ਜਹਾਂਗੀਰ ਦੀ ਮੌਤ ਤੋਂ ਬਾਅਦ ਨੂਰਜਹਾਂ ਨੇ ਸ਼ਾਇਰ ਜਾਰ ਨੂੰ ਬਾਦਸ਼ਾਹ ਐਲਾਨ ਕਰ ਦਿੱਤਾ, ਆਪਣੇ ਜਵਾਈ ਨੂੰ ਬਾਦਸ਼ਾਹ ਐਲਾਨ ਕਰ ਦਿੱਤਾ। ਨੂਰਜਹਾਂ ਦੀ ਮਾਂ ਸੀ ਅਸਮਤ ਬੇਗਮ, ਠੀਕ ਹੈ, ਉਹਦੀ ਮੁੱਖ ਸਲਾਹਕਾਰ ਸੀਗੀ ਨੂਰਜਹਾਂ ਦੀ, ਤੇ ਜਿਹੜਾ ਇੱਤਰ ਜਿਹਨੂੰ ਸੈਂਟ ਜਾਂ ਕਹਿ ਦਿੰਦੇ ਆਪਾਂ, ਉਹਦੀ ਖੋਜਕ ਵੀ ਉਸ ਨੂੰ ਮੰਨਿਆ ਜਾਂਦਾ ਹੈ, ਅਸਮਤ ਬੇਗਮ ਨੂੰ। ਜਹਾਂਗੀਰ ਨੇ ਆਪਣੀ ਆਤਮ ਕਥਾ ਤੁਝ ਕੇ ਜਹਾਂਗੀਰੀ ਫਾਰਸੀ ਦੇ ਵਿੱਚ ਲਿਖੀ ਸੀ, ਧਿਆਨ ਰੱਖਣਾ ਹੈ, ਤੁਝ ਕੇ ਜਹਾਂਗੀਰੀ ਫਾਰਸੀ ਦੇ ਵਿੱਚ ਲਿਖੀ ਹੋਈ ਹੈ। ਜਹਾਂਗੀਰ ਦੀ ਮੌਤ 1627 ਦੇ ਵਿੱਚ ਹੋਈ, ਤੇ ਜਹਾਂਗੀਰ ਦਾ ਮਕਬਰਾ ਨੂਰਜਹਾਂ ਨੇ ਲਾਹੌਰ ਦੇ ਨੇੜੇ ਸ਼ਹਾਦਰਾ ਨਾਮਕ ਸਥਾਨ ਤੇ ਬਣਾਇਆ ਸੀ, ਠੀਕ ਹੈ ਜੀ। ਧਿਆਨ 'ਚ ਰੱਖਣੇ ਆ ਸਾਰੇ ਫੈਕਟ ਇੰਪੋਰਟੈਂਟ। ਮੁਗਲ ਰਾਜਵੰਸ਼ ਦੀ ਕਿਸ ਮਸ਼ਹੂਰ ਔਰਤ ਨੂੰ ਗੁਲਾਬ ਦੇ ਫੁੱਲਾਂ ਤੋਂ ਇੱਤਰ ਬਣਾਉਣ ਦੀ ਵਿਧੀ ਦੀ ਕੱਢਣ ਦਾ ਸਿਰਾ ਜਾਂਦਾ ਹੈ, ਨੂਰਜਹਾਂ ਦੀ ਮਾਤਾ ਅਸਮਤ ਬੇਗਮ ਨੂੰ ਜਾਂਦਾ। ਸ਼ਾਹਜਹਾਂ, ਅਗਲਾ ਟੌਪਿਕ ਸ਼ਾਹਜਹਾਂ 1627 ਤੋਂ ਲੈ ਕੇ 1658। ਸ਼ਾਹਜਹਾਂ ਦਾ ਬਚਪਨ ਦਾ ਨਾਮ ਖੁਰਮ ਸੀ, ਤੇ 5 ਜਨਵਰੀ 1592 ਨੂੰ ਲਾਹੌਰ ਦੇ ਵਿੱਚ ਇਹਦਾ ਜਨਮ ਹੋਇਆ। ਇਹਦੀ ਮਾਂ ਸੀ ਜਗਤ ਗੁਸਾਈ, ਮੇਵਾੜ ਦੇ ਸ਼ਾਸਕ ਉਦੇ ਸਿੰਘ ਦੀ ਧੀ ਸੀ, ਠੀਕ ਹੈ। ਧਿਆਨ ਰੱਖਣਾ ਜਗਤ ਗੁਸਾਈ। ਖੁਰਮ ਦਾ ਜਿਹੜਾ ਵਿਆਹ, ਖੁਰਮ ਦਾ ਬਚਪਨ ਦਾ ਨਾਮ ਸੀ, 1612 ਦੇ ਵਿੱਚ ਆਸਿਫ ਖਾਨ ਦੀ ਪੁੱਤਰੀ ਤੇ ਅਰਜੁਮੰਦ ਬਾਨੋ ਬੇਗਮ ਦੇ ਨਾਲ ਹੋਇਆ। ਧਿਆਨ ਰੱਖਣਾ ਹੈ, ਅਰਜੁਮੰਦ ਬਾਨੋ ਬੇਗਮ ਦੇ ਨਾਲ ਖੁਰਮ ਦਾ ਸ਼ਾਹਜਹਾਂ ਦਾ ਵਿਆਹ ਹੋਇਆ, ਜੋ ਬਾਅਦ ਵਿੱਚ ਮੁਮਤਾਜ਼ ਵਜੋਂ ਮਸ਼ਹੂਰ ਹੋਈ, ਠੀਕ ਹੈ ਜੀ। 1627 ਦੇ ਵਿੱਚ ਜਹਾਂਗੀਰ ਦੀ ਮੌਤ ਹੋ ਜਾਂਦੀ ਹੈ, ਤਾਂ ਸ਼ਾਹਜਹਾਂ ਉਸ ਸਮੇਂ ਦੱਖਣ ਭਾਰਤ ਵਿੱਚ ਸੀ। ਉਸ ਦੇ ਸਹੁਰੇ ਆਸਿਫ ਖਾਨ ਤੇ ਖਵਾਜਾ ਅਬੁਲ ਹਸਨ ਨੇ ਕੂਟਨੀਤਿਕ ਚਾਲ ਚੱਲਦੇ ਹੋਏ ਖੁਸਰੋ ਦੇ ਪੁੱਤਰ ਦਾਵਰ ਬਖਸ਼ ਨੂੰ ਗੱਦੀ ਤੇ ਬਿਠਾ ਦਿੱਤਾ, ਠੀਕ ਹੈ ਜੀ। ਕਾਰਨ ਕੀ ਸੀਗਾ? ਕਾਰਨ ਇਹ ਸੀ ਕਿ ਕਿਤੇ ਨੂਰਜਹਾਂ ਗੱਦੀ ਤੇ ਨਾ ਬੈਠ ਜੇ, ਨੂਰਜਹਾਂ ਨੂੰ ਗੱਦੀ ਤੋਂ ਦੂਰ ਕਰਨ ਦੇ ਲਈ, ਠੀਕ ਹੈ ਜੀ। ਤਾਂ ਉਹਨਾਂ ਨੇ ਇੱਕ ਕੂਟਨੀਤਿਕ ਚਾਲ ਚੱਲਦੇ ਹੋਏ ਖੁਸਰੋ ਦੇ ਪੁੱਤਰ ਬਖਸ਼ ਨੂੰ ਗੱਦੀ ਤੇ ਬਿਠਾ ਦਿੱਤਾ, ਠੀਕ ਹੈ। ਬਿਠਾਇਆ ਗਏ ਸੀ ਆਸਿਫ ਖਾਨ ਤੇ ਖਵਾਜਾ ਅਬੁਲ ਹਸਨ। ਆਸਿਫ ਖਾਨ ਕੌਣ ਸੀਗਾ? ਸ਼ਾਹਜਹਾਂ ਦਾ ਇਹ ਸਹੁਰਾ ਸੀਗਾ, ਠੀਕ ਹੈ ਜੀ। ਧਿਆਨ ਰੱਖਣਾ, ਸ਼ਾਹਜਹਾਂ ਦੇ ਹੁਕਮ ਤੇ ਸਾਰੇ ਵਿਰੋਧੀਆਂ ਦਾਵਰ ਬਖਸ਼ ਜਿਹੜਾ ਕਿ ਖੁਸਰੋ ਦਾ ਪੁੱਤਰ ਸੀ, ਜਿਹਨੂੰ ਰਾਜਗੱਦੀ ਤੇ ਬਿਠਾਇਆ ਗਿਆ ਸੀ, ਉਹਨਾਂ ਸਾਰਿਆਂ ਨੂੰ ਖਤਮ ਕਰ ਦਿੱਤਾ ਗਿਆ, ਠੀਕ ਹੈ ਜੀ। 24 ਫਰਵਰੀ 1628 ਨੂੰ ਸ਼ਾਹਜਹਾਂ ਨੇ ਅਬਦੁਲ ਮੁਜ਼ੱਫਰ ਸ਼ਾਹਬੁਦੀਨ ਮੁਹੰਮਦ ਸਾਹਿਬ ਕਿਰਨੇ ਸਨੀਰ ਦੀ ਉਪਾਧੀ ਦੇ ਨਾਲ ਆਗਰਾ ਦੇ ਵਿੱਚ ਗੱਦੀ ਸੰਭਾਲੀ। ਧਿਆਨ ਰੱਖਣਾ ਕਦੋਂ ਸੰਭਾਲੀ ਸੀ?
24 ਫਰਵਰੀ 1628 ਦੇ ਵਿੱਚ ਕਿੱਥੇ ਸੰਭਾਲੀ ਸੀ? ਆਗਰਾ ਦੇ ਵਿੱਚ। ਠੀਕ ਹੈ ਜੀ। ਸਾਹਿਬ ਕਿਰਨੇ ਸਨੀਰ, ਇਹਨਾਂ ਕੁ ਯਾਦ ਰੱਖ ਲਿਓ। ਸ਼ੁਰੂਆਤ ਦੇ ਵਿੱਚ ਆਗਰਾ ਰਾਜਧਾਨੀ ਰਹੀ, ਬਾਅਦ ਵਿੱਚ ਰਾਜਧਾਨੀ ਦਿੱਲੀ ਵਿੱਚ ਤਬਦੀਲ ਕਰ ਦਿੱਤਾ। ਹੁਣ ਧਿਆਨ ਰੱਖਣਾ ਹੈ, ਮੁਗਲਾਂ ਦੀ ਰਾਜਧਾਨੀ ਹੈ ਜਿਹੜੀ ਉਹ ਸ਼ਾਹਜਹਾਂ ਤੋਂ ਪਹਿਲਾਂ ਆਗਰਾ ਹੀ ਰਹੀ ਹੈ। ਬਸ ਇੰਨਾ ਕੁ ਹੈ ਵੀ ਜਿਹੜਾ ਅਕਬਰ ਸੀ ਉਹਨੇ ਆਪਣੀ ਦੂਜੀ ਰਾਜਧਾਨੀ ਬਣਾ ਲਿਆ ਸੀ ਫਤਿਹਪੁਰ ਸਿਕਰੀ ਨੂੰ, ਪਰ ਉਹਦੀ ਮੇਨ ਰਾਜਧਾਨੀ ਆਗਰਾ ਹੀ ਰਹੀ ਹੈ। ਪਰ ਇੱਥੇ ਸ਼ਾਹਜਹਾਂ ਨੇ ਆਪਣੀ ਰਾਜਧਾਨੀ ਆਗਰਾ ਤੋਂ ਦਿੱਲੀ ਸ਼ਿਫਟ ਕਰਤੀ। ਇਹ ਪਹਿਲੀ ਵਾਰ ਤਬਦੀਲ ਹੋਈ ਸੀ ਦਿੱਲੀ। ਠੀਕ ਹੈ ਜੀ। ਪੁਰਤਗਾਲੀਆਂ ਨੂੰ ਮੁਗਲ ਬਾਦਸ਼ਾਹ ਦੁਆਰਾ ਨਮਕ ਦੇ ਵਪਾਰ ਦਾ ਇੱਕ ਅਧਿਕਾਰ ਦਿੱਤਾ ਗਿਆ, ਤੇ ਪਰ ਇਹਨਾਂ ਮੁਗਲ ਜਿਹੜੇ ਪੁਰਤਗਾਲੀਆਂ ਦੇ ਹੰਕਾਰ ਦੇ ਕਾਰਨ ਸ਼ਾਹਜਹਾਂ ਨੇ 1632 ਦੇ ਵਿੱਚ ਚਿੰਤਰਾਗਾਂਗ ਚੋਂ ਪੁਰਤਗਾਲੀਆਂ ਨੂੰ ਬਾਹਰ ਕੱਢ ਦਿੱਤਾ। ਠੀਕ ਹੈ ਜੀ। ਪੁੱਛ ਲੈਣ ਵੀ ਇੱਕ ਅਧਿਕਾਰ ਪੁਰਤਗਾਲੀਆਂ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਦਿੱਤਾ ਸੀ? ਤਾਂ ਉਹ ਸ਼ਾਹਜਹਾਂ ਨੇ ਦਿੱਤਾ ਸੀ। ਸਾਮਰਾਜ ਦੀ ਗੱਲ ਕਰਦੇ ਹਾਂ ਵਿਸਥਾਰ ਦੀ। ਸ਼ਾਹਜਹਾਂ ਨੇ ਮੁਹੱਬਤ ਖਾਂ ਦੀ ਅਗਵਾਈ ਵਿੱਚ 1633 ਦੇ ਵਿੱਚ ਦੱਖਣ ਭਾਰਤ ਦੇ ਵਿੱਚ ਅਹਿਮਦਨਗਰ ਤੇ ਹਮਲਾ ਕੀਤਾ ਤੇ ਉਸ ਨੂੰ ਮੁਗਲ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ। ਠੀਕ ਹੈ ਜੀ। ਇਹ ਧਿਆਨ ਚ ਰੱਖਣਾ, ਮੁਹੱਬਤ ਖਾਂ ਦੀ ਅਗਵਾਈ ਦੇ ਵਿੱਚ ਮੁਗਲ ਅੰਪਾਇਰ ਟ੍ਰਾਂਸਫਰ ਦੀ ਮੁਗਲ ਕੈਪੀਟਲ ਫਰੋਮ ਆਗਰਾ ਟੂ ਦਿੱਲੀ। ਕਿਹੜਾ ਮੁਗਲ ਬਾਦਸ਼ਾਹ ਸੀ ਜਿਸ ਨੇ ਆਪਣੀ ਰਾਜਧਾਨੀ ਆਗਰੇ ਤੋਂ ਦਿੱਲੀ ਸ਼ਿਫਟ ਕੀਤੀ ਸੀ? ਠੀਕ ਹੈ ਜੀ। ਉਹ ਮੁਗਲ ਬਾਦਸ਼ਾਹ ਸੀ ਆਪਣੇ ਕੋਲ ਸ਼ਾਹਜਹਾਂ। ਗੋਲਕੁੰਡਾ, ਕੁਝ ਇੰਪੋਰਟੈਂਟ ਫੈਕਟ। ਗੋਲਕੁੰਡਾ ਦੇ ਜਿਹੜੇ ਸ਼ਾਸਕ ਹੈ ਅਬਦੁਲ ਕੁਤਬ ਸ਼ਾਹ ਨੇ 1636 ਦੇ ਵਿੱਚ ਮੁਗਲਾਂ ਦੇ ਨਾਲ ਸੰਧੀ ਕਰ ਲਈ ਸੀ। ਠੀਕ ਹੈ ਜੀ। ਗੋਲਕੁੰਡਾ ਦੇ ਸ਼ਾਸਕ ਨੇ ਵੀ 1636 ਦੇ ਵਿੱਚ ਮੁਗਲਾਂ ਦੇ ਨਾਲ ਸੰਧੀ ਕਰ ਲਈ। ਇਸ ਸੰਧੀ ਤੋਂ ਬਾਅਦ ਸ਼ਾਹਜਹਾਂ ਨੇ ਔਰੰਗਜ਼ੇਬ ਨੂੰ ਦੱਖਣ ਭਾਰਤ ਦਾ ਸੂਬੇਦਾਰ ਬਣਾਇਆ। ਠੀਕ ਹੈ ਜੀ। ਗੋਲਕੁੰਡਾ ਦੱਖਣ ਭਾਰਤ ਵਿੱਚ ਤੇ ਸ਼ਾਹਜਹਾਂ ਨੇ ਔਰੰਗਜ਼ੇਬ ਨੂੰ ਦੱਖਣ ਭਾਰਤ ਦਾ ਸੂਬੇਦਾਰ ਬਣਾਇਆ ਅਤੇ ਔਰੰਗਾਬਾਦ ਨੂੰ ਮੁਗਲਾਂ ਦੀ ਦੱਖਣ ਭਾਰਤ ਦੀ ਰਾਜਧਾਨੀ ਬਣਾਇਆ। ਠੀਕ ਹੈ ਜੀ। ਔਰੰਗਾਬਾਦ ਉਹ ਮੁਗਲਾਂ ਦੀ ਦੱਖਣ ਭਾਰਤ ਦੀ ਰਾਜਧਾਨੀ ਸੀਗੀ। ਔਰੰਗਜ਼ੇਬ 1636 ਤੋਂ ਲੈ ਕੇ 1644 ਤੱਕ ਪਹਿਲੀ ਵਾਰ ਦੱਖਣ ਦਾ ਸੂਬੇਦਾਰ ਰਿਹਾ ਤੇ ਦੂਜੀ ਵਾਰ ਉਹ 1652 ਤੋਂ ਲੈ ਕੇ 1657 ਤੱਕ ਸੂਬੇਦਾਰ ਰਿਹਾ ਦੱਖਣ ਭਾਰਤ ਦਾ। ਠੀਕ ਹੈ ਜੀ। ਮੀਰ ਜੁਮਲਾ ਜੋ ਕਿ ਹੀਰਿਆਂ ਤੇ ਕੀਮਤੀ ਪੱਥਰਾਂ ਦਾ ਵਪਾਰੀ ਸੀ, ਆਪਣੀ ਯੋਗਤਾ ਦੇ ਆਧਾਰ ਤੇ ਗੋਲਕੁੰਡਾ ਦਾ ਪ੍ਰਧਾਨ ਮੰਤਰੀ ਬਣ ਗਿਆ ਤੇ ਉਹਨੇ ਵੀ ਮੁਗਲਾਂ ਦੀ ਸੁਰੱਖਿਆ ਸਵੀਕਾਰ ਕਰ ਲਈ। ਮੀਰ ਜੁਮਲਾ ਦੀ ਮਦਦ ਦੇ ਨਾਲ 1636 ਦੇ ਵਿੱਚ ਬੀਜਾਪੁਰ ਮੁਗਲ ਹਕੂਮਤ ਨੂੰ ਵੀ ਮੁਗਲਾਂ ਦੀ ਹਕੂਮਤ ਸਵੀਕਾਰ ਕਰਨੀ ਪਈ। ਸਭ ਤੋਂ ਪਹਿਲਾਂ ਕੀ ਕੀਤਾ, ਜਿਹੜਾ ਮੀਰ ਜੁਮਲਾ ਸੀਗਾ ਜਿਹੜਾ ਕਿ ਗੋਲਕੁੰਡਾ ਦਾ ਪ੍ਰਧਾਨ ਬਣ ਗਿਆ, ਪਹਿਲਾਂ ਤਾਂ ਗੋਲਕੁੰਡਾ ਨੂੰ ਆਪਣੇ ਅਧੀਨ ਕੀਤਾ। ਠੀਕ ਹੈ। ਗੋਲਕੁੰਡਾ ਨੂੰ ਆਪਣੇ ਅਧੀਨ ਕਰਨ ਤੋਂ ਬਾਅਦ ਉੱਥੋਂ ਦੇ ਜਿਹੜਾ ਸ਼ਾਸਕ ਸੀ ਮੀਰ ਜੁਮਲਾ, ਉਹਦੀ ਸਹਾਇਤਾ ਦੇ ਨਾਲ ਫਿਰ ਬੀਜਾਪੁਰ ਹਕੂਮਤ ਨੂੰ ਵੀ ਮੁਗਲਾਂ ਨੇ ਆਪਣੇ ਅੰਡਰ ਕਰ ਲਿਆ। ਠੀਕ ਹੈ ਜੀ। ਇਹ ਧਿਆਨ ਰੱਖਣਾ, ਬੀਜਾਪੁਰ ਨੇ ਵੀ ਔਰੰਗਜ਼ੇਬ ਦੇ ਨਾਲ ਬਾਅਦ ਵਿੱਚ ਸੰਧੀ ਕਰ ਲਈ ਸੀ। ਔਰੰਗਜ਼ੇਬ ਨੇ ਦੱਖਣ ਭਾਰਤ ਦਾ ਸੂਬੇਦਾਰ ਕਿੰਨੀ ਵਾਰ ਬਣਾਇਆ ਗਿਆ? ਹਾਂਜੀ, ਦੱਖਣ ਭਾਰਤ ਦਾ ਜਿਹੜਾ ਸੂਬੇਦਾਰ 2 ਵਾਰੀ ਬਣਾਇਆ ਗਿਆ ਸੀਗਾ। ਠੀਕ ਹੈ ਜੀ। ਇਹ ਧਿਆਨ ਚ ਰੱਖ ਲੈਣਾ। ਇੱਕ ਤਾਂ ਬਣਿਆ ਸੀ 1636 ਤੋਂ ਲੈ ਕੇ 44 ਤੱਕ ਬਣਿਆ ਸੀਗਾ, ਫਿਰ ਬਾਅਦ ਵਿੱਚ ਉਹਨੂੰ ਬਣਾਇਆ ਗਿਆ ਸੀ 1652 ਤੋਂ 57 ਤੱਕ। ਠੀਕ ਹੈ ਜੀ। 8 ਸਾਲ ਇੱਥੇ ਬਣਿਆ ਸੀ, 5 ਸਾਲ ਇੱਥੇ ਬਣਿਆ, ਟੋਟਲ 13 ਸਾਲ ਬਣਿਆ ਸੀ। ਹਾਂਜੀ। ਮੁਮਤਾਜ਼ ਮਹਿਲ। ਸ਼ਾਹਜਹਾਂ ਨੇ ਸਾਰੇ ਵੱਡੇ ਬੱਚੇ ਮੁਮਤਾਜ਼ ਤੋਂ ਪੈਦਾ ਹੋਏ ਆ। 14 ਬੱਚੇ ਪੈਦਾ ਹੋਏ ਸੀ, ਜਿਨ੍ਹਾਂ ਵਿੱਚੋਂ 7 ਹੀ ਬੱਚੇ ਆ। 7 ਬੱਚਿਆਂ ਦੇ ਵਿੱਚੋਂ 4 ਪੁੱਤਰ 3 ਧੀਆਂ ਸੀ। 3 ਧੀਆਂ ਕਿਹੜੀਆਂ ਸੀ? ਜਹਾਨਾਰਾ, ਰੋਸ਼ਨਾਰਾ ਤੇ ਕੁਹਾਨਾਰਾ। ਇਹ ਤਿੰਨੇ ਇਹਦੀਆਂ ਧੀਆਂ ਸੀਗੀਆਂ ਸ਼ਾਹਜਹਾਂ ਦੀਆਂ। ਤੇ ਦਾਰਾਸ਼ਕੋ ਇਹਦਾ ਮੁੰਡਾ ਸੀਗਾ, ਔਰੰਗਜ਼ੇਬ ਦਾ ਮੁੰਡਾ ਸੀ, ਤੇ ਮੁਰਾਦ ਬਖਸ਼ ਤੇ ਸ਼ਾਹ ਸੁਜਾ, ਇਹ 4 ਇਹਦੇ ਮੁੰਡੇ ਸੀ। ਦਾਰਾਸ਼ਕੋ, ਠੀਕ ਹੈ ਜੀ, ਸਭ ਤੋਂ ਵੱਡੀ ਜਹਾਨਾਰਾ ਸੀ, ਦਾਰਾਸ਼ਕੋ ਉਸ ਤੋਂ ਛੋਟਾ ਸੀ, ਤੇ ਸਭ ਤੋਂ ਛੋਟੇ ਸੀ ਜਿਹੜੀ ਉਹ ਕੁਹਾਨਾਰਾ ਸੀ। ਠੀਕ ਹੈ ਜੀ। ਧਿਆਨ ਰੱਖ ਲੈਣਾ ਹੈ, ਆਹ ਤਿੰਨੇ ਜਿਹੜੀਆਂ ਕੁੜੀਆਂ ਸੀ ਤੇ ਆਹ 4 ਉਹਦੇ ਮੁੰਡੇ ਸੀ। ਠੀਕ ਹੈ ਜੀ। ਇਹਨਾਂ ਵਿੱਚੋਂ ਹਰ ਇੱਕ ਨੇ ਉੱਤਰਾਧਿਕਾਰੀ ਦੀ ਜੰਗ ਦੇ ਵਿੱਚ ਹਿੱਸਾ ਲਿਆ। ਹਰ ਕੋਈ ਰਾਜਾ ਬਣਨਾ ਚਾਹੁੰਦਾ ਸੀਗਾ, ਮੁਗਲ ਸ਼ਾਸਕ ਬਣਨਾ ਚਾਹੁੰਦਾ ਸੀ। ਜਹਾਨ ਆਰਾ ਦਾਰਾਸ਼ਕੋ ਦੇ ਨਾਲ ਸੀ। ਠੀਕ ਹੈ ਜੀ। ਪਹਿਲੇ 2 ਵੱਡੇ ਸੀਗੇ ਜਿਹੜੇ ਉਹ ਇਕੱਠੇ ਸੀਗੇ, ਜਹਾਨ ਆਰਾ ਤੇ ਦਾਰਾਸ਼ਕੋ। ਠੀਕ ਹੈ ਜੀ। ਜਿਹੜੀ ਰੋਸ਼ਨਾ ਆਰਾ ਹੈ ਉਹ ਔਰੰਗਜ਼ੇਬ ਦੇ ਨਾਲ ਸੀ। ਠੀਕ ਹੈ ਜੀ। ਤੇ ਜਿਹੜੀ ਕੁਹਾਨਾਰਾ ਹੈ ਉਹਨੇ ਮੁਰਾਦ ਬਖਸ਼ ਦੇ ਹੱਕ ਵਿੱਚ ਸੀ। ਧਿਆਨ ਰੱਖਣਾ ਹੈ, ਹਰੇਕ ਭੈਣ ਇੱਕ ਭਰਾ ਦੇ ਨਾਲ ਸੀ, ਜਿਸ 'ਚ ਜਹਾਨਾਰਾ ਦਾਰਾਸ਼ਕੋ ਦੇ ਨਾਲ ਸੀ, ਰੋਸ਼ਨਾਰਾ ਔਰੰਗਜ਼ੇਬ ਦੇ ਨਾਲ ਸੀ ਤੇ ਕੁਹਾਨਾਰਾ ਮੁਰਾਦ ਬਖਸ਼ ਦੇ ਨਾਲ ਸੀ। ਠੀਕ ਹੈ ਜੀ। ਅਰਜੁਮੰਦ ਬਾਨੋ ਬੇਗਮ, ਜਿਹਨੂੰ ਮੁਮਤਾਜ਼ ਕਹਿੰਦੇ ਆਪਾਂ, ਦੀ ਮੌਤ 1633 ਦੇ ਵਿੱਚ ਹੋਈ। ਠੀਕ ਹੈ। ਬੁਰਹਾਨਪੁਰ ਦੇ ਵਿੱਚ ਜਦੋਂ ਪ੍ਰਸਤੁਤਾ ਦੀ ਪੀੜਾ ਸਹਿਣ ਨਾ ਕਰ ਪਾਈ। ਆਗਰਾ ਦੇ ਵਿੱਚ ਸ਼ਾਹਜਹਾਂ ਨੇ ਆਪਣੀ ਪਤਨੀ ਮੁਮਤਾਜ਼ ਦੀ ਯਾਦ ਦੇ ਵਿੱਚ ਉਹਦੀ ਕਬਰ ਤੇ ਤਾਜ ਮਹਿਲ ਬਣਾਇਆ। ਇਹ ਧਿਆਨ ਰੱਖਣਾ ਆਗਰਾ ਦੇ ਵਿੱਚ। ਠੀਕ ਹੈ ਜੀ। ਇਹ ਸਾਰੇ ਫੈਕਟ ਇੰਪੋਰਟੈਂਟ ਹੈ। ਉੱਤਰਾਧਿਕਾਰੀ ਦੀ ਜੰਗ ਦੇ ਵਿੱਚ ਜਹਾਨ ਆਰਾ ਉਹਨੇ ਕਿਸ ਦਾ ਸਾਥ ਦਿੱਤਾ ਸੀ? ਠੀਕ ਹੈ ਜੀ। ਜਿਹੜੀ ਜਹਾਨ ਆਰਾ ਹੈ ਸ਼ਾਹਜਹਾਂ ਨੇ ਦਾ ਨਹੀਂ ਦਿੱਤਾ ਸੀ, ਮੁਰਾਦ ਬਖਸ਼ ਦਾ ਵੀ ਨਹੀਂ ਦਿੱਤਾ ਸੀਗਾ। ਠੀਕ ਹੈ ਜੀ। ਇਹਨਾਂ ਦੋਹਾਂ ਦੇ ਵਿੱਚੋਂ ਇੱਕ ਦਾ ਸਾਥ ਦਿੱਤਾ ਸੀਗਾ। ਆਪਾਂ ਪਿੱਛੇ ਪੜਿਆ ਵੀ ਇਹਨੇ ਜਿਹੜਾ ਸਾਥ ਹੈ ਜਿਹੜਾ ਜਹਾਨਾਰਾ ਨੇ ਦਾਰਾਸ਼ਕੋ ਦਾ ਦਿੱਤਾ ਸੀਗਾ। ਠੀਕ ਹੈ। ਧਿਆਨ ਰੱਖਣਾ ਹੈ, ਦਾਰਾਸ਼ਕੋ ਨੇ ਦਾ ਸਾਥ ਦਿੱਤਾ ਸੀ ਤੇ ਜਿਹੜੀ ਸੀ ਰੋਸ਼ਨਾਰਾ ਉਹਨੇ ਔਰੰਗਜ਼ੇਬ ਦਾ ਨਾਮ ਸਾਥ ਦਿੱਤਾ ਸੀ। ਆਰਕੀਟੈਕਚਰ, ਭਵਨ ਨਿਰਮਾਣ ਕਲਾ। ਸ਼ਾਹਜਹਾਂ ਦੇ ਸਮੇਂ ਆਰਕੀਟੈਕਚਰ ਨੂੰ ਸੁਨਹਿਰੀ ਚੁੱਕਿਆ ਜਾਂਦਾ, ਭਵਨ ਨਿਰਮਾਣ ਦਾ ਸੁਨਹਿਰੀ ਚੁੱਕਿਆ ਜਾਂਦਾ ਹੈ। ਸ਼ਾਹਜਹਾਂ ਨੇ ਦਿੱਲੀ ਦੇ ਨੇੜੇ ਸ਼ਾਹਜਹਾਨਬਾਦ ਸ਼ਹਿਰ ਵੀ ਵਸਾਇਆ ਸੀ ਤੇ ਰਾਜਧਾਨੀ ਨੂੰ ਆਗਰਾ ਤੋਂ ਇਸੇ ਸਥਾਨ ਤੇ ਤਬਦੀਲ ਕਰ ਦਿੱਤਾ। ਅੱਜ ਕੱਲ੍ਹ ਇਸ ਨੂੰ ਪੁਰਾਣੀ ਦਿੱਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਠੀਕ ਹੈ ਜੀ। ਇਸੇ ਦਿੱਲੀ ਦੇ ਵਿੱਚ ਉਸਨੇ ਲਾਲ ਕਿਲ੍ਹਾ ਬਣਵਾਇਆ ਤੇ ਜਾਮਾ ਮਸਜਿਦ ਬਣਵਾਈ। ਠੀਕ ਹੈ। ਯਾਦ ਰੱਖਣਾ ਹੈ, ਲਾਲ ਕਿਲ੍ਹਾ ਜਾਮਾ ਮਸਜਿਦ ਨੂੰ ਸ਼ਾਹਜਹਾਂ ਨੇ ਬਣਾਈ। ਆਗਰਾ ਦੇ ਕਿਲ੍ਹੇ ਦੇ ਵਿੱਚ ਮੋਤੀ ਮਸਜਿਦ, ਦੀਵਾਨੇ ਆਮ, ਦੀਵਾਨੇ ਖਾਸ ਤੇ ਤਾਜ ਮਹਿਲ ਬਣਾਇਆ। ਆਗਰੇ ਦੇ ਵਿੱਚ ਤਾਜ ਮਹਿਲ ਬਣਾਇਆ ਸੀ ਤੇ ਮੋਤੀ ਮਸਜਿਦ ਬਣਾਈ ਸੀ, ਦੀਵਾਨੇ ਆਮ, ਦੀਵਾਨੇ ਖਾਸ ਬਣਾਇਆ ਸੀ। ਠੀਕ ਹੈ ਜੀ। ਤੇ ਧਿਆਨ ਕੀ ਰੱਖਣਾ ਹੈ, ਆਗਰੇ ਦੀ ਜਿਹੜੀ ਜਾਮਾ ਮਸਜਿਦ ਹੈ ਉਸ ਦੇ ਵਿੱਚ ਸ਼ਾਹਜਹਾਂ ਦੀ ਧੀ ਜਹਾਨ ਆਰਾ ਨੇ ਬਣਵਾਈ ਸੀ। ਠੀਕ ਹੈ। ਲਾਹੌਰ ਕਿਲ੍ਹੇ ਦੇ ਵਿੱਚ, ਠੀਕ ਹੈ ਜੀ, ਦਿੱਲੀ ਦੇ ਵਿੱਚ ਤਾਂ ਪਤਾ ਲੱਗ ਗਿਆ ਲਾਲ ਕਿਲ੍ਹਾ ਜਾਮਾ ਮਸਜਿਦ, ਫਿਰ ਆਗਰੇ ਦੇ ਕਿਲ੍ਹੇ ਦੇ ਵਿੱਚ ਮੋਤੀ ਮਸਜਿਦ, ਦੀਵਾਨੇ ਆਮ, ਦੀਵਾਨੇ ਖਾਸ ਤੇ ਤਾਜ ਮਹਿਲ। ਲਾਹੌਰ ਦੇ ਕਿਲ੍ਹੇ ਦੇ ਵਿੱਚ ਦੀਵਾਨੇ ਆਮ, ਸ਼ੀਸ਼ ਮਹਿਲ, 9 ਲੱਖਾਂ ਤੇ ਖਵਾਬਗਾਹ ਦਾ ਨਿਰਮਾਣ ਕੀਤਾ ਸੀ ਤੇ ਰਾਵੀ ਨਦੀ, ਲਾਹੌਰ ਤੋਂ ਰਾਵੀ ਨਦੀ ਵੀ ਬਣਾਈ ਸੀ, ਲਾਹੌਰ ਤੱਕ ਰਾਵੀ ਨਦੀ ਦਾ ਵੀ ਨਿਰਮਾਣ ਕੀਤਾ ਸੀ। ਇਹ ਸਾਰੇ ਸ਼ਾਹਜਹਾਂ ਦੇ ਸ਼ਾਸਨ ਦੇ ਵਿੱਚ ਭਵਨ ਨਿਰਮਾਣ ਕਲਾ ਸੀ। ਤਾਜ ਮਹਿਲ ਬਣਾਉਣ ਵਾਲੇ ਮੁੱਖ ਕਲਾਕਾਰ ਉਸਤਾਦ ਅਹਿਮਦ ਲੋਰੀ ਸੀ, ਜਿਸ ਨੂੰ ਸ਼ਾਹਜਹਾਂ ਨੇ ਨਾਜ਼ਰ ਉਜ ਅਸਰ ਦਾ ਖਿਤਾਬ ਦਿੱਤਾ ਸੀ। ਦੁਨੀਆ ਦਾ ਸਭ ਤੋਂ ਮਸ਼ਹੂਰ ਕੋਹਿਨੂਰ ਹੀਰਾ ਸ਼ਾਹਜਹਾਂ ਦੇ ਕੋਲ ਸੀ। ਸ਼ਾਹਜਹਾਂ ਦੇ ਰਾਜ ਨੂੰ ਆਰਕੀਟੈਕਚਰ ਦਾ ਸੁਨਹਿਰੀ ਜੋ ਕਿਹਾ ਜਾਂਦਾ ਤੇ ਉਸ ਨੂੰ ਬਿਲਡਰਾਂ ਦਾ ਬਿਲਡਰ ਰਾਜਕੁਮਾਰ ਕਿਹਾ ਜਾਂਦਾ। ਠੀਕ ਹੈ ਜੀ। ਇਹ ਸਾਰੇ ਗੱਲ ਫੈਕਟ ਤੁਸੀਂ ਧਿਆਨ ਰੱਖ ਲੈਣੇ ਇੰਪੋਰਟੈਂਟ ਹੈ। ਮੁਗਲ ਆਰਕੀਟੈਕਚਰ ਅਟੇਨ ਅਨਰਾਈਵਲਡ ਮੈਗਨੀਫੀਸੈਂਸ ਡਿਊਰਿੰਗ ਦੀ ਰੇਨ ਆਫ। ਦੱਸਣਾ ਹੈ ਕਿ ਇਹਦੇ ਸ਼ਾਸਨ ਦੇ ਵਿੱਚ ਜਿਹੜੀ ਮੁਗਲ ਭਵਨ ਕਲਾ ਹੈ ਉਸਨੇ ਬਹੁਤ ਜ਼ਿਆਦਾ ਪ੍ਰਸਿੱਧੀ ਪ੍ਰਾਪਤ ਕੀਤੀ ਸੀ, ਉਹ ਸ਼ਾਹਜਹਾਂ ਦੇ ਕਾਲ ਵਿੱਚ ਹੀ ਪ੍ਰਾਪਤ ਕੀਤੀ ਸੀ। ਸਾਹਿਤਿਕ ਕੰਮ ਦੀ ਗੱਲ ਕਰਦੇ ਹਾਂ ਜੀ। ਸ਼ਾਹਜਹਾਂ ਦੇ ਸਮੇਂ ਦੇ ਵਿੱਚ ਗੰਗਧਰ ਤੇ ਜਗन्नाथ ਪੰਡਿਤ ਸ਼ਾਹਜਹਾਂ ਦੇ ਸ਼ਾਹੀ ਕਵੀ ਸੀ ਤੇ ਜਗन्नाथ ਪੰਡਿਤ ਦੀ ਪ੍ਰਸਿੱਧ ਰਚਨਾ ਗੰਗਾ ਲਹਿਰੀ ਹੈ, ਉਹਦੇ ਲੇਖਕ ਹੈ। ਠੀਕ ਹੈ। ਜਗन्नाथ ਪੰਡਿਤ। ਅਬਦੁਲ ਹਮੀਰ ਲਾਹੌਰੀ, ਇਹ ਪਾਤਸ਼ਾਹਨਾਮਾ ਦੀ ਰਚਨਾ ਵੈਰੀ ਇੰਪੋਰਟੈਂਟ ਹੈ, ਧਿਆਨ ਚ ਰੱਖ ਲੈਣਾ। ਦਾਰਾਸ਼ਕੋ, ਠੀਕ ਹੈ ਜੀ, ਇਹ ਸੰਸਕ੍ਰਿਤ, ਅਰਬੀ, ਫਾਰਸੀ ਦਾ ਵਿਦਵਾਨ ਸੀ, ਬਹੁਤ ਵੱਡਾ ਵਿਦਵਾਨ ਸੀ ਦਾਰਾਸ਼ਕੋ, ਤੇ ਉਸਨੇ ਬਹੁਤ ਸਾਰੀਆਂ ਕਿਤਾਬਾਂ ਨੂੰ ਫਾਰਸੀ ਦੇ ਵਿੱਚ ਅਨੁਵਾਦ ਕੀਤਾ ਸੀ। ਦਾਰਾਸ਼ਕੋ ਨੇ ਭਗਵਦ ਗੀਤਾ ਰਾਮਾਇਣ ਦਾ ਵੀ ਫਾਰਸੀ ਦੇ ਵਿੱਚ ਅਨੁਵਾਦ ਕੀਤਾ ਸੀ। ਠੀਕ ਹੈ ਜੀ। ਦਾਰਾਸ਼ਕੋ ਨੇ ਸਿਰਰ ਏ ਅਕਬਰ ਨਾਮ ਦੇ ਹੇਠ 52 ਉਪਨਿਸ਼ਦਾਂ ਦਾ ਅਨੁਵਾਦ ਕਰਾਇਆ ਸੀਗਾ। ਇਹ ਸਾਰੇ ਦੇ ਸਾਰੇ ਫੈਕਟ ਇੰਪੋਰਟੈਂਟ ਹੈ ਦਾਰਾਸ਼ਕੋ ਦੇ ਨਾਲ ਸੰਬੰਧਿਤ, ਇਹ ਧਿਆਨ ਚ ਰੱਖ ਲੈਣੇ ਤੁਸੀਂ। ਠੀਕ ਹੈ। ਭਗਵਦ ਗੀਤਾ ਰਾਮਾਇਣ
ਠੀਕ ਹੈ ਜੀ। ਗੀਤਾ ਦਾ ਪੁੱਛ ਲੈਂਦੇ ਕਿਹਨੇ ਅਨੁਵਾਦ ਕਰਾਇਆ ਸੀ ਫਾਰਸੀ ਦੇ ਵਿੱਚ, ਦਾਰਾ ਸ਼ਕੋਹ, ਠੀਕ ਹੈ ਜੀ। ਤੇ ਸਿਰਰ ਅਕਬਰ ਦੇ ਨਾਂ ਹੇਠ 52 ਉਪਨਿਸ਼ਦ ਦਾ ਅਨੁਵਾਦ ਕਰਾਇਆ ਸੀ ਦਾਰਾ ਸ਼ਕੋਹ ਨੇ। ਹੂ ਗੋਟ ਗੀਤਾ ਟ੍ਰਾਂਸਲੇਟਡ ਇਨਟੂ ਪਰਸ਼ੀਅਨ ਲੈਂਗੁਏਜ ਦੇ ਵਿੱਚ, ਫਾਰਸੀ ਭਾਸ਼ਾ ਦੇ ਵਿੱਚ ਗੀਤਾ ਦਾ ਟ੍ਰਾਂਸਲੇਟ ਕਿਹਨੇ ਕਰਾਇਆ ਸੀ, ਉਹ ਦਾਰਾ ਸ਼ਕੋਹ ਨੇ ਕਰਾਇਆ ਸੀ। ਉੱਤਰਾਧਿਕਾਰੀ ਦੀ ਜੰਗ ਤੇ ਸ਼ਾਹਜਹਾਂ ਦਾ ਅੰਤ। ਉੱਤਰਾਧਿਕਾਰੀ ਲਈ ਸ਼ਾਹਜਹਾਂ ਦੇ ਪੁੱਤਰਾਂ ਦੇ ਵਿਚਕਾਰ ਯੁੱਧ ਹੋਇਆ ਜਿਸ ਵਿੱਚ ਔਰੰਗਜ਼ੇਬ ਦੀ ਜਿੱਤ ਹੋਈ, ਠੀਕ ਹੈ ਜੀ। ਇਹ ਧਿਆਨ ਰੱਖਣਾ ਹੈ, ਉੱਤਰਾਧਿਕਾਰੀ ਦੇ ਲਈ ਸ਼ਾਹਜਹਾਂ ਦੇ ਪੁੱਤਰਾਂ ਦੇ ਵਿਚਕਾਰ ਯੁੱਧ ਹੋਇਆ ਜਿਸ ਵਿੱਚ ਔਰੰਗਜ਼ੇਬ ਦੀ ਜਿੱਤ ਹੋ ਗਈ। ਇਹ ਯੁੱਧ ਕਿਹੜੇ ਸੀ? ਬਹਾਦਰਪੁਰ ਦੀ ਲੜਾਈ ਹੋਈ ਸੀ। ਇਸ ਯੁੱਧ ਦੇ ਵਿੱਚ ਸ਼ਾਹ ਸੁਜਾ ਨੂੰ ਸ਼ਾਹੀ ਫੌਜ ਨੇ ਹਰਾ ਦਿੱਤਾ ਸੀ, ਠੀਕ ਹੈ ਜੀ। ਧਿਆਨ ਰੱਖ ਲੈਣਾ। ਧਰਮਤ ਦੀ ਲੜਾਈ, ਠੀਕ ਹੈ ਜੀ। ਧਰਮਤ ਦੀ ਜਿਹੜੀ ਲੜਾਈ ਹੈ ਔਰੰਗਜ਼ੇਬ ਤੇ ਦਾਰਾ ਸ਼ਕੋਹ ਦੇ ਵਿਚਕਾਰ ਹੋਈ ਸੀ ਜਿਸ ਵਿੱਚ ਦਾਰਾ ਸ਼ਕੋਹ ਹਾਰ ਗਿਆ ਸੀ, ਠੀਕ ਹੈ। ਇਹ ਸੰਘਰਸ਼ ਦੀ ਪ੍ਰਾਪਤੀ ਦੀ ਲੜਾਈ ਸੀ। ਸਾਮੂਗੜ ਦੀ ਲੜਾਈ, ਸਾਮੂਗੜ ਦੀ ਲੜਾਈ ਦੇ ਵਿੱਚ ਔਰੰਗਜ਼ੇਬ ਤੇ ਮਰੀਦ, ਠੀਕ ਹੈ, ਇਹ ਮੇਰੇ ਖਿਆਲ 'ਚ ਤੀਜੇ ਤੇ ਚੌਥੇ ਨੰਬਰ ਦੇ ਸੀਗੇ। ਇਹਨਾਂ ਦੀ ਲੜਾਈ ਦਾਰਾ ਸ਼ਕੋਹ ਦੇ ਪੁੱਤਰਾਂ ਦੇ ਨਾਲ ਹੋਈ ਸੀਗੀ, ਠੀਕ ਹੈ। ਇਹ ਯੁੱਧ ਤੋਂ ਬਾਅਦ ਸ਼ਾਹਜਹਾਂ ਨੂੰ ਬੰਦੀ ਬਣਾ ਲਿਆ ਜਾਂਦਾ ਤੇ 8 ਸਾਲ ਦੀ ਕੈਦ ਹੋ ਜਾਂਦੀ ਹੈ ਤੇ 1666 ਦੇ ਵਿੱਚ ਦੀ ਮੌਤ ਹੋ ਜਾਂਦੀ ਹੈ, ਠੀਕ ਹੈ। ਧਿਆਨ ਦਿਓ, 1658 ਤੱਕ ਇਹਦਾ ਸ਼ਾਸਨ ਕਾਲ ਹੈ ਤੇ 8 ਸਾਲ ਦੀ ਇਹਨੂੰ ਉਮਰ ਹੋ ਗਈ ਤੇ 1666 ਦੇ ਵਿੱਚ ਇਹਦੀ ਮੌਤ ਹੋ ਗਈ। ਇਹ ਧਿਆਨ ਰੱਖ ਲੈਣਾ ਸ਼ਾਹਜਹਾਂ ਦਾ, ਠੀਕ ਹੈ। ਖਜਾਵਾ ਦੀ ਲੜਾਈ, ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਹਰਾਇਆ ਸੀਗਾ ਖਜਾਵਾ ਦੀ ਲੜਾਈ ਦੇ ਵਿੱਚ। ਦੇਵਰਾਈ ਦੀ ਲੜਾਈ ਦੇ ਵਿੱਚ ਔਰੰਗਜ਼ੇਬ ਨੇ ਦਾਰੇ ਨੂੰ ਅਜਮੇਰ ਦੇ ਨੇੜੇ ਦੇਵਰਾਈ ਦੇ ਦਰੇ ਤੇ ਹਰਾਇਆ ਤੇ ਕੈਦ ਕਰ ਲਿਆ ਤੇ 30 ਅਗਸਤ 1659 ਨੂੰ ਇਸ ਨੂੰ ਮਾਰ ਦਿੱਤਾ। ਇਹ ਸਾਰੀਆਂ ਲੜਾਈਆਂ ਜਿਹੜੀਆਂ ਹੈਗੀਆਂ ਇਹ ਲੜੀਆਂ ਗਈਆਂ ਸੀ। ਧਰਮਤ ਦੀ ਲੜਾਈ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਮਸ਼ਹੂਰ ਹੈ, ਧਿਆਨ 'ਚ ਰੱਖ ਲੈਣੀ ਹੈ, ਠੀਕ ਹੈ ਜੀ। ਹੋਰ ਤੱਥ ਜਿਹੜੇ ਇੰਪੋਰਟੈਂਟ ਹੈ, ਕਹਿੰਦੇ ਫਰਾਂਸੀਸੀ ਯਾਤਰੀ ਬਰਨੀਅਰ ਤੇ ਇਟਾਲੀਅਨ ਯਾਤਰੀ ਮਾਨਚੀ, ਠੀਕ ਹੈ, ਸ਼ਾਹਜਹਾਂ ਦੇ ਰਾਜ ਦੇ ਵਿੱਚ ਆਈ ਸੀ ਤੇ ਉਹਨਾਂ ਨੇ ਇਹਦੇ ਬਾਰੇ ਜ਼ਿਕਰ ਕੀਤਾ ਸੀ। ਮਾਨਚੀ ਬਹੁਤ ਮਸ਼ਹੂਰ ਹੈ ਸ਼ਾਹਜਹਾਂ ਦੇ ਸ਼ਾਸਨ ਕਾਲ ਵਿੱਚ, ਧਿਆਨ 'ਚ ਰੱਖ ਲੈਣਾ, ਠੀਕ ਹੈ ਜੀ। ਇਟਾਲੀਅਨ ਯਾਤਰੀ ਸੀਗਾ ਤੇ ਬਰਨੀਅਰ ਯਾਤਰੀ ਉਹ ਫਰਾਂਸਿਸ ਸੀਗਾ। ਸ਼ਾਹਜਹਾਂ ਦਾ ਜਿਹੜਾ ਰਤਨ ਜੜਿਆ ਸਿੰਘਾਸਨ ਜਿਹਦੇ ਵਿੱਚ ਕੋਈ ਨੂਰ ਹੀਰਾ ਜੜਿਆ ਹੋਇਆ ਸੀਗਾ, ਇਹ ਸ਼ਾਹਜਹਾਂ ਦੇ ਕੋਲ ਸੀਗਾ। ਸ਼ਾਹਜਹਾਂ ਨੇ ਦਾਰੇ ਨੂੰ ਸ਼ਾਹ ਬੁਲੰਦ ਇਕਬਾਲ ਦਾ ਖਿਤਾਬ ਦਿੱਤਾ ਸੀਗਾ, ਠੀਕ ਹੈ ਜੀ। ਸ਼ਾਹਜਹਾਂ ਨੇ ਸਿਜਦਾ ਤੇ ਪਬੋਸ ਦੀ ਪ੍ਰਥਾ ਵੀ ਖਤਮ ਕਰ ਦਿੱਤੀ ਸੀਗੀ। ਉਹਦੀ ਜਗ੍ਹਾ ਤੇ 4 ਤਸਲੀਮ ਦੀ ਪ੍ਰਥਾ ਸ਼ੁਰੂ ਕੀਤੀ ਸੀ। ਸਿਜਦਾ ਤੇ ਪਬੋਸ ਜਿਹੜੀ ਪ੍ਰਥਾ ਹੈ ਇਹ ਬਲਬਨ ਨੇ ਸ਼ੁਰੂ ਕੀਤੀ ਸੀ, ਧਿਆਨ ਰੱਖਣਾ। ਤੇ ਖਤਮ ਕਿਹਨੇ ਕਰ ਦਿੱਤੀ ਸੀ? ਸ਼ਾਹਜਹਾਂ ਨੇ। ਹੇਠ ਲਿਖਿਆਂ ਵਿੱਚੋਂ ਕਿਸ ਮੁਗਲ ਬਾਦਸ਼ਾਹ ਨੇ ਸਿਜਦਾ ਦੇ ਰਿਵਾਜ ਨੂੰ ਖਤਮ ਕੀਤਾ ਸੀਗਾ? ਉਹ ਸ਼ਾਹਜਹਾਂ ਨੇ ਕੀਤਾ ਸੀ। ਮਸ਼ਹੂਰ ਮੋਰ ਸਿੰਘਾਸਨ ਕਿਸ ਦੇ ਕਾਲ ਵਿੱਚ ਬਣਿਆ ਸੀਗਾ? ਉਹ ਵੀ ਸ਼ਾਹਜਹਾਂ ਦੇ ਕਾਲ ਵਿੱਚ ਬਣਿਆ ਸੀ। ਸ਼ਾਹਜਹਾਂ ਨੇ ਕਰਤਾਰਪੁਰ ਦੀ ਲੜਾਈ ਕਿਸ ਦੇ ਵਿਰੁੱਧ ਲੜੀ ਸੀ? ਇਹ ਗੁਰੂ ਹਰਗੋਬਿੰਦ ਜੀ ਦੇ ਵਿਰੁੱਧ ਲੜੀ ਸੀ। ਔਰੰਗਜ਼ੇਬ, ਅਗਲਾ ਜਿਹੜਾ ਆਪਣਾ ਲਾਸਟ ਟੌਪਿਕ ਅੱਜ ਦਾ ਉਹ ਹੈ ਔਰੰਗਜ਼ੇਬ। ਔਰੰਗਜ਼ੇਬ ਦਾ ਜਨਮ ਹੈ 3 ਨਵੰਬਰ 1618 ਨੂੰ ਉਜੌਨ ਦੇ ਨੇੜੇ ਦੋਹਕ ਨਾਮਕ ਸਥਾਨ ਤੇ ਹੋਇਆ। 18 ਮਈ 1637 ਨੂੰ ਔਰੰਗਜ਼ੇਬ ਦਾ ਵਿਆਹ ਰਾਬੀਆ ਬੀਬੀ ਦੇ ਨਾਲ ਹੋਇਆ ਤੇ ਉਸ ਦੀ 2 ਵਾਰ ਤਾਜਪੋਸ਼ੀ। ਯਾਦ ਰੱਖਣਾ ਔਰੰਗਜ਼ੇਬ ਦੀ ਪੋਸ਼ੀ 2 ਵਾਰ ਹੋਈ ਸੀ, ਠੀਕ ਹੈ। ਪਤਨੀ ਦਾ ਜਿਹੜਾ ਦਿਲਰਾਸ ਬਾਨੋ ਬੇਗਮ ਹੈ, ਠੀਕ ਹੈ ਜੀ, 1637 ਦੇ ਵਿੱਚ ਹੋਇਆ ਸੀਗਾ। ਪਹਿਲੀ ਤਾਜਪੋਸ਼ੀ ਹੋਈ ਸੀ 31 ਜੁਲਾਈ 1858 ਨੂੰ ਆਗਰਾ ਦੇ ਵਿੱਚ ਤੇ ਦੂਜੀ 15 ਜੂਨ 1659 ਨੂੰ ਦਿੱਲੀ ਦੇ ਵਿੱਚ, ਠੀਕ ਹੈ ਜੀ। ਪਹਿਲੀ ਆਗਰੇ ਦੇ ਵਿੱਚ ਹੋਈ ਸੀ ਤੇ ਦੂਸਰੀ ਦਿੱਲੀ ਦੇ ਵਿੱਚ ਹੋਈ ਸੀ। ਆਲਮਗੀਰ ਦੀ ਉਪਾਧੀ ਨੇ ਧਾਰਨ ਕੀਤੀ ਸੀ ਜਦੋਂ ਇਹ ਮੁਗਲ ਸੰਘਰਸ਼ ਦੇ ਵਿੱਚ। ਆਲਮਗੀਰ ਵੀ ਇਹਨੂੰ ਕਿਹਾ ਜਾਂਦਾ, ਠੀਕ ਹੈ ਜੀ। ਧਿਆਨ ਰੱਖਣੇ ਸਾਰੇ ਫੈਕਟ ਇੰਪੋਰਟੈਂਟ ਹੈ। ਹਾਂਜੀ, ਕਿਹੜੇ ਮੁਗਲ ਬਾਦਸ਼ਾਹ ਦੀ ਤਾਜਪੋਸ਼ੀ 2 ਵਾਰ ਹੋਈ ਹੈ, ਠੀਕ ਹੈ ਜੀ, ਉਹ ਔਰੰਗਜ਼ੇਬ ਦੀ ਹੋਈ ਹੈ। ਜੇ ਪੁੱਛਣ ਕਿਹੜਾ ਮੁਗਲ 2 ਵਾਰ ਸੰਘਰਸ਼ ਤੇ ਬੈਠਾ, ਠੀਕ ਹੈ, ਉਹ ਹੀ ਮੰਜੂ ਸੀਗਾ। ਇਹ ਧਿਆਨ ਚ ਰੱਖ ਲੈਣੇ। ਲੋਕਾਂ ਦੇ ਆਰਥਿਕ ਦੁੱਖਾਂ ਨੂੰ ਦੂਰ ਕਰਨ ਦੇ ਲਈ ਸਹਿਦਾਰੀ ਤੇ ਪਾਨਦਾਰੀ ਟੈਕਸ ਦੋਨੋਂ ਖਤਮ ਕਰ ਦਿੱਤੇ। ਸਹਿਦਾਰੀ ਟੈਕਸ ਅੰਦਰੂਨੀ ਆਵਾਜਾਈ ਫੀਸ ਸੀ ਤੇ ਪਾਨਦਾਰੀ ਵਪਾਰੀ ਟੈਕਸ ਸੀ। ਔਰੰਗਜ਼ੇਬ ਨੇ ਕੁਰਾਨ ਨੂੰ ਆਪਣੇ ਰਾਜ ਦਾ ਆਧਾਰ ਬਣਾਇਆ। ਉਹਨੇ ਸ਼ਾਸਨ ਦਾ ਜਿਹੜਾ ਉਹਦਾ ਮੇਨ ਆਧਾਰ ਸੀ ਉਹ ਕੁਰਾਨ ਸੀ। ਸਭ ਤੋਂ ਜ਼ਿਆਦਾ ਕੱਟੜ ਮੁਸਲਮਾਨ ਸੀਗਾ। ਉਹਦੀ ਸ਼ਾਸਨ ਜਿਹੜੀ ਵਿਵਸਥਾ ਸੀ ਉਹ ਪੂਰੇ ਕੁਰਾਨ ਤੇ ਆਧਾਰਿਤ ਸੀ। ਉਸਨੇ ਆਪਣੇ ਸਿੱਕਿਆਂ ਤੇ ਕਲਮਾ ਲਿਖਵਾਉਣ ਤੋਂ ਵਰਜਿਆ ਲੋਕਾਂ ਨੂੰ। 9 ਰੋਜ਼ ਜਿਹੜਾ ਕਿ ਇੱਕ ਇਤਿਹਾਸੀ ਪਾਸੀਆਂ ਦਾ ਉਹ ਵੀ ਖਤਮ ਕਰ ਦਿੱਤਾ। ਜਨਤਕ ਸਮਾਰੋਹ ਖਤਮ ਕਰ ਦਿੱਤੇ। ਭੰਗ ਦਾ ਉਤਪਾਦਨ ਵੀ ਖਤਮ ਕਰ ਦਿੱਤਾ। ਸ਼ਰਾਬ ਪੀਣ, ਮੁਗਲ ਕੋਰਟ ਦੇ ਵਿੱਚ ਜਿਹੜਾ ਨਾਚ ਗਾਣਾ ਹੁੰਦਾ ਸੀ, ਜੂਆ ਖੇਡਣਾ ਹੁੰਦਾ ਸੀ, ਉਹ ਸਾਰਾ ਕੁਝ ਖੇਡਣ ਤੋਂ ਬਚਿਆ, ਠੀਕ ਹੈ ਜੀ। ਇਹ ਧਿਆਨ ਰੱਖਣਾ ਹੈ। ਇਹ ਸਾਰੇ ਔਰੰਗਜ਼ੇਬ ਦੇ ਕਾਲ ਵਿੱਚ ਹੋਏ। ਔਰੰਗਜ਼ੇਬ ਨੇ 1663 ਦੇ ਵਿੱਚ ਸਤੀ ਪ੍ਰਥਾ ਤੇ ਪਾਬੰਦੀ ਲਗਾ ਦਿੱਤੀ, ਠੀਕ ਹੈ ਜੀ। ਇਹ ਧਿਆਨ ਰੱਖਣਾ ਹੈ। ਜਿਹੜੀ ਕਿ ਅਕਬਰ ਨੇ ਸ਼ੁਰੂ ਕੀਤੀ ਸੀ ਸਤੀ ਪ੍ਰਥਾ ਜਿਹੜੀ ਹੈਗੀ ਆ, ਜਿਹਦੇ ਵਿੱਚ ਜਦੋਂ ਮਰ ਜਾਂਦਾ ਹੈ ਉਹਦੀ ਘਰਵਾਲੀ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਸੀ, ਉਹਨੂੰ ਸਤੀ ਪ੍ਰਥਾ, ਇਹ ਤੇ ਪਾਬੰਦੀ ਲਗਾਈ ਸੀ ਔਰੰਗਜ਼ੇਬ ਨੇ। ਉਸਨੇ ਹਿੰਦੂਆਂ ਉੱਤੇ ਤੀਰਥ ਯਾਤਰਾ ਟੈਕਸ ਲਗਾ ਦਿੱਤਾ। 1668 ਦੇ ਵਿੱਚ ਹਿੰਦੂਆਂ ਤੇ ਤਿਉਹਾਰ ਮਨਾਉਣ ਤੇ ਪਾਬੰਦੀ ਲਗਾ ਦਿੱਤੀ, ਠੀਕ ਹੈ ਜੀ। ਜਿਹੜੀ ਤੀਰਥ ਯਾਤਰਾ ਟੈਕਸ ਹੈ ਇਹ ਹਟਾ ਦਿੱਤਾ ਸੀਗਾ ਅਕਬਰ ਨੇ 1663 ਦੇ ਵਿੱਚ ਤੇ ਉਸ ਨੂੰ ਫੇਰ ਲਗਾਤਾ, ਠੀਕ ਹੈ ਜੀ, ਤੀਰਥ ਯਾਤਰਾ ਟੈਕਸ ਹਿੰਦੂਆਂ ਤੇ ਔਰੰਗਜ਼ੇਬ ਨੇ। ਔਰੰਗਜ਼ੇਬ ਨੇ 1663 ਦੇ ਵਿੱਚ ਸਤੀ ਪ੍ਰਥਾ ਨੂੰ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ। ਇਸ ਤੋਂ ਪਹਿਲਾਂ ਕਿਸ ਮੁਗਲ ਸ਼ਾਸਕ ਨੇ ਸਤੀ ਪ੍ਰਥਾ ਨੂੰ ਰੋਕਿਆ ਸੀ? ਉਹ ਸੀ ਅਕਬਰ ਸੀਗਾ, ਠੀਕ ਹੈ ਜੀ, ਅਕਬਰ ਨੇ ਰੋਕਿਆ ਸੀ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਆਰ ਕਰੈਕਟ ਰਿਗਾਰਡਿੰਗ ਦੀ ਔਰੰਗਜ਼ੇਬ ਦੇ ਨਾਲ ਸੰਬੰਧਿਤ ਸਹੀ ਤੱਥ ਕਿਹੜੇ ਹਨ? ਈ ਫਾਰਵਰਡ ਦੀ ਕਲਟੀਵੇਸ਼ਨ ਆਫ ਭੰਗ ਦੀ ਖੇਤੀ ਤੇ ਉਹਨੇ ਮਨਾ ਕੀਤੀ ਸੀ, ਬਿਲਕੁਲ ਸਹੀ। ਫਾਰਵਰਡ ਸਿੰਗਿੰਗ ਐਟ ਕੋਰਟ ਦੇ ਵਿੱਚ ਨਾਚ ਗਾਣੇ ਦੀ ਵੀ ਮਨਾ ਕੀਤੀ ਸੀ, ਇਹ ਵੀ ਠੀਕ ਹੈ। ਆ ਪ੍ਰੋਫੈਸ਼ਨ ਪਲੇਅਰ ਆਫ ਵਿਨਾ ਦਾ ਇੱਕ ਬਹੁਤ ਵੱਡਾ ਇਹ ਪਲੇਅਰ ਸੀ, ਵਾਦਕ ਸੀ, ਇਹ ਵੀ ਬਿਲਕੁਲ ਸਹੀ ਹੈ। ਹਿਸ ਫਰਮ ਇਜ਼ ਐਟ ਤੁਗਲਕਾਬਾਦ, ਇਹ ਗਲਤ ਹੋ ਗਈ, ਔਰੰਗਾਬਾਦ ਦੇ ਨੇੜੇ ਹੈ ਜੀ, ਠੀਕ ਹੈ ਜੀ। ਗਲਤ ਹੋ ਗਿਆ। 4 ਨੂੰ ਐਲੀਮੀਨੇਟ ਕਰਾਂਗੇ, ਆ ਵੀ ਐਲੀਮੀਨੇਟ ਹੋ ਗਿਆ, ਆ ਵੀ ਐਲੀਮੀਨੇਟ ਹੋ ਗਿਆ, ਆ ਵੀ ਐਲੀਮੀਨੇਟ ਹੋ ਗਿਆ ਤੇ ਆਨਸਰ ਆ ਗਿਆ ਜੀ। ਹਾਂਜੀ, ਕੁਝ ਹੋਰ ਇੰਪੋਰਟੈਂਟ ਫੈਕਟ। ਔਰੰਗਜ਼ੇਬ ਨੇ ਆਪਣੇ ਸ਼ਾਸਨ ਦੇ 11ਵੇਂ ਸਾਲ ਚੌਖਾ ਦਰਸ਼ਨ ਤੇ 12ਵੇਂ ਸਾਲ ਤੁਲਾਦਾਨ ਪ੍ਰਥਾ ਵੀ ਖਤਮ ਕਰ ਦਿੱਤੀ। ਇਹ ਦੋਨੋਂ ਪ੍ਰਥਾਵਾਂ ਜਿਹੜੀਆਂ ਸੀਗੀਆਂ ਇਹ ਪਾਰਸੀ ਸੀਗੀਆਂ, ਠੀਕ ਹੈ ਜੀ, ਧਿਆਨ ਰੱਖਣਾ। 1679 ਦੇ ਵਿੱਚ ਉਸਨੇ ਜਜ਼ੀਆ ਟੈਕਸ ਦੁਬਾਰਾ ਲਾਗੂ ਕੀਤਾ, ਠੀਕ ਹੈ ਜੀ। ਜਜ਼ੀਆ ਟੈਕਸ ਜਿਹੜਾ ਕਿ 1564 ਦੇ ਵਿੱਚ ਖਤਮ ਕਰਤਾ ਸੀ ਅਕਬਰ ਨੇ, ਠੀਕ ਹੈ ਜੀ, ਇਹਨੂੰ ਫਿਰ ਦੁਬਾਰਾ ਸ਼ੁਰੂ ਕਰ ਦਿੱਤਾ। 1704 ਦੇ ਵਿੱਚ ਇਹ ਟੈਕਸ ਦੱਖਣ ਦੇ ਵਿੱਚ ਹਟਾ ਦਿੱਤਾ ਗਿਆ, ਠੀਕ ਹੈ ਜੀ। ਦੱਖਣ ਦੇ ਵਿੱਚ ਗੱਲਾਂ ਇਹ ਜਜ਼ੀਆ ਟੈਕਸ ਹਟਾ ਦਿੱਤਾ ਗਿਆ। ਉਸ ਦੇ ਸਮੇਂ ਦੌਰਾਨ ਸਭ ਤੋਂ ਵੱਧ ਰੁਪਏ ਦੀ ਢਲਾਈ ਹੋਈ, ਠੀਕ ਹੈ ਜੀ। ਔਰੰਗਜ਼ੇਬ ਨੂੰ ਜਿੰਦਾ ਪੀਰ ਕਿਹਾ ਜਾਂਦਾ ਤੇ ਸ਼ਾਹੀ ਦਰਵੇਸ਼ ਵੀ ਕਿਹਾ ਜਾਂਦਾ ਹੈ। ਔਰੰਗਜ਼ੇਬ ਦੇ ਸਮੇਂ ਸਭ ਤੋਂ ਵੱਧ ਹਿੰਦੂ ਅਫਸਰ ਜਿਹੜੇ ਉਹ ਨਿਯੁਕਤ ਕੀਤੇ ਗਏ ਤੇ ਮੁਗਲ ਪ੍ਰਾਂਤਾਂ ਦੀ ਗਿਣਤੀ ਸਭ ਤੋਂ ਵੱਧ 21 ਸੀ। ਮਤਲਬ ਕਿ ਸਭ ਤੋਂ ਜ਼ਿਆਦਾ ਜਿਹੜਾ ਮੁਗਲ ਸਾਮਰਾਜ ਦਾ ਜਿਹੜਾ ਵਿਸਥਾਰ ਹੋਇਆ ਉਹ ਔਰੰਗਜ਼ੇਬ ਦੇ ਸ਼ਾਸਨ ਕਾਲ ਦੇ ਵਿੱਚ ਹੋਇਆ। ਮੁਸਲਮਾਨ ਔਰੰਗਜ਼ੇਬ ਨੂੰ ਜਿੰਦਾ ਪੀਰ ਆਲਮਗੀਰ ਦੇ ਨਾਲ ਬੁਲਾਉਂਦੇ ਸੀ। ਇਹਦਾ ਕਾਰਨ ਕੀ ਸੀਗਾ? ਇਹਦਾ ਕਾਰਨ ਕੀ ਸੀ? ਉਹਦਾ ਸਾਤਵਿਕ ਜੀਵਨ ਸੀਗਾ, ਕਿਉਂਕਿ ਉਹਦਾ ਜੀਵਨ ਪੂਰੀ ਤਰ੍ਹਾਂ ਕੁਰਾਨ ਤੇ ਆਧਾਰਿਤ ਸੀਗਾ। ਮੁਗਲ ਕਾਲ ਦੌਰਾਨ ਸਭ ਤੋਂ ਵੱਡਾ ਜਿਹੜਾ ਸਾਮਰਾਜ ਕਿਸ ਦੇ ਕੋਲ ਸੀ? ਸਭ ਤੋਂ ਵੱਡਾ ਸਾਮਰਾਜ ਹੈ ਉਹ ਵੀ ਔਰੰਗਜ਼ੇਬ ਕੋਲ ਸੀ। ਹਾਂਜੀ, ਔਰੰਗਜ਼ੇਬ ਨੇ ਜਜ਼ੀਆ ਟੈਕਸ ਦੁਬਾਰਾ ਕਦੋਂ ਲਗਾਇਆ ਸੀ? ਠੀਕ ਹੈ ਜੀ, ਇਹ ਉਹਨੇ 1679 ਦੇ ਵਿੱਚ ਲਗਾਇਆ ਸੀ। ਕਿਸ ਮੁਗਲ ਬਾਦਸ਼ਾਹ ਦੇ ਕੋਲ ਆਪਣੇ ਰਾਜ ਦੌਰਾਨ ਸਭ ਤੋਂ ਵੱਧ ਰਾਜਪੂਤ ਮਨਸਬਦਾਰ ਜਾਣੀ ਕਿ ਹਿੰਦੂ ਮਨਸਬਦਾਰ ਸੀਗੇ? ਉਹ ਵੀ ਔਰੰਗਜ਼ੇਬ ਸੀਗਾ। ਹਾਂਜੀ, ਔਰੰਗਜ਼ੇਬ ਦੀਆਂ ਕੁਝ ਵੱਡੀਆਂ ਬਗਾਵਤਾਂ ਹੋਈਆਂ। ਇੱਕ ਤਾਂ ਅਫਗਾਨ ਵਿਦਰੋਹ ਹੋਇਆ, ਇਹ ਯਾਦ ਕਰ ਲੈਣਾ ਮੋਟਾ 1667 ਦੇ ਵਿੱਚ। ਜਾਟ ਵਿਰੋਧ, ਇਹ ਮਸ਼ਹੂਰ ਹੈ, ਜਾਟ ਵਿਰੋਧ 1669 ਦੇ ਵਿੱਚ। ਸਤਨਾਮੀ ਵਿਦਰੋਹ ਹੋਇਆ 1672 ਦੇ ਵਿੱਚ। ਬੰਦੇਲਾ ਵਿਦਰੋਹ ਹੋਇਆ 1661 ਦੇ ਵਿੱਚ। ਤੇ ਬਾਦਸ਼ਾਹ ਅਕਬਰ ਦੀ ਜਿਹੜੀ ਬਗਾਵਤ ਹੋਇਆ 1681 ਵਿੱਚ। ਔਰੰਗਜ਼ੇਬ ਦੀ ਬਗਾਵਤ ਜਿਹੜੀ ਅੰਗਰੇਜ਼ਾਂ ਦੀ ਬਗਾਵਤ ਜਿਹੜੀ ਉਹ 1686 ਦੇ ਵਿੱਚ। ਸਿੱਖ ਇਨਕਲਾਬ 1675 ਮਸ਼ਹੂਰ ਹੈ 1675 ਦੇ ਵਿੱਚ।
9ਵੇਂ ਗੁਰੂਆਂ ਨੂੰ ਚਾਂਦਨੀ ਚੌਕ 'ਚ ਸ਼ਹੀਦ ਕਰਾਤਾ ਸੀਗਾ। ਰਾਜਪੂਤਾਂ ਦੀ ਬਗਾਵਤ ਹੈ ਉਹ 1679 ਤੇ 1709 ਈਸਵੀ, ਠੀਕ ਹੈ ਇਹ ਧਿਆਨ 'ਚ ਰੱਖ ਲੈਣਾ ਹੈ। ਔਰੰਗਜ਼ੇਬ ਦੀ ਦੱਖਣ ਦੀ ਨੀਤੀ। ਹਾਂਜੀ, ਸ਼ਾਹਜਹਾਂ ਦੇ ਰਾਜ ਦੌਰਾਨ ਔਰੰਗਜ਼ੇਬ ਨਾਲ 2 ਵਾਰ ਦੱਖਣ ਦਾ ਸੂਬੇਦਾਰ ਬਣਿਆ ਸੀ, ਠੀਕ ਹੈ ਜੀ। ਤੇ ਇਹ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ। ਇੱਕ ਵਾਰੀ ਤਾਂ ਇਹ ਬਣਿਆ ਸੀਗਾ ਔਰੰਗਜ਼ੇਬ 1636 ਤੋਂ 1644 ਦੇ ਵਿੱਚ 8 ਸਾਲ ਰਿਹਾ ਸੀ, ਤੇ ਦੂਸਰੀ ਵਾਰ 1652 ਤੋਂ 57 5 ਸਾਲ ਰਿਹਾ ਸੀ। 1682 ਈਸਵੀ ਦੇ ਵਿੱਚ ਆਪਣੇ ਪੁੱਤਰ ਸ਼ਹਿਜ਼ਾਦਾ ਅਕਬਰ ਦਾ ਪਿੱਛਾ ਕਰਦੇ ਹੋਏ ਦੱਖਣ ਭਾਰਤ ਪਹੁੰਚਿਆ ਤੇ ਕਦੇ ਵੀ ਉੱਤਰੀ ਭਾਰਤ ਵਿੱਚ ਵਾਪਸ ਨਾ ਆ ਸਕਿਆ, ਠੀਕ ਹੈ ਜੀ। ਇਹ ਯਾਦ ਰੱਖਣਾ ਹੈ ਵੀ ਆਪਣੇ ਸ਼ਹਿਜ਼ਾਦਾ ਅਕਬਰ ਦਾ ਪਿੱਛਾ ਕਰਦੇ, ਇੱਕ ਅਕਬਰ ਦਵਿੱਤੀ ਦੀ ਗੱਲ ਹੋ ਰਹੀ ਹੈ ਇੱਥੇ, ਠੀਕ ਹੈ ਜੀ। ਉਹਦਾ ਪਿੱਛਾ ਕਰਦੇ ਕਰਦੇ ਇਹ ਦੱਖਣ ਭਾਰਤ ਪਹੁੰਚ ਗਿਆ ਤੇ ਉੱਥੋਂ ਫਿਰ ਇਹ ਕਦੇ ਉੱਤਰ ਭਾਰਤ ਨਹੀਂ ਆਇਆ, ਤੇ ਇਹ ਉੱਥੇ ਦੱਖਣ ਭਾਰਤ ਦਾ ਪਹੁੰਚਣਾ ਦੱਖਣ ਭਾਰਤ ਦੇ ਲਈ ਕਬਰਸਤਾਨ ਸਾਬਤ ਹੋਇਆ। 1685 ਦੇ ਵਿੱਚ ਬੀਜਾਪੁਰ ਜਿੱਤ ਲਿਆ ਨੇ ਤੇ 1687 ਦੇ ਵਿੱਚ ਗੋਲਕੁੰਡਾ ਨੂੰ ਆਪਣੇ ਸਾਮਰਾਜ ਵਿੱਚ ਸਥਾਪਿਤ ਕਰ ਲਿਆ। ਇੰਪੋਰਟੈਂਟ ਹੈ ਜੀ ਦੋਨੋਂ ਫੈਕਟ, ਬੀਜਾਪੁਰ 1685 ਤੇ ਗੋਲਕੁੰਡਾ 1687। ਮੁਗਲ ਸਾਮਰਾਜ ਦੇ ਵਿੱਚ ਸੁਤੰਤਰ ਗੋਲਕੁੰਡਾ ਰਾਜ ਨੂੰ ਹੇਠ ਲਿਖਿਆਂ ਵਿੱਚੋਂ ਕਿਸਨੇ ਸ਼ਾਮਲ ਕੀਤਾ ਸੀ, ਠੀਕ ਹੈ। ਸੁਤੰਤਰ ਗੋਲਕੁੰਡਾ ਰਾਜ ਵਿੱਚ ਇਹਨੂੰ ਸ਼ਾਮਲ ਕਰਨ ਵਾਲਾ ਸੀਗਾ ਆਪਣਾ ਔਰੰਗਜ਼ੇਬ। ਹੋਰ ਕੁਝ ਮਹੱਤਵਪੂਰਨ ਤੱਥ। ਔਰੰਗਜ਼ੇਬ ਦੇ ਸਮੇਂ ਮਥੁਰਾ ਦਾ ਜਿਹੜਾ ਕੇਸ਼ੀ ਮੰਦਰ, ਬਨਾਰਸ ਵਿਸ਼ਵਨਾਥ ਮੰਦਰ ਤੇ ਪਾਟਨ ਦਾ ਸੋਮਨਾਥ ਮੰਦਰ ਢਾਇਆ ਗਿਆ। ਇਹ ਪੂਰੀ ਤਰ੍ਹਾਂ ਕੱਟੜ ਮੁਸਲਮਾਨ ਸੀਗਾ ਤੇ ਇਸ ਨੇ ਜਿਹੜੇ ਹਿੰਦੂ ਧਰਮ ਨੂੰ ਬਿਲਕੁਲ ਹੀ ਸਵੀਕਾਰ ਨਹੀਂ ਕਰਦਾ ਸੀ, ਤੇ ਇਹਨੇ ਮਥੁਰਾ ਦਾ ਕੇਸ਼ਵ ਮੰਦਰ, ਬਨਾਰਸ ਦਾ ਵਿਸ਼ਵਨਾਥ ਮੰਦਰ ਤੇ ਪਾਟਨ ਦਾ ਸੋਮਨਾਥ ਮੰਦਰ ਢਵਾ ਦਿੱਤੇ। ਤਿਲਪਤ ਦੀ ਲੜਾਈ ਦੇ ਵਿੱਚ ਜੱਟਾਂ ਨੂੰ ਹਰਾਇਆ ਤੇ ਉਸ ਸਮੇਂ ਜਿਹੜਾ ਨੇਤਾ ਸੀ ਕੋਕਲ ਸੀਗਾ ਉਹਨੂੰ ਫੜ ਕੇ ਮਾਰਤਾ ਸੀ। ਔਰੰਗਜ਼ੇਬ ਨੇ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਮੋਤੀ ਮਸਜਿਦ ਬਣਾਈ ਹੈ। ਇੰਪੋਰਟੈਂਟ ਧਿਆਨ ਰੱਖਣਾ ਹੈ, ਦਿੱਲੀ ਦੇ ਲਾਲ ਕਿਲਾ ਜਿਹੜਾ ਉਹ ਸ਼ਾਹਜਹਾਂ ਨੇ ਬਣਾਇਆ ਸੀ, ਉਹਦੇ ਵਿੱਚ ਮੋਤੀ ਮਸਜਿਦ ਬਣਾਈ ਸੀ। ਔਰੰਗਾਬਾਦ ਦੇ ਵਿੱਚ ਆਪਣੀ ਪਤਨੀ ਰਾਬੀਆ ਉਦ ਦੁਰਾਨੀ ਦਾ ਮਕਬਰਾ, ਜਿਹਨੂੰ ਬੀਬੀ ਕਾ ਮਕਬਰਾ ਕਹਿੰਦੇ, ਉਹ ਬਣਾਇਆ ਸੀ, ਠੀਕ ਹੈ। ਔਰੰਗਾਬਾਦ ਦੇ ਵਿੱਚ, ਔਰੰਗਾਬਾਦ ਜਿਹੜੀ ਮੁਗਲਾਂ ਦੀ ਦੱਖਣ ਭਾਰਤ ਦੀ ਰਾਜਧਾਨੀ ਸੀ। ਇਸ ਮਕਬਰੇ ਨੂੰ ਦੱਖਣ ਭਾਰਤ ਦਾ ਤਾਜ ਮਹਿਲ ਕਿਹਾ ਜਾਂਦਾ ਹੈ ਤੇ ਕਾਲਾ ਤਾਜ ਮਹਿਲ ਵੀ ਕਿਹਾ ਜਾਂਦਾ ਹੈ। ਇਹ ਇੰਪੋਰਟੈਂਟ ਫੈਕਟ ਧਿਆਨ ਚ ਰੱਖਣਾ ਹੈ ਜੀ। ਕਿਸ ਸਮਾਰਕ ਨੂੰ ਦੱਖਣ ਭਾਰਤ ਦਾ ਤਾਜ ਮਹਿਲ ਕਿਹਾ ਜਾਂਦਾ? ਬੀਬੀ ਕਾ ਮਕਬਰਾ ਔਰੰਗਾਬਾਦ ਦੇ ਵਿੱਚ। ਬੀਬੀ ਕਾ ਮਕਬਰਾ ਵਾਜ਼ ਰੈਕਟਡ ਕਿਹਨੇ ਖੜਾ ਕੀਤਾ ਸੀਗਾ? ਐਟ ਔਰੰਗਾਬਾਦ ਐਂਡ ਇਜ਼ ਰੈਪਲੀਕਾ ਆਫ ਦੀ ਤਾਜ ਮਹਿਲ, ਜਿਹੜਾ ਕਿ ਤਾਜ ਮਹਿਲ ਦੀ ਨਕਲ ਹੈ, ਠੀਕ ਹੈ। ਇਹ ਦੱਸਣਾ ਹੈ, ਇਹ ਔਰੰਗਜ਼ੇਬ ਨੇ ਖੜਾ ਕੀਤਾ ਸੀ। ਔਰੰਗਜ਼ੇਬ ਨਾਲ ਸੰਬੰਧਿਤ ਕੁਝ ਹੋਰ ਫੈਕਟ। ਔਰੰਗਜ਼ੇਬ ਨੇ ਫਤਵਾ ਆਲਮਗੀਰ ਨਿਆਂ ਤੇ ਕਾਨੂੰਨ ਬਾਰੇ ਇੱਕ ਕਿਤਾਬ ਲਿਖਵਾਈ, ਫਤਵਾ ਆਲਮਗੀਰ, ਠੀਕ ਹੈ ਜੀ। ਕਿਹਦੇ ਨਾਲ ਸੰਬੰਧਿਤ? ਨਿਆਂ ਤੇ ਕਾਨੂੰਨ ਬਾਰੇ। ਔਰੰਗਜ਼ੇਬ ਨੇ ਮਰਾਠਿਆਂ ਦੇ ਉੱਪਰ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਧਿਆਨ ਚ ਰੱਖਣਾ। ਰਾਜਾ ਜੈ ਸਿੰਘ ਜਿਹੜਾ ਕਿ ਅੰਬਰ ਦਾ ਰਾਜਾ ਸੀਗਾ ਤੇ ਸ਼ਿਵਾਜੀ ਦੇ ਨਾਲ ਉਸਨੇ 1665 ਦੇ ਵਿੱਚ ਪੁਰੰਦਰ ਦੀ ਸੰਧੀ ਕੀਤੀ। 1665 ਦੇ ਵਿੱਚ ਪੁਰੰਦਰ ਦੀ ਸੰਧੀ ਕਿਹਦੇ ਵਿਚਕਾਰ ਹੋਈ ਸੀ? ਰਾਜਾ ਜੈ ਸਿੰਘ ਤੇ ਸ਼ਿਵਾਜੀ ਦੇ ਵਿਚਕਾਰ ਹੋਈ ਸੀ। ਜਦੋਂ ਸ਼ਿਵਾਜੀ ਤੇ ਉਹਨਾਂ ਦੇ ਪੁੱਤਰ ਸ਼ੰਭਾਜੀ ਔਰੰਗਜ਼ੇਬ ਨੂੰ ਮਿਲਣ ਆਗਰਾ ਦੇ ਗਏ ਤਾਂ ਔਰੰਗਜ਼ੇਬ ਨੇ ਉਹਨਾਂ ਨੂੰ ਉੱਥੇ ਬੰਦੀ ਬਣਾ ਲਿਆ, ਪਰ ਸ਼ਿਵਾਜੀ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ, ਧਿਆਨ ਚ ਰੱਖਣਾ ਫੈਕਟ, ਠੀਕ ਹੈ। ਸ਼ਿਵਾਜੀ ਤੇ ਸ਼ੰਭਾਜੀ ਔਰੰਗਜ਼ੇਬ ਨੂੰ ਮਿਲਣ ਗਏ, ਪਰ ਬਦਲੇ ਵਿੱਚ ਉਹਨੇ ਕੀ ਕੀਤਾ? ਔਰੰਗਜ਼ੇਬ ਨੂੰ ਬੰਦੀ ਬਣਾ ਲਿਆ ਤੇ ਸ਼ਿਵਾਜੀ ਉੱਥੋਂ ਭੱਜ ਨਿਕਲਿਆ, ਠੀਕ ਹੈ ਜੀ। ਧਿਆਨ ਚ ਰੱਖਣਾ। ਹਾਂਜੀ, ਮਾਰਵਾੜ ਦੇ ਸ਼ਾਸਕ ਜਸਵੰਤ ਸਿੰਘ ਦੀ ਮੌਤ ਤੋਂ ਬਾਅਦ ਰਠੌਰਾਂ ਨੇ ਦੁਰਗਾਦਾਸ ਦੀ ਅਗਵਾਈ ਦੇ ਵਿੱਚ ਜੰਗ ਲੜੀ। ਔਰੰਗਜ਼ੇਬ ਦੇ ਖਿਲਾਫ ਮਾਰਵਾੜਾਂ ਨੇ ਦੁਰਗਾਦਾਸ ਦੀ ਅਗਵਾਈ ਵਿੱਚ ਲੜਾਈ ਲੜੀ ਜਦੋਂ ਉਹਨਾਂ ਦੇ ਸ਼ਾਸਕ ਜਸਵੰਤ ਸਿੰਘ ਦੀ ਮੌਤ ਹੋ ਜਾਂਦੀ ਹੈ। ਟੋੜ ਨੇ ਦੁਰਗਾਦਾਸ ਨੂੰ ਰਠੌਰਾਂ ਦਾ ਜੁਲਿਸਸ ਕਿਹਾ। ਜੁਲਿਸਸ ਤੁਸੀਂ ਪੜ੍ਹਿਆ ਹੋਵੇਗਾ ਲਿਟਰੇਚਰ ਦੇ ਵਿੱਚ, ਇੰਗਲਿਸ਼ ਲਿਟਰੇਚਰ ਦੇ ਵਿੱਚ, ਵੀ ਇੱਕ ਅਜਿਹਾ ਸ਼ਾਸਕ ਸੀਗਾ ਜਿਹੜਾ ਕਹਿੰਦਾ ਸੀ ਰੈਸਟ ਇਜ਼ ਰਸਟ, ਆਰਾਮ ਹਰਾਮ ਹੈ, ਠੀਕ ਹੈ। ਲਾਈਫ ਸ਼ਾਈਨਸ ਇਨ ਐਕਸ਼ਨ, ਕਿ ਜੀਵਨ ਕੰਮ ਦੇ ਵਿੱਚ ਹੀ ਚਮਕਦਾ ਹੈ, ਠੀਕ ਹੈ। ਇਹ ਤੁਸੀਂ ਪੜ੍ਹਿਆ ਹੋਣਾ ਕਦੇ ਕਿਸੇ ਨੇ। ਸਵਾਈ ਰਾਜਾ ਜੈ ਸਿੰਘ ਵਾਜ਼ੀ ਰੂਲਰ। ਰਾਜਾ ਜੈ ਸਿੰਘ ਕਿੱਥੋਂ ਦਾ? ਅੰਬੇਰ ਦਾ ਰਾਜਾ ਸੀਗਾ। ਪੁਰੰਦਰ ਦੀ ਸੰਧੀ ਕੀਤੀ 1665 ਦੇ ਵਿੱਚ। ਕਿਹੜੇ ਮੁਗਲ ਬਾਦਸ਼ਾਹ ਨੇ ਜੈ ਸਿੰਘ ਨੂੰ ਰਾਣਾ ਦੀ ਉਪਾਧੀ ਦਿੱਤੀ ਸੀ? ਜੈ ਸਿੰਘ ਨੂੰ ਰਾਣਾ ਦੀ ਉਪਾਧੀ ਜਿਹੜੀ ਔਰੰਗਜ਼ੇਬ ਨੇ ਦਿੱਤੀ ਸੀ। ਮੁਗਲਾਂ ਦੇ ਇੰਪੋਰਟੈਂਟ ਫੈਕਟ। 9ਵੇਂ ਗੁਰੂ ਤੇਗ ਬਹਾਦਰ ਨੂੰ 1675 ਦੇ ਵਿੱਚ ਸ਼ਹੀਦ ਕਰਵਾ ਦਿੱਤਾ ਔਰੰਗਜ਼ੇਬ ਨੇ, ਤੇ 4 ਮਾਰਚ 1707 ਨੂੰ ਅਹਿਮਦਨਗਰ ਦੇ ਵਿੱਚ, ਠੀਕ ਹੈ ਜੀ, ਇਹਦੀ ਮੌਤ ਹੋ ਗਈ ਔਰੰਗਜ਼ੇਬ ਦੀ, ਤੇ ਉਸ ਨੂੰ ਔਰੰਗਾਬਾਦ ਮਹਾਰਾਸ਼ਟਰ ਦੇ ਨੇੜੇ, ਠੀਕ ਹੈ ਜੀ, ਖੁਲਦਾਬਾਦ ਦੇ ਵਿੱਚ ਦਫਨਾਇਆ ਗਿਆ। ਇਹ ਧਿਆਨ ਰੱਖਣਾ, ਖੁਲਦਾਬਾਦ ਔਰੰਗਾਬਾਦ ਮਹਾਰਾਸ਼ਟਰ ਵਿੱਚ ਦਫਨਾਇਆ ਗਿਆ। ਮੌਤ ਅਹਿਮਦਨਗਰ ਦੇ ਵਿੱਚ ਹੋਈ ਸੀ 1707 ਦੇ ਵਿੱਚ। ਔਰੰਗਜ਼ੇਬ ਦਾ ਜਿਹੜਾ ਇੱਕ ਜਰਨੈਲ ਸੀਗਾ ਜੈ ਸਿੰਘ, ਠੀਕ ਹੈ ਜੀ, ਉਹ ਇੱਕ ਖਗੋਲ ਵਿਗਿਆਨੀ ਸੀਗਾ, ਠੀਕ ਹੈ। ਤੇ ਉਸਨੇ ਜੈਪੁਰ, ਦਿੱਲੀ, ਮਥੁਰਾ, ਉਜੈਨ, ਬਨਾਰਸ ਆਦਿ ਵਿਖੇ ਆਪਣੀ ਜੋਤਿਸ਼ ਵਿਗਿਆਨ ਦੀਆਂ ਜਿਹੜੀਆਂ ਪ੍ਰਯੋਗਸ਼ਾਲਾਵਾਂ ਬਣਾਈਆਂ ਸੀਗੀਆਂ। ਇਹ ਧਿਆਨ ਚ ਰੱਖ ਲੈਣਾ, ਠੀਕ ਹੈ ਜੀ। ਜੈ ਸਿੰਘ। ਹਾਂਜੀ, ਵੇਅਰ ਡਿਡ ਔਰੰਗਜ਼ੇਬ ਡਾਈਡ? ਔਰੰਗਜ਼ੇਬ ਕਿੱਥੇ ਮਰਿਆ ਸੀਗਾ? ਅਹਿਮਦਨਗਰ ਦੇ ਵਿੱਚ ਮਰਿਆ ਸੀਗਾ ਤੇ ਔਰੰਗਾਬਾਦ ਦੇ ਵਿੱਚ ਉਹਨੂੰ ਦਫਨਾਇਆ ਗਿਆ ਸੀ। ਔਰੰਗਜ਼ੇਬ ਡਾਈਡ ਇਨ ਦੀ ਈਅਰ, ਕਿਹੜੇ ਸਾਲ ਮਰਿਆ ਸੀਗਾ? ਇਹ 1707 ਦੇ ਵਿੱਚ ਮਰਿਆ ਸੀਗਾ। ਹਾਂਜੀ, ਮੁਗਲ ਕਾਲ ਦੇ ਕੁਝ ਅਧਿਕਾਰੀ ਜਿਹੜੇ ਕਿ ਧਿਆਨ ਚ ਰੱਖਣੇ, ਵੈਰੀ ਵੈਰੀ ਇੰਪੋਰਟੈਂਟ ਹੈ ਇਹ ਸਾਰੇ। ਸੂਬੇਦਾਰ ਸੂਬਾਈ ਸਰਕਾਰ ਦਾ ਸਭ ਤੋਂ ਉੱਚਾ ਅਧਿਕਾਰੀ ਸੀਗਾ। ਦੀਵਾਨ, ਠੀਕ ਹੈ ਜੀ, ਇਹ ਵਿੱਤ ਅਧਿਕਾਰੀ ਸੀਗਾ। ਬਖਸ਼ੀ, ਇਹ ਫੌਜੀ ਦੀ, ਮੀਰ ਬਖਸ਼ੀ ਵੀ ਕਹਿੰਦੇ ਨੇ ਇਹਨੂੰ, ਇਹ ਫੌਜ ਦੀ ਦੇਖਭਾਲ ਕਰਦਾ ਸੀ। ਵਾਕਿਆ ਨਵੀਸ, ਇਹ ਖੁਫੀਆ ਵਿਭਾਗ ਦਾ ਮੁਖੀ ਸੀ। ਕੋਤਵਾਲ, ਇਹ ਸਾਰੀਆਂ ਸੂਬੇ ਦੀਆਂ ਘਟਨਾਵਾਂ ਨੂੰ ਦੇਖਦਾ ਸੀ, ਇੱਕ ਤਰ੍ਹਾਂ ਦਾ ਪੁਲਸੀਆ ਸੀ। ਸਦਰ ਕਾਜੀ, ਇਹ ਨਿਆਇਕ ਅਧਿਕਾਰੀ ਸੀ। ਪਰਗਣੇ ਦੇ ਅਧਿਕਾਰੀ। ਸਿੱਖਦਾਰ, ਇਹਨੂੰ ਮਿਲਟਰੀ ਅਫਸਰ ਕਹਿ ਦਿੰਦੇ ਆ। ਅਮਲ ਨੂੰ ਵਿੱਤ ਅਧਿਕਾਰੀ ਕਹਿ ਦਿੰਦੇ ਆ। ਫੌਜਦਾਰ ਨੂੰ ਕੈਸ਼ੀਅਰ ਕਹਿ ਦਿੰਦੇ ਆ। ਕਨਗੋ ਨੂੰ ਪਟਵਾਰੀਆਂ ਦਾ ਮੁਖੀ ਕਹਿ ਦਿੰਦੇ ਆ, ਠੀਕ ਹੈ ਜੀ। ਅੱਜ ਵੀ ਪਟਵਾਰੀਆਂ ਦਾ ਮੁਖੀ ਕਨਗੋ ਹੈ। ਫੌਜਦਾਰ, ਕੈਸ਼ੀਅਰ, ਅਮਲ ਵਿੱਤ ਅਧਿਕਾਰੀ ਤੇ ਸਿੱਖਦਾਰ ਮਿਲਟਰੀ ਅਫਸਰ, ਇਹ ਸਾਰੇ ਦੇ ਸਾਰੇ ਤੁਸੀਂ ਧਿਆਨ ਚ ਰੱਖ ਲੈਣੇ ਆ। ਦੀਵਾਨ ਵਿੱਤ ਅਧਿਕਾਰੀ। ਬਖਸ਼ੀ ਹੈ ਜਿਹੜਾ ਮੀਰ ਬਖਸ਼ੀ, ਜਿਹਨੂੰ ਬਖਸ਼ੀ ਕਹਾਂਗੇ, ਉਹ ਫੌਜ ਅਧਿਕਾਰੀ। ਵਾਕਿਆ ਨਵੀਸ ਖੁਫੀ ਵਿਭਾਗ ਦਾ। ਕੋਤਵਾਲ ਸਾਰੀਆਂ ਘਟਨਾਵਾਂ ਨੂੰ ਕਾਬੂ ਕਰਨ ਵਾਲਾ। ਸਦਰ ਤੇ ਕਾਜੀ ਜਿਹੜਾ ਉਹ ਸਦਰ ਕਾਜੀ ਨਿਆਇਕ ਅਧਿਕਾਰੀ। ਇਹ ਸਾਰੇ ਧਿਆਨ ਚ ਰੱਖਣੇ ਜੀ। ਮੁਗਲ ਸ਼ਾਸਨ ਦੇ ਵਿੱਚ ਦੀਵਾਨ ਦਾ ਕੰਮ ਹੈ ਉਹ ਦੀਵਾਨ ਦਾ ਕੀ ਕੰਮ ਸੀਗਾ? ਦੀਵਾਨ ਦਾ ਜਿਹੜਾ ਕੰਮ ਸੀਗਾ ਉਹ ਲਗਾਨ ਇਕੱਠਾ ਕਰਨਾ ਸੀ। ਵਿੱਤ ਅਧਿਕਾਰੀ ਹੁੰਦਾ ਹੈ। ਇਨ ਅਕਬਰ ਰਾਈਨ ਡੈਸ਼ ਵਾਜ਼ ਦ ਮਿਲਟਰੀ ਹੈਡ। ਦੱਸਣਾ ਮਿਲਟਰੀ ਦਾ ਮੁਖੀ ਕਿਹੜਾ ਸੀਗਾ? ਮੀਰ ਬਖਸ਼ੀ, ਇਹ ਮਿਲਟਰੀ ਦਾ ਹੈਡ ਸੀ, ਮੀਰ ਬਖਸ਼ੀ। ਇਹਦੀ ਮੁਗਲ ਐਡਮਿਨਿਸਟ੍ਰੇਸ਼ਨ ਮਿਲਟਰੀ ਰਿਕਰੂਟਮੈਂਟ ਹੈਡ ਬੀਨ ਲੁਕਡ ਆਫਟਰ ਬਾਈ, ਜਿਹੜੀ ਮਿਲਟਰੀ ਭਰਤੀ ਹੈ ਉਹ ਕਿਹਦੇ ਦੁਆਰਾ ਦੇਖੀ ਜਾਂਦੀ ਸੀ? ਉਹ ਮੀਰ ਬਖਸ਼ੀ ਜਾਂ ਬਖਸ਼ੀ ਦੁਆਰਾ ਦੇਖੀ ਜਾਂਦੀ ਸੀ। ਹਾਂਜੀ, ਮਿੱਟੀ ਦੀਆਂ ਕਿਸਮਾਂ ਵੈਰੀ ਵੈਰੀ ਇੰਪੋਰਟੈਂਟ ਹੈ ਇਹ। ਪੋਲਜ ਭੂਮੀਆਂ ਜਿੱਥੇ ਹਰ ਸਾਲ ਖੇਤੀ ਕੀਤੀ ਜਾਂਦੀ ਹੈ ਉਹਨੂੰ ਪੋਲਜ ਭੂਮੀ ਕਹਿ ਦਿੰਦੇ ਆ, ਉਪਜਾਊ ਭੂਮੀ ਹੁੰਦੀ ਹੈ। ਪੱਤੀ ਭੂਮੀ ਹੈ ਜਿਸ ਨੂੰ 2 ਸਾਲਾਂ ਦੇ ਲਈ ਬਿਨਾਂ ਫਸਲ ਬੀਜੇ ਛੱਡ ਦਿੱਤਾ ਜਾਂਦਾ ਹੈ, ਇਹਦੀ ਉਪਜਾਊ ਸ਼ਕਤੀ ਵਧਾਉਣ ਦੇ ਲਈ ਉਹਨੂੰ ਪੱਤੀ ਕਹਿ ਦਿੰਦੇ ਆ। ਚਾਚਰ ਜਾਂ ਸ਼ਾਸ਼ਰ, ਇਹ ਭੂਮੀਆਂ 3 ਜਾਂ 4 ਸਾਲ ਦੇ ਲਈ ਬਿਨਾਂ ਬਿਜਾਈ ਤੋਂ ਛੱਡੀ ਜਾਂਦੀ ਹੈ, ਠੀਕ ਹੈ। ਚਾਚਰ 3 ਜਾਂ 4 ਸਾਲ, ਠੀਕ ਹੈ। ਬੰਜਰ ਇਹ ਵਾਈਯੋਗ ਜ਼ਮੀਨ ਨਹੀਂ। ਕਾਸ਼ਤਕਾਰ ਵਰਗਾਂ ਨੂੰ ਵੀ ਵੰਡਿਆ ਹੋਇਆ ਸੀ। ਖੁਦ ਕਾਸ਼ਤਕਾਰ, ਇਹ ਉਹ ਕਾਸ਼ਤਕਾਰ ਹੈ ਜਿਹੜੀ ਖੇਤੀਬਾੜੀ ਦਾ ਹੀ ਕੰਮ ਕਰਦੇ ਆ, ਆਪਣੀ ਜ਼ਮੀਨ ਤੇ ਕਰਦੇ ਸੀ, ਖੁਦ ਕਾਸ਼ਤ ਕਰਦੇ ਸੀ। ਪਾਹੀ ਕਾਸ਼ਤ ਤੇ ਠੇਕੇ ਤੇ ਲੈ ਕੇ ਕੰਮ ਕਰਦੇ ਸੀ, ਜ਼ਮੀਨ ਵਾਈ ਕਰਦੇ ਸੀ। ਤੇ ਮੁਜਾਰਨ, ਇਹ ਉਹ ਕਾਸ਼ਤਕਾਰ ਸੀ ਜਿਨ੍ਹਾਂ ਕੋਲ ਜ਼ਮੀਨ ਬਹੁਤ ਥੋੜੀ ਹੁੰਦੀ ਸੀ, ਠੀਕ ਹੈ ਜੀ। ਧਿਆਨ ਚ ਰੱਖ ਲੈਣਾ। ਪਾਹੀ ਕਾਸ਼ਤ ਉਹ ਹੈ ਜਿਹੜੇ ਕਿ ਜ਼ਮੀਨ ਨੂੰ ਠੇਕੇ ਤੇ ਲੈ ਕੇ ਉਹਦੀ ਵਾਈ ਕਰਨਾ, ਖੁਦ ਕਾਸ਼ਤ ਆਪਣੀ ਜ਼ਮੀਨ ਤੇ ਹੀ ਖੇਤੀ ਕਰਨਾ। ਤੇ ਮੁਜਾਰਨ ਜਿਨ੍ਹਾਂ ਕੋਲ ਭੂਮੀ ਬਹੁਤ ਘੱਟ ਸੀ, ਠੀਕ ਹੈ ਜੀ। ਇਹ ਸਾਰੇ ਇੰਪੋਰਟੈਂਟ ਫੈਕਟ ਤੁਸੀਂ ਧਿਆਨ ਚ ਰੱਖਣੇ। ਭੂਮੀ ਟੈਕਸ ਦੇ ਆਧਾਰ ਤੇ ਜ਼ਮੀਨ ਦੀ ਵੰਡ। ਖਾਲਸ ਭੂਮੀ, ਇਹ ਸ਼ਾਹੀ ਭੂਮੀ ਕਹਿੰਦੇ ਨੇ ਆਪਾਂ ਨੂੰ, ਠੀਕ ਹੈ ਜੀ, ਬਹੁਤ ਉਪਜਾਊ ਭੂਮੀ ਸੀ। ਜਗੀਰ ਭੂਮੀ, ਇਹਦੇ ਵਿੱਚ ਕੀ ਹੈ ਵੀ ਜਗੀਰਦਾਰ ਤੈਨਾਤ ਕਰ ਦਿੱਤੇ ਜਾਂਦੇ ਸੀਗੇ ਤੇ ਜਗੀਰਾਂ ਨੂੰ ਕੋਲ ਭੂਮੀ ਦੇ ਦਿੱਤੀ ਜਾਂਦੀ ਸੀਗੀ ਤੇ ਇਹ ਤਨਖਾਹ ਵਜੋਂ ਦਿੱਤੀ ਜਾਂਦੀ ਸੀ। ਜਗੀਰਾਂ ਨੂੰ ਤਨਖਾਹ ਦੇਣੀ ਹੁੰਦੀ ਸੀ ਤੇ ਉਹਨਾਂ ਨੂੰ ਤਨਖਾਹ ਦੇ ਬਦਲੇ ਉਹਨਾਂ ਨੂੰ ਭੂਮੀ ਦਿੱਤੀ ਜਾਂਦੀ ਸੀ।
ਸਜੂਕਲ ਮਦਦ ਮਸ ਭੂਮੀ, ਮਦਦ ਮਸ ਜਿਵੇਂ ਮਦਦ ਸ਼ਬਦ ਆ ਰਿਹਾ, ਇਹ ਉਹ ਭੂਮੀ ਹੈ ਜਿਹੜੀ ਕਿ ਮਦਦ ਦੇ ਰੂਪ ਵਿੱਚ ਬਿਨਾਂ ਲਗਾਨ ਤੋਂ ਦਿੱਤੀ ਜਾਂਦੀ ਸੀ, ਇਸ ਨੂੰ ਮਿਲਕ ਭੂਮੀ ਵੀ ਕਿਹਾ ਜਾਂਦਾ ਸੀ। ਠੀਕ ਹੈ ਜੀ, ਧਿਆਨ ਚ ਰੱਖਣਾ। ਦੈਸ਼ਾਲਾ ਸਿਸਟਮ, ਦੈਸ਼ਾਲਾ ਸਿਸਟਮ ਹੈ ਜਿਹੜੀ ਜ਼ਬਤੀ ਪ੍ਰਣਾਲੀ ਇੱਕ ਤਰ੍ਹਾਂ ਦੀ, ਇਹਦਾ ਮੋਢੀ ਟੋਡਰਮਲ ਸੀ। ਇਸ ਤਹਿਤ ਪਿਛਲੇ 10 ਸਾਲਾਂ ਦੀ ਵੱਖ-ਵੱਖ ਫਸਲਾਂ ਦੇ ਉਤਪਾਦਨ ਦੀ ਔਸਤ ਕੱਢ ਲਈ ਜਾਂਦੀ ਸੀ। ਉਸ ਸਮੇਂ ਦੀਆਂ ਪ੍ਰਚਲਿਤ ਕੀਮਤਾਂ ਦੇ ਆਧਾਰ ਤੇ ਉਸ ਕੱਢ ਕੇ ਉਹਦੇ ਆਧਾਰ ਤੇ ਮਾਲੀਆ ਜਾਂ ਲਗਾਨ ਜਿਹੜਾ ਇਕੱਠਾ ਕੀਤਾ ਜਾਂਦਾ ਸੀ। ਠੀਕ ਹੈ ਜੀ, 33% ਜਿਹੜਾ ਉਹ ਨਗਦ ਰੂਪ ਵਿੱਚ ਟੈਕਸ ਇਕੱਠਾ ਕੀਤਾ ਜਾਂਦਾ ਸੀ, ਲਗਾਨ। ਠੀਕ ਹੈ ਜੀ, 33% 1/3 ਜਿਹੜਾ ਉਹ ਟੈਕਸ ਲਗਾਇਆ ਜਾਂਦਾ ਸੀਗਾ। ਕਿ ਕੋਈ ਇੱਕ ਕਿੱਲਾ ਭੂਮੀ ਕਿਸੇ ਕੋਲ ਹੈਗੀ ਪਿਛਲੇ 10 ਸਾਲਾਂ ਦਾ ਰਿਕਾਰਡ ਵੇਖ ਕੇ ਤੇ ਉਹਦੀ ਐਵਰੇਜ ਕੱਢ ਲਈ ਜਾਂਦੀ ਸੀ, ਹਿਸਾਬ ਲਾਇਆ ਜਾਂਦਾ ਸੀ ਵੀ ਮੰਨ ਲਓ 30,000 ਰੁਪਏ ਦੀ ਪੈਦਾਵਾਰ ਹੁੰਦੀ ਹੈ ਤਾਂ 10,000 ਰੁਪਏ ਲਗਾਨ ਉਸ ਤੋਂ ਲੈ ਲਿਆ ਜਾਂਦਾ ਸੀ। ਇਸ ਪ੍ਰਣਾਲੀ ਦੇ ਵਿੱਚ ਹਰ ਸਾਲ ਇਕੱਠੇ ਕੀਤੇ ਜਾਣ ਵਾਲੇ ਲਗਾਨ ਨੂੰ ਮੱਲ ਹਰ ਸਾਲਾ ਕਹਿੰਦੇ ਸੀ, ਹਰ ਸਾਲ ਠੀਕ ਹੈ ਕਿਹਾ ਜਾਂਦਾ ਸੀ। ਹਰ ਸਾਲ ਇਕੱਠੇ ਕੀਤੇ ਜਾਣ ਵਾਲੇ ਲਗਾਨ ਨੂੰ ਮੱਲ ਹਰ ਸਾਲ ਕਿਹਾ ਜਾਂਦਾ ਸੀ। ਇਹ ਧਿਆਨ ਚ ਰੱਖਣਾ। ਜ਼ਬਤੀ ਸਿਸਟਮ ਦੇ ਵਿੱਚ ਸਭ ਤੋਂ ਉਪਜਾਊ ਭੂਮੀ ਨੂੰ ਪੋਲਸ ਕਿਹਾ ਜਾਂਦਾ ਸੀ। ਠੀਕ ਹੈ ਜੀ, ਧਿਆਨ ਚ ਰੱਖਣਾ। ਅਕਬਰ ਦੇ ਸ਼ਾਸਨਕਾਲ ਦੇ ਵਿੱਚ ਉਪਜ ਦਾ ਕਿੰਨਾ ਪ੍ਰਤੀਸ਼ਤ ਲਗਾਨ ਦੇ ਰੂਪ ਦੇ ਵਿੱਚ ਲਿਆ ਜਾਂਦਾ ਸੀ? 33% ਲਗਾਨ ਦੇ ਰੂਪ ਵਿੱਚ ਲਿਆ ਜਾਂਦਾ ਸੀ। ਹਾਂਜੀ, ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ।